with culture. Enjoy one app for TV shows and 24/7 music. For more information, log into www.mytvc.us. Fun ka hangama, My TV Radio. Welcome to the world of entertainment, connecting people with culture. Enjoy one app for TV shows and 24/7 music. For more information, log into www.mytvc.us. Fun ka hangama, My TV Radio. Welcome to the world of entertainment, connecting people with culture. Enjoy one app for TV shows and 24/7 music. For more ਹੈਲੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਮੋਨੀ ਗਿੱਲ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਮੈਂ ਹਾਂ ਕੁਲਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਲੋ ਜੀ ਮਿਸਟਰ ਔਰ ਮਿਸਿਸ ਗਿੱਲ ਚਿਲ ਕਰਾਉਣ ਜਾ ਰਹੇ ਨੇ। ਵੈਸੇ ਤੇ ਅੱਜ ਦੇ ਜਿਹੜੇ ਆਰਟਿਸਟ ਨੇ ਪੰਜਾਬ ਤੋਂ ਨੇ, ਅੰਮ੍ਰਿਤਸਰ ਤੋਂ ਨੇ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਪੰਜਾਬੀ ਪ੍ਰੋਬੇਬਲੀ ਮੇਰੇ ਨਾਲੋਂ ਬੈਟਰ ਹੋਏਗੀ ਲੇਕਿਨ ਅੱਜ ਹੋ ਸਕਦਾ ਅਸੀਂ ਹਿੰਦੀ ਔਰ ਪੰਜਾਬੀ ਮਿਕਸ ਕਰੀਏ। ਔਰ ਅੱਜ ਦੇ ਜਿਹੜੇ ਫਨਕਾਰ ਨੇ ਬਹੁਤ ਯੂਨੀਕ ਨੇ ਕਿਉਂਕਿ ਯੂਨੀਕ ਨੇ, ਬਹੁਤ ਘੱਟ ਦੁਨੀਆ ਦੇ ਵਿੱਚ ਪੈਦਾ ਹੁੰਦੇ ਯੂਨੀਕ ਲੋਕ। ਔਰ ਕੁਲਦੀਪ ਨਾਮ ਦੱਸਣਾ ਚਾਹੋਗੇ? ਦਿਪਨ ਰਾਜ ਜੀ ਨੇ ਬੜਾ ਕੀ ਵਰਸਟਾਈਲ ਆਰਟਿਸਟ ਜਿਹਨੂੰ ਕਿਹਾ ਜਾਈਦਾ। ਆਈ ਮੀਨ ਕਿਹੜਾ ਐਸਾ ਗੁਣ ਨਹੀਂ ਜਿਹੜਾ ਉਹਨਾਂ ਕੋਲ ਨਹੀਂ ਹੈਗਾ। ਐਗਜ਼ੈਕਟਲੀ ਦੈਟਸ ਵਾਈ ਹੀ ਇਜ਼ ਯੂਨੀਕ। ਸ਼ਾਇਦ ਇੱਕ ਰੀਜ਼ਨ ਇਹ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੋਂ ਨੇ, ਜਿੱਥੇ ਕਿ ਸਾਡੇ ਸਿੱਖਾਂ ਦਾ ਇੱਕ ਮਹਾਨ ਸਥਲ ਸਾਡੇ ਦਰਬਾਰ ਸਾਹਿਬ ਉੱਥੇ ਨੇ, ਪਵਿੱਤਰ। ਸੋ ਜਿਹੜਾ ਵੀ ਅੰਮ੍ਰਿਤਸਰ ਤੋਂ ਹੋਏਗਾ, ਅੰਮ੍ਰਿਤਸਰ ਤੋਂ ਹੋਏਗਾ, ਸਾਡੇ ਲਈ ਸਿਰ ਮੱਥੇ ਤੇ ਹੈ। ਸੋ ਲੈਟਸ ਵੈਲਕਮ ਦਿਪਨ ਰਾਜ ਜੀ ਔਨ ਆਰ ਸ਼ੋ। ਜੀ ਬਿਲਕੁਲ, ਮੈਂ ਸਕਰੀਨ ਤੇ ਪਾਉਂਦੀ ਹਾਂ ਦਿਪਨ ਜੀ ਨੂੰ। ਔਰ what a music lover or a great artist। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਨਮਸਕਾਰ ਦਿਪਨ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਕਿਹਾ ਕਿ ਤੁਹਾਡੀ ਇੰਟਰੋਡਕਸ਼ਨ ਐਸੀ ਕਿ ਤੁਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਔਰ ਸਾਡੇ ਲਈ ਅੰਮ੍ਰਿਤਸਰ ਬਹੁਤ ਹੀ ਪਵਿੱਤਰ ਜਗ੍ਹਾ ਹੈ। ਬਿਲਕੁਲ ਜੀ ਔਰ ਸਾਰਿਆਂ ਲਈ ਯੈਸ ਵੈਰੀ। ਤੇ ਉਸ ਜਗ੍ਹਾ 'ਚ ਤੁਸੀਂ ਬੈਠੇ ਹੋ, ਆਈ ਥਿੰਕ ਪਿੱਛੇ ਮਾਂ ਸਰਸਵਤੀ ਤੁਹਾਨੂੰ ਆਸ਼ੀਰਵਾਦ ਦੇ ਰਹੀ ਹੈ ਸਾਨੂੰ ਵੀ ਦੇ ਰਹੀ ਤੇ ਨਾਲ ਤਾਨਪੁਰਾ ਪਿਆ ਮੇਰੇ ਖਿਆਲ ਤੁਹਾਡੇ। ਅੱਜ ਤਾਨਪੁਰਾ ਸੁਰਮੰਡਲ ਸਾਰਾ ਕੁਝ ਪਿਆ। ਸੋ ਵੈਲਕਮ ਟੂ ਆਰ ਸ਼ੋ ਸਰ, ਵੈਲਕਮ। ਫਾਈਨਲੀ ਵੀ ਮੇਡ ਇਟ। ਯੈਸ ਪਿਛਲੇ 6 ਸਾਲ ਤੋਂ ਮੋਨੀ ਮੈਨੂੰ ਕਹਿ ਰਹੀ, ਨਹੀਂ 6 ਮਹੀਨੇ ਤੋਂ ਕਹਿ ਰਹੀ ਕਿ ਸਾਡੇ ਲਈ ਤਾਂ ਸਾਲ ਹੀ ਹੋ ਗਏ ਸਰ, ਐਡਾ ਵੱਡਾ ਆਰਟਿਸਟ ਦੂਰ ਹੈ ਤੇ ਸਾਲਾਂ ਬਰਾਬਰ ਹੀ ਹੈ। ਮੇਰੇ ਲਈ ਵੀ ਸਾਲ ਹੀ ਨੇ। ਬਿਲਕੁਲ। ਔਰ ਦਿਪਨ ਜੀ ਐਕਚੁਅਲੀ ਵੀ ਆਰ ਸੋ ਪ੍ਰਾਊਡ ਟੂ ਹੈਵ ਯੂ ਔਨ ਆਰ ਸ਼ੋ। ਜਿਸ ਤਰ੍ਹਾਂ ਕਿ ਮੈਂ ਕਿਹਾ, ਪੰਜਾਬੀ ਠੀਕ ਹੈ, ਮੈਨੂੰ ਸਮਝ ਆ ਰਹੀ ਹੈ ਨਾ ਤੁਹਾਨੂੰ? ਮੈਂ ਕਿਉਂਕਿ ਆਪਾਂ ਹਿੰਦੀ 'ਚ ਗੱਲ ਕੀਤੀ ਜ਼ਿਆਦਾ ਕੰਫਰਟੇਬਲ ਹੈ। ਅੱਛਾ ਠੀਕ, ਕਿਉਂਕਿ ਹਿੰਦੀ ਆਡੀਅנס ਵੀ ਹੋਏਗੀ। ਹਾਂਜੀ। ਤੇ ਪ੍ਰਾਊਡ ਆ ਫਸਟ ਆਫ ਆਲ ਕਿ ਇਸ ਤਰ੍ਹਾਂ ਦਾ ਯੂਨੀਕ ਆਰਟਿਸਟ, ਕਿਉਂਕਿ ਮਲਟੀ ਟਾਸਕਿੰਗ ਹੈ ਨਾ, ਇਹ ਹਰ ਬੰਦੇ ਦਾ ਵੱਸ ਨਹੀਂ ਹੈ, ਇਹ ਹਰ ਬੰਦਾ ਕਰ ਹੀ ਨਹੀਂ ਸਕਦਾ। ਇਹ ਫਿਊ ਪੀਪਲ ਨੇ ਜਿਹੜੇ ਇਹਦੇ 'ਚ ਮਾਹਿਰ ਹੁੰਦੇ ਆ ਔਰ ਇਹਦੇ 'ਚੋਂ ਕਾਫੀ ਤਰਾਸ਼ ਕੇ ਬਾਹਰ ਨਿਕਲਦੇ ਆ। ਔਰ ਉਹਨਾਂ 'ਚੋਂ ਵਨ ਆਫ ਯੂ ਕਿ ਜਿੰਨੀਆਂ ਤਾਰੀਫਾਂ ਤੁਹਾਡੇ ਤੋਂ ਮੈਂ ਇਜਾਜ਼ ਭਾਈ ਤੋਂ ਸੁਣੀਆਂ ਨੇ। ਔਰ ਇਜਾਜ਼ ਭਾਈ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਆਰਟਿਸਟ, ਅੱਜ ਦੇ ਫਨਕਾਰ ਸਾਨੂੰ ਦੇਣ ਵਾਸਤੇ। ਸੋ ਦਿਪਨ ਜੀ ਵਿਦ ਮਲਟੀ ਟੈਲੈਂਟ, ਦਿਪਨ ਰਾਜ ਜੀ, ਬਹੁਤ ਬਹੁਤ ਸਵਾਗਤ ਹੈ ਅਗੇਨ ਮਾਈ ਟੀਵੀ। ਥੈਂਕ ਯੂ ਸੋ ਮਚ ਮੋਨੀ ਜੀ, ਥੈਂਕ ਯੂ ਜੀ। ਸੋ ਦਿਪਨ ਜੀ, ਆਪਾਂ ਇਹ ਜਰਨੀ ਤੁਹਾਡੀ, ਮੈਂ ਤੁਹਾਡੀ ਬਾਇਓ ਥੋੜ੍ਹੀ ਜਿਹੀ ਪੜ੍ਹੀ, ਬਾਇਓ ਬਹੁਤ ਲੰਬੀ ਤੁਹਾਡੀ, ਐਂ ਲੱਗਿਆ ਮੈਂ ਕਿਤਾਬ ਪੜ੍ਹਨਾ ਕਿਸੇ ਦੀ। ਦੀ ਲੌਂਗੈਸਟ ਬਾਇਓ। ਤੁਸੀਂ 3rd ਜਨਰੇਸ਼ਨ ਹੋ ਇਸ ਮਿਊਜ਼ਿਕ ਫੈਮਿਲੀ 'ਚ, ਰਾਈਟ? ਯੈਸ। ਹਾਂਜੀ। ਸੋ ਤੁਸੀਂ ਇਹ ਜਰਨੀ ਕਿਵੇਂ ਸ਼ੁਰੂ ਕੀਤੀ ਮਿਊਜ਼ਿਕ ਦੀ? ਜਰਨੀ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਸ਼ੁਰੂ, ਬਸ ਮੈਂ ਬਚਪਨ ਤੋਂ ਹੀ ਜਦੋਂ ਮੈਂ ਪੈਦਾ ਹੋਇਆ ਔਰ ਈਵਨ ਜਦੋਂ ਮੈਂ ਮਮਾ ਦੇ ਪੇਟ 'ਚ ਸੀ ਤੇ ਮਮਾ ਉਦੋਂ ਸਿਤਾਰ ਦਾ ਰਿਆਜ਼ ਕਰਦੇ ਸੀ, ਗਾਉਂਦੇ ਸੀ। ਸ਼ੀ ਯੂਜ਼ਡ ਟੂ ਡੂ ਕਥਕ। ਸੋ
ਮਤਲਬ ਉਹ ਜਿਹੜੀਆਂ ਵਾਈਬ੍ਰੇਸ਼ਨਸ ਨੇ ਉਹ ਮੇਰੇ ਕੰਨ 'ਚ ਪੈਂਦੀਆਂ ਰਹੀਆਂ ਮਮਾ ਦੇ ਥਰੂ। ਸੋ ਇਹ ਕਹਿ ਸਕਦਾ ਕਿ ਇਹ ਤੇ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਦੋਂ ਮਿਊਜ਼ਿਕ ਨੂੰ ਅਡਾਪਟ ਕੀਤਾ ਜਾਂ ਮਿਊਜ਼ਿਕ ਨੇ ਮੈਨੂੰ ਅਡਾਪਟ ਕੀਤਾ, ਇਹ ਕਹਿ ਸਕਦਾ। ਕੀ ਬਾਤ ਹੈ, ਗੁੱਡ ਆਨਸਰ। ਕੁਝ ਲੋਕ ਸਾਡੇ ਨਾਲ ਜੁੜ ਗਏ ਨੇ। ਪੰਕਜ ਰਾਥੂ ਜੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਜੋਵਨਜੋਤ ਪਾਰਸਵਾਜ ਜੀ ਕਹਿ ਰਹੇ ਨੇ। ਵਿਭਾ ਸ਼੍ਰੀਵਾਸਤਵ ਤੁਹਾਡੇ ਲਈ ਤਾਲੀਆਂ ਵਜਾ ਰਹੇ ਨੇ। ਦੀਦੀ ਡੋਲੀ ਦੀਦੀ ਸਾਡੇ ਨਾਲ ਜੁਆਇਨ ਕਰ ਗਏ ਨੇ। ਡੋਲੀ ਦੀਦੀ ਵਨ ਆਫ ਦੀ ਫਾਈਨੈਸਟ ਹਿਊਮਨ ਬੀਇੰਗ ਆਈ ਹੈਵ ਐਵਰ ਨੋਨ। ਮੈਨੂੰ ਤਾਰੀਫਾਂ ਦੇ ਪੁੱਲ ਬਣਾ ਤੇ ਬਹੁਤ ਸਾਰੇ ਨੇ, ਪਰ ਪਹਿਲਾ ਮੈਸੇਜ ਪੜੋ ਕੁਲਦੀਪ। ਡੋਲੀ ਦੀਦੀ ਲਿਖ ਰਹੇ ਸਤਿ ਸ੍ਰੀ ਅਕਾਲ, ਵੈਲਕਮ ਟੂ ਆਲ। ਵਾਸ ਮਾਈ ਵਿਸ਼ ਟੂ ਸੀ ਮਾਈ ਬ੍ਰਦਰ ਦੀਪੇਨ ਹੀਅਰ, ਸਚ ਐਨ ਅਮੇਜ਼ਿੰਗ ਹੰਬਲ ਸੋਲ। ਇਤਨੇ ਨੌਲੇਜ ਹੋਣ ਦੇ ਬਾਵਜੂਦ ਹਰਨੂਰ ਡੋਲੀ ਦੀਦੀ ਹਾਂ ਵੀ ਇੰਨੀ ਨੌਲੇਜ ਹੋਣ ਤੋਂ ਬਾਅਦ ਵੀ ਇੰਨੇ ਹੰਬਲ ਨੇ, ਇੰਨੇ ਡਾਊਨ ਟੂ ਅਰਥ ਨੇ ਬੇਸਿਕਲੀ। ਇਹ ਸਭ ਉਹਨਾਂ ਦਾ ਆਸ਼ੀਰਵਾਦ ਦੀਦੀ ਦਾ। ਅੱਛਾ ਮੈਨੂੰ ਦੱਸੋ, ਮੰਮੀ ਬਚਪਨ ਚ ਵੈਸੇ ਤਾਂ ਤੁਸੀਂ ਪੇਟ 'ਚ ਹੀ ਹੋ ਗਏ ਉਦੋਂ, ਮੈਨੂੰ ਲੱਗਦਾ ਹਰੀ ਹਰਨ ਜੀ ਦੀ ਤਸਵੀਰ ਦੇਖਦੀ ਹੋਣੀ मम्मी। कभी कभी ऐसा हुआ है कि किसी ने कहा कि आप हरिहरन जी के भाई लगते हैं या कुछ ऐसा रिश्तेदारी है? बहुत हरिहरन जी शंकर महादेवन के साथ बहुत मैंने रिलेट किया जाता है क्योंकि मेरे वर्चुअल गुरु रहे थे बेसिकली हरिहरन जी। मैं बहुत मतलब ही इज माय मेंटर। मैं कभी मिलिया नहीं उन्होंने, बट उन्होंने मैनू काफ़ी जगह मेरे मैसेजेस के थ्रू मैंने एप्रीशिएट किया या मेरा गाना सुनिया उन्होंने। सो एक हो जाता ना ਜਿਹੜੇ ਸੁਣਦੇ ਉਹਦਾ ਇਨਫਲੂਐਂਸ ਆ ਜਾਂਦਾ ਤੁਹਾਡੇ ਅੰਦਰ। ਬਿਲਕੁਲ ਆਉਂਦਾ, ਔਰ ਅੱਛੇ ਲੋਕਾਂ ਦਾ ਤੇ ਆਉਣਾ ਹੀ ਚਾਹੀਦਾ ਹੈ ਕਿਉਂਕਿ ਵਨ ਆਫ ਦੀ ਫਾਈਨੈਸਟ ਗਜ਼ਲ ਸਿੰਗਰ ਔਰ ਕਲਾਸੀਕਲ ਸਿੰਗਰ ਵੀ ਹੈਵ। ਉਸ ਦੌਰ ਦੇ ਵਿੱਚ ਉਹ ਵਾਪਸ ਉਹ ਗਜ਼ਲ ਲੈ ਕੇ ਆਏ ਨੇ ਜਦੋਂ ਸਾਨੂੰ ਲੱਗਿਆ ਕਿ ਇੰਡੀਆ ਦੇ ਵਿੱਚ ਗਜ਼ਲ ਹੁਣ ਥੋੜ੍ਹੀ ਥੋੜ੍ਹੀ ਜਾਂਦੀ ਰਹੇਗੀ। ਫਿਰ ਜਗਜੀਤ ਸਿੰਘ ਜੀ ਨੇ ਆ ਕੇ ਫਿਰ ਦੁਬਾਰਾ ਪਕੜ ਫੜੀ ਉਹਦੇ 'ਚ, ਔਰ ਫਿਰ ਜਗਜੀਤ ਸਿੰਘ ਸਾਨੂੰ ਪੰਜਾਬੀ ਵਾਲੇ ਪਾਸੇ ਵੀ ਲੈ ਕੇ ਗਏ। ਨਹੀਂ ਤਾਂ ਵੈਰੀ ਮੱਚ ਉਰਦੂ ਔਰ ਹਿੰਦੀ ਦੇ ਵਿੱਚ ਜ਼ਿਆਦਾ ਗਜ਼ਲਾਂ ਹੋਇਆ ਕਰਦੀਆਂ ਸੀਗੀਆਂ, ਜਾਂ ਫਿਰ ਪੰਜਾਬ ਵਾਲੇ ਪਾਸੇ, ਪਾਕਿਸਤਾਨ ਵਾਲੇ ਪਾਸੇ ਪੰਜਾਬ ਚਲੇ ਜਾਓ ਅਤੇ ਉੱਥੇ ਫਿਰ ਪੰਜਾਬੀ 'ਚ ਜ਼ਿਆਦਾ ਸੁਣਨ ਨੂੰ ਮਿਲਦੀਆਂ ਸੀਗੀਆਂ ਗਜ਼ਲਾਂ। ਲੇਕਿਨ ਹਰੀਹਰਨ ਜੀ ਵਟ ਐਨ ਅਮੇਜ਼ਿੰਗ ਆਰਟਿਸਟ, ਔਰ ਅਸੀਂ ਲੱਕੀ ਹਾਂ ਕਿ ਸਾਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ। ਔਰ ਬਿਕਾਜ਼ ਵੀ ਆਰ ਮਿਊਜ਼ਿਕ ਲਵਰ ਐਂਡ ਵੀ ਆਰ ਹਿਊਜ ਫੈਨ ਆਫ ਹਿਮ, whether it's a Bollywood music or ghazals or ਉਹਨਾਂ ਦੀ ਲਾਈਵ ਕਨਸਰਟ ਤੇ ਕੀ ਬਾਤ ਹੁੰਦੀ ਹੈ, ਅਮੇਜ਼ਿੰਗ ਹੁੰਦਾ। ਦੀਪਨ ਜੀ ਵਾਪਸ ਤੁਹਾਡੇ ਤੇ ਆਉਂਦੇ ਆ। ਤੁਹਾਡੇ ਗ੍ਰੈਂਡਫਾਦਰ ਵੀ ਮਿਊਜ਼ਿਕ ਉਹ ਕਿਸ ਚੀਜ਼ 'ਚ ਮਾਹਿਰ ਸੀਗੇ, ਕੀ ਉਹਨਾਂ ਦੀ ਖਾਸ ਸੀ? ਤੇ ਗ੍ਰੈਂਡਫਾਦਰ ਸ਼੍ਰੀ ਓਮ ਪ੍ਰਕਾਸ਼ ਜੀ, ਉਹਨਾਂ ਬੇਸਿਕਲੀ ਜਿਹੜਾ ਬੂਟਾ ਲਗਾਇਆ ਸੰਗੀਤ ਦਾ, ਉਹਨਾਂ ਦੇ ਥਰੂ ਹੀ ਸਾਡੇ ਵਿੱਚ ਜਿਹੜਾ ਸਾਡੇ ਮਿਊਜ਼ਿਕ ਆਇਆ। ਉਹ ਵੋਕਲਿਸਟ ਹੈਗੇ ਸੀ ਮੇਰੇ ਦਾਦਾ ਜੀ, ਔਰ ਕਲਾਸੀਕਲ ਬਹੁਤ ਅੱਛਾ ਗਾਉਂਦੇ ਸੀ। ਕਾਫੀ ਸਾਰੇ ਜਦੋਂ ਮਤਲਬ ਅੰਮ੍ਰਿਤਸਰ ਦੇ ਆਸ-ਪਾਸ ਦੇ ਲੋਕ ਕਾਫੀ ਉਹਨਾਂ ਦੇ ਸ਼ਾਗਿਰਦ ਰਹੇ ਨੇ। ਔਰ ਫਿਰ ਉਸ ਤੋਂ ਬਾਅਦ ਮੇਰੇ ਡੈਡ, ਉਹਨਾਂ ਦੇ ਨਾਲ ਮੇਰੇ ਦਾਦਾ ਜੀ ਕੋਲੋਂ ਸਿੱਖਿਆ ਉਹਨਾਂ ਨੇ। ਫਿਰ ਡੈਡ ਦੇ ਵਿੱਚ ਮਲਟੀ ਟਾਸਕਿੰਗ ਹੈਗੀ ਸੀ ਬੇਸਿਕਲੀ। so he used to play violin, he used to play tabla। ਪੰਡਿਤ ਕਾਲੇ ਰਾਮ ਜੀ ਦੇ ਮੇਰੇ ਪਾਪਾ ਪੰਡਿਤ ਕਾਲੇ ਸਟੂਡੈਂਟ ਰਹੇ ਨੇ, ਸੋ ਉਹਨਾਂ ਨੇ ਤਬਲਾ ਵੀ ਸਿੱਖਿਆ, ਫਿਰ ਵੋਕਲ ਵੀ ਸਿੱਖਿਆ। ਉਹਨਾਂ ਤੋਂ ਮੈਨੂੰ ਲੱਗਦਾ ਉਹ ਚੀਜ਼ ਜਿਹੜੇ ਮੈਂ ਕੈਰੀ ਕੀਤੇ। ਔਰ ਮੇਰੇ ਫਾਦਰ ਨੇ ਐਜ਼ ਅ ਵਾਇਲਿਨਿਸਟ ਲਾਇਲਪੁਰ ਖਾਲਸਾ ਕਾਲਜ ਜਲੰਧਰ 'ਚ ਜੌਬ ਵੀ ਕੀਤੀ, ਔਰ ਮਾਡਰਨ ਕਾਲਜ 'ਚ ਤਬਲਾ ਵਜਾਉਂਦੇ ਸੀ, ਫਿਰ ਵੋਕਲ ਵੀ ਗਾਉਂਦੇ ਸੀ। ਮਤਲਬ ਉਹ ਮਲਟੀ ਟਾਸਕਿੰਗ ਜਿਹੜੀ ਉੱਥੋਂ ਹੀ ਆਈ ਹੈ ਮੇਰੇ ਅੰਦਰ। ਤੇ ਤੁਹਾਡੇ ਫਾਦਰ ਸਾਹਿਬ ਦਾ ਨੇਮ ਦੱਸੋਗੇ? ਨਾਮ? ਪ੍ਰੋਫੈਸਰ ਰਾਜਕੁਮਾਰ ਜੀ। ਰਾਜਕੁਮਾਰ ਜੀ। ਤੇ ਤੁਸੀਂ ਮੈਨੂੰ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਮਲਟੀ ਟਾਸਕਰ ਸੀਗੇ ਤੇ ਤੁਹਾਡੀ ਮਾਤਾ ਜੀ ਸਿਤਾਰ ਵਜਾਉਂਦੇ ਤੇ ਡਾਂਸ ਵੀ ਕਰਦੇ ਸੀ। ਮੰਮੀ ਵੀ ਮਲਟੀ ਟਾਸਕਰ ਹੋਈ। ਮੰਮੀ ਵੀ ਮਲਟੀ ਟਾਸਕਰ ਹੋ ਗਏ। ਬਸ ਇਹ ਜੀਨਸ ਦੇ ਵਿੱਚੋਂ ਆਇਆ ਫਿਰ ਤੁਹਾਨੂੰ। ਜੀ ਸੋ ਮਤਲਬ ਇਹਦਾ ਮਤਲਬ ਕਿ ਤੁਸੀਂ ਥੋੜਾ ਬਹੁਤ ਕੱਥਕ ਵੀ ਕਰ ਲੈਂਦੇ ਹੋ? ਨਹੀਂ, ਟਰਾਈ ਕੀਤਾ ਸੀ ਯੂਥ ਫੈਸਟੀਵਲ 'ਚ। ਮੈਨੂੰ ਧੱਕੇ ਨਾਲ ਉਹਨਾਂ ਨੇ ਕਰਾਤਾ ਸੀ, ਪਰ ਮੈਂ ਸਟੇਜ ਤੇ ਨਹੀਂ ਕੀਤਾ। ਬਟ ਕੱਥਕ ਦੇ ਨਾਲ ਜਿਹੜਾ ਨਗਮਾ ਔਰ ਪੜੰਤ, ਮੈਂ ਗੰਗਾਨੀ ਫੈਮਿਲੀ ਹੈ ਕੱਥਕ ਦੀ ਬਹੁਤ ਫੇਮਸ, ਗੰਗਾਨੀਜ਼ ਜੀ। तो दिल्ली जयपुर घराने तो पंडित प्रवीण गंगानी जी, ਉਹ ਪਿੱਛੇ ਥੋੜਾ ਉਹਨਾਂ ਦੀ ਡੈਥ ਹੋ ਗਈ ਸੀ। ਸੋ ਉਹਨਾਂ ਦੇ ਨਾਲ ਮੈਂ ਦਿੱਲੀ ਦੇ ਵਿੱਚ ਔਰ ਇੱਧਰ ਉੱਧਰ 4-5 ਕਨਸਰਟਸ ਕੀਤੇ। ਕੱਥਕ ਦੀ ਪੜੰਤ ਮੈਂ ਕਰਦਾ ਸੀ, ਉਹਦੇ ਬੋਲ ਬੋਲਦਾ ਸੀ, ਔਰ ਨਗਮਾ ਲਹਿਰਾ ਦਿੰਦਾ ਸੀ ਮੈਂ। ਮਤਲਬ ਉਹ ਵੀ ਮੈਂ ਸਭ ਕੁਝ ਕੀਤਾ। ਦੈਟਸ ਗੁੱਡ। ਤੇ ਹੁਣ ਆਪਾਂ ਮੈਨੂੰ ਇਹ ਦੱਸੋ ਕਿ ਆਪਾਂ ਬੜਾ ਕੁਝ ਕੀਤਾ ਤੇ ਲੇਕਿਨ ਅੱਜ ਦੀ ਸ਼ਾਮ ਆਪਾਂ ਕਿਸ ਚੀਜ਼ ਤੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ? ਕਿਹੜੇ ਰਾਗ ਦੇ ਨਾਲ ਤੁਸੀਂ ਸ਼ੁਰੂਆਤ ਕਰਨਾ ਚਾਹੋਗੇ? ਅੱਜ ਮਨ ਮੇਰਾ ਸੀਗਾ ਚਾਰੂਕੇਸ਼ੀ ਤੋਂ, ਬਟ ਕਿਉਂਕਿ ਅੱਜ ਸ਼ਿਵਰਾਤਰੀ ਤੇ ਬੈਠੇ ਬੈਠੇ ਇੱਕ ਰਾਗ ਜੋਗ ਦੀ
ਕੰਪੋਜੀਸ਼ਨ ਯਾਦ ਆ ਗਈ ਜਿਹੜੀ ਮੈਂ ਅੱਜ ਤੋਂ 16-17 ਸਾਲ ਪਹਿਲਾਂ ਪੰਡਿਤ ਬਲਦੇਵ ਰਾਜ ਵਰਮਾ ਜੀ ਕੋਲੋਂ ਸਟੇਜ ਤੋਂ ਹੀ ਸੁਣੀ ਸੀ। ਵਾਹ। ਤੇ ਮੈਨੂੰ ਸਿਰਫ ਉਹਦਾ ਯਾਦ ਆ, ਬਟ ਕਿਉਂਕਿ ਸ਼ਿਵ ਜੀ ਨਾਲ ਰਿਲੇਟਡ ਹੈ ਤਾਂ ਮੈਂ ਸ਼ੁਰੂਆਤ ਚਾਹਨਾ ਕੀ ਜ਼ਰੂਰ ਸਰ, ਸਾਡੇ ਲਈ ਵੀ ਪ੍ਰਣਾਮ ਹੈ ਮਹਾ ਸ਼ਿਵਰਾਤਰੀ ਤੇ ਸਾਰਿਆਂ ਨੂੰ। ਮੈਨੂੰ ਪਲੀਜ਼ ਦੱਸ ਦੇਣਾ ਜੇ ਇਨਸਟਰੂਮੈਂਟਸ ਲਾਊਡ ਹੋਣ ਤੇ ਜੀ। ਮੈਂ ਸਾਡੀ ਆਡੀਅנס ਪਲੀਜ਼ ਦੱਸਣਾ ਆਵਾਜ਼ ਸਾਡੀ ਪ੍ਰੋਪਰ ਸੁਣਾਈ ਦੇ ਰਹੀ ਹੈ, ਔਰ ਦੀਪਿਨ ਜੀ ਦੀ ਸਪੈਸ਼ਲੀ। भस्म भूषण घन शिव भस्म भूषण घन शिव भस्म भूषण घन शिव गर सोहत रूढ़ मान गर सोहत रूढ़ मान चतुर सुहत जन को ग्रास अब पकड़ राखो महेश भस्म भूषण घन शिव भस्म क्या बात। भस्म भूषण भस्म भूषण घन शिव भस्म सरे ग म प म प नि प म ग म प स नि प म ग म नि ग म प भस्म भूषण घन शिव भस्म भस्म भूषण अंगन शिव भस्म भस्म भस्म। थैंक यू। क्या बात, क्या बात, वाह वाह वाह, क्या बात है। आवाज़ तो इतनी खूबसूरत है ही है। दिपिन जी, अगेन दिपिन जी यहाँ पर मल्टीटास्किंग कर रहे हैं क्योंकि इलेक्ट्रॉनिक तबला और इलेक्ट्रॉनिक ਕਿਹਨੂੰ ਕਹਿੰਦਾ ਤਾਨਪੁਰਾ, ਤੇ ਉਹਨਾਂ ਨੂੰ ਆਪਸ 'ਚ ਤਾਲਮੇਲ ਉਹਨਾਂ ਦੀ ਵੀ ਕਰਨਾ, ਉਹਨਾਂ ਦੀ ਵੀ ਵੋਲੀਅਮ ਸੈੱਟ ਕਰਨੀ ਔਰ ਤਬਲੇ ਦਾ ਵੀ ਰਿਦਮ ਸੈੱਟ ਕਰਨਾ, ਤੇ ਉਸ ਤੋਂ ਬਾਅਦ ਫਿਰ ਗਾਣਾ। ਕੀ ਬਾਤ ਹੈ ਸਰ। ਸ਼ੁਕਰੀਆ ਜੀ। ਔਰ ਤੁਹਾਡੀ ਰਿਕਾਰਡਿੰਗਸ ਤੇ ਸੁਣੀਆਂ ਨੇ ਸਾਰੇ। ਅੱਜ ਮਿਸਟਰ ਗਿੱਲ ਨੂੰ ਮੈਂ ਬੋਲਣ ਦਾ ਮੌਕਾ ਹੀ ਨਹੀਂ ਦੇਣਾ। ਗੋ ਫॉर इट। ਨਹੀਂ ਨਹੀਂ ਨਿਖਿਲਪ੍ਰੀਤ ਸਿੰਘ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਲਿਖ ਰਹੇ ਨੇ। ਦੀਪਨ ਜੀ, ਬੌਬ ਸਿੰਘ ਲਿਖ ਰਹੇ ਨੇ ਸਤਿ ਸ੍ਰੀ ਅਕਾਲ ਮਿਸਟਰ ਮਿਸਿਸ ਗਿੱਲ ਐਂਡ ਦੀਪਨ ਜੀ। ਸਮਰਦੀਪ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਸੁਖਵੰਤ ਸਿੰਘ ਸ਼ੁਕਰਾਨਾ ਕਰ ਰਹੇ ਨੇ। ਸੁਖਵੰਤ ਸਿੰਘ ਲਿਖਣਾ ਬਹੁਤ ਗੁਣੀ ਭਾਜੀ। ਸੁਖਵੰਤ ਸਿੰਘ ਕਹਿੰਦੇ ਸੁਰੀਲੇ ਭਾਜੀ। और डॉली दीदी वंस अगेन जीते रहो जीते रहो जीते रहो। क्या बात है। शुक्रिया दीदी।
ਬਹੁਤ ਖੂਬਸੂਰਤ ਤੁਸੀਂ ਗਾਇਆ। ਤੁਸੀਂ ਕਿਹਾ ਰਾਗ ਜੋਗ ਜੋਗ ਸੀਗਾ ਇਹ, ਰਾਈਟ? ਰਾਗ ਤੇ ਇਹ ਇੰਨੀ ਪੁਰਾਣੀ ਕੰਪੋਜੀਸ਼ਨ ਤੁਹਾਨੂੰ ਯਾਦ ਰਹੀ 16 ਸਾਲ ਪਹਿਲਾਂ ਸੁਣੀ? ਜੀ ਮੈਨੂੰ ਯਾਦ ਸੀ, ਬਿਕੋਜ਼ ਗੁਰੂ ਜੀ ਨੇ ਤਾਲੀਮ ਇਸ ਤਰ੍ਹਾਂ ਦੀ ਦਿੱਤੀ ਕਿ ਮੇਰੀ ਅੱਜ ਤੱਕ ਕੋਈ ਕਾਪੀ ਨਹੀਂ ਹੈ। ਹੁਣ ਮੈਨੂੰ 17-18 ਸਾਲ ਹੋ ਗਏ ਨੇ। ਉਹ ਕਹਿੰਦੇ ਜੋ ਵੀ ਯਾਦ ਕਰਨਾ ਆਪਣੇ ਅੰਦਰ ਯਾਦ ਕਰੋ। ਸੋ ਜੇ ਤੁਹਾਡੀ ਕਾਪੀ ਗਵਾਚ ਜਾਏਗੀ ਤੁਹਾਡਾ ਸੰਗੀਤ ਗਵਾਚ ਜਾਏਗਾ, ਇਸ ਕਰਕੇ ਕਾਪੀ ਲਵਾਈ। ਯਾਨੀ ਕਿ ਮੈਮਰੀ ਬੜੀ ਸ਼ਾਰਪ ਹੈ। ਹੁਣ ਮਤਲਬ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਉਹਨਾਂ ਨੇ, ਔਰ ਕਿ ਜੋ ਵੀ ਬੇਸ਼ੱਕ ਉਹ ਕਹਿੰਦੇ 100 ਵਾਰੀ ਚੀਜ਼ ਨੂੰ ਸੁਣੋ ਪਰ ਤੁਹਾਨੂੰ ਬਾਈ ਹਾਰਟ ਯਾਦ ਹੋਣੀ ਚਾਹੀਦੀ, ਉਹਦਾ ਭਾਵ ਅਲੱਗ ਹੋ ਜਾਂਦਾ। ਨਹੀਂ ਤਾਂ ਮੈਂ ਪੁੱਛਣ ਲੱਗਾ ਸੀ ਕਿਹੜੀ ਚੱਕੀ ਦਾ ਆਟਾ ਖਾਂਦੇ ਹੋ ਦੀਪੇਨ ਜੀ? ਹਾਂ, ਕਿ ਮੈਮਰੀ ਸ਼ਾਰਪ ਹੋ ਜਾ ਕਰੇ। ਵੈਸੇ ਮੈਂ ਦੇਖਿਆ ਕਿ ਮੋਸਟਲੀ ਜਿੰਨੇ ਆਪਣੇ ਆਰਟਿਸਟ ਨੇ ਕਲਾਸੀਕਲ ਜਾਂ ਉਹਨਾਂ ਸਾਰਿਆਂ ਦੀ ਮੈਮਰੀ ਬਹੁਤ ਸ਼ਾਰਪ ਹੈ। ਹਾਂਜੀ, ਕਿਉਂਕਿ ਇਹ ਜਿਹੜਾ ਇੰਡੀਅਨ ਕਲਾਸੀਕਲ ਮਿਊਜ਼ਿਕ ਹੈ ਨਾ, ਆਮ ਤੌਰ 'ਤੇ ਜਿਹੜਾ ਵੈਸਟਰਨ ਮਿਊਜ਼ਿਕ ਹੈ ਲਿਖਿਆ ਜਾਂਦਾ ਜੀ, ਜਿੰਨੀ ਸਿੰਫਨੀ ਹੁੰਦੀ ਨੇ ਸਭ ਲਿਖਿਆ ਮਿਊਜ਼ਿਕ ਵਜਾਉਂਦੇ ਨੇ। ਇੱਕ ਇੰਡੀਅਨ ਕਲਾਸੀਕਲ ਹੀ ਹੈ, ਹਰ ਬੰਦਾ ਉਹਨਾਂ ਸੁਰਾਂ 'ਚ ਵੀ ਆਪਣੇ ਹੀ ਚੀਜ਼ਾਂ ਬਣਾ ਕੇ ਆਪਣੇ ਹੀ ਪਲਟੇ ਔਰ 2-2 3-3 ਘੰਟੇ ਗਾਈ ਜਾਂਦਾ ਔਰ ਵਜਾਈ ਜਾਂਦਾ। ਔਰ ਅੱਛੀ ਗੱਲ ਹੈ ਕਿ ਜਦੋਂ ਦੂਸਰੀ ਕਨਸਰਟ 'ਚ ਜਾਂਦਾ ਸਾਰਾ ਕੁਝ ਹੀ ਬਦਲ ਜਾਂਦਾ। ਬਿਲਕੁਲ ਆਪਣੀ ਕੰਪੋਜੀਸ਼ਨ ਨੂੰ ਅਲੱਗ ਕਰਕੇ ਗਾ ਲੈਂਦੇ ਨੇ। ਸੋ ਇਹ ਇੰਡੀਅਨ ਕਲਾਸੀਕਲ ਦੀ ਖਾਸ ਗੱਲ ਹੈ ਔਰ ਇਹ ਹੀ ਸ਼ਾਇਦ ਰੀਜ਼ਨ ਹੈ ਕਿ ਤੁਹਾਡੇ ਵਰਗੇ ਆਰਟਿਸਟ ਇਹਨਾਂ ਦੀ ਮੈਮਰੀ ਬਹੁਤ ਹੀ ਤਗੜੀ ਹੈ। ਜੀ ਜੀ। ਤੇ ਦੀਪੇਨ ਜੀ, ਦੂਸਰਾ ਮੈਂ ਹੁਣ ਪਤਾ ਨਹੀਂ ਤੁਸੀਂ ਔਨ 에ਅਰ ਕਹਿਣਾ ਚਾਹੋਗੇ, ਸ਼ਾਦੀ ਹੋ ਗਈ ਹੈ? ਸ਼ਾਦੀ ਹੋ ਗਈ ਹੈ ਜੀ, ਬਿਲਕੁਲ ਔਨ 에ਅਰ। ਤਾਂ ਮੈਂ ਤਾਂ ਕਿੰਨੀਆਂ ਫੋਟੋ ਤੇ ਵਾਈਫ ਵੀ 뮤직 ਦਾ ਸ਼ੌਂਕ ਰੱਖਦੇ ਆ? ਜੀ ਬਿਲਕੁਲ। ਉਹਨਾਂ ਨੇ ਬੇਸਿਕਲੀ ਸ਼ੀ ਇਜ਼ ਅ ਡਾਕਟਰ, ਉਹ ਐਮਐਸ ਨੇ, ਸਰਜਨ ਹੈ, ਬਟ 뮤직 ਦੀ ਵੀ ਐਮਏ ਕੀਤੀ ਹੋਈ ਉਹਨੇ। ਅਰੇ ਵਾਹ, ਕੀ ਬਾਤ ਹੈ, ਕੀ ਬਾਤ। ਇਹ ਤਾਂ ਵੈਰੀ ਰੇਅਰ ਕੰਬੀਨੇਸ਼ਨ। ਯੈਸ, ਵੈਰੀ ਰੇਅਰ। ਮੈਨੂੰ ਤਾਂ ਸਾਡੀ ਨਵੀਂ ਸ਼ਾਦੀ ਹੋਈ ਸੀ ਤਾਂ ਕਿਸੇ ਵੇਲੇ ਉਹ ਜਿਸ ਤਰ੍ਹਾਂ ਹੁੰਦਾ ਨਾ ਕ੍ਰੀਏਟਿਵ ਮਾਈਂਡ ਕਲਾਕਾਰ ਉਪਜ ਕਰਦਾ ਰਹਿੰਦਾ, ਸੋ ਮੈਂ ਬੜਾ ਬਿਟੀ भावना ने किया। किसी ने पूछा आप क्या करते हैं, तो मैं कहा ये सर्जन है और मैं सिर्जन हूँ, कंपोजर। क्या बात है, क्या बात। तो ये सब चलता रहता मजाक, और म्यूजिकल मजाक बहुत होता है। अच्छी गल है। और मैं कहांगी कि ਉਹਨਾਂ ਨਾਲ ਵੀ ਮੁਲਾਕਾਤ ਅੰਮ੍ਰਿਤਸਰ 'ਚ ਹੀ ਹੋਈ ਸੀ ਜਾਂ ਕਿਤੇ ਹੋਰ? ਉਹ ਮੇਰੇ ਫਾਦਰ ਦੇ ਸਟੂਡੈਂਟ ਸੀਗੇ। ਹੈ ਉਹਨਾਂ ਕੋਲ ਬਣਾਉਂਦੇ ਸੀ ਘਰ। ਤੇ ਤੁਹਾਡੇ ਗੁਰ ਭਾਈ ਕੀ ਤੇਰੇ ਗੁਰ ਭੈਣ ਹੋਈ? ਚਲੋ ਅੱਛੀ ਗੱਲ ਹੈ ਨਾ, ਘਰ ਦਾ ਇੰਸਟੀਟਿਊਟ ਪੂਰਾ ਬਰਾਬਰ। ਔਰ ਇਸ ਗੱਲ 'ਚ ਐਕਚੁਅਲੀ ਮਤਲਬ ਪਿਤਾ ਜੀ ਸੰਗੀਤ ਸਿਖਾ ਰਹੇ ਸੀ, ਤੁਸੀਂ ਕੁਝ ਹੋਰ ਸਿੱਖਣਾ ਚਾਹ ਰਹੇ ਸੀ? ਕਿਸੇ ਹੋਰ ਪਾਸੇ ਤੁਰ ਗਏ। ਸੋ ਲਵ ਮੈਰਿਜ ਹੈ ਫਿਰ? ਤਾਈ ਮੈਂ ਬਿਲਕੁਲ ਜੀ। ਵਾਹ, ਤਾਈ ਮੈਂ ਕਿਹਾ ਜਿਹੜੇ ਕਪਲ ਜੋਗ ਇੰਨੇ ਸਾਰੇ ਕਰਦੇ ਆ, ਉਹ ਵੀ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ, ਤਾਂ ਕੁਝ ਨਾ ਕੁਝ ਮਿਲਦਾ ਸਾਰਿਆਂ 'ਚ। ਔਰ ਤੁਹਾਨੂੰ ਇੱਕ ਫੈਕਟ ਦੱਸਾਂ, ਮੇਰੇ ਜਿਹੜੇ ਮੰਮਾ ਨੇ ਉਹ ਮੇਰੇ ਦਾਦਾ ਜੀ ਦੇ ਸਟੂਡੈਂਟ ਸੀ। ਕੀ ਬਾਤ ਹੈ, ਲੈਗੇਸੀ। ਸਰ ਤੁਹਾਡਾ ਕੋਈ ਬੇਟਾ ਹੈ? ਨਹੀਂ, ਹਲੇ ਨਹੀਂ। ਚਲੋ ਮਹਾਰਾਜ ਕਰੇ ਹੋ ਜਾਣਾ। ਹਾਂ ਚਲੋ, ਅਸੀਂ ਅਰਦਾਸ ਕਰਾਂਗੇ ਕਿ ਡੈਫੀਨਿਟਲੀ ਫੈਮਿਲੀ। ਮਤਲਬ ਤੁਸੀਂ ਕੁੜੀ ਖੂਬਸੂਰਤੀ ਕਰਕੇ ਪਸੰਦ ਕਰਦੇ ਹੋ ਕਿ ਅੱਛਾ ਗਾਉਂਦੀ ਇਸ ਕਰਕੇ ਪਸੰਦ ਕਰਦੇ ਹੋ? ਅਸੀਂ ਕੌਣ ਹੁੰਦੇ ਆ ਜੀ ਪਸੰਦ ਕਰਨ ਵਾਲੇ? ਹਾਏ ਹਾਏ, ਜੋ ਦਿਲ ਨੂੰ ਭਾ ਗਿਆ ਹੈ ਨਾ। ਚਲੋ ਅੱਛੀ ਗੱਲ ਹੈ। ਸੋ ਮਤਲਬ ਪਹਿਲ ਤੁਹਾਡੇ ਤੋਂ ਹੋਈ ਸੀ ਕਿ ਕੁੜੀ ਤੋਂ ਹੋਈ ਸੀ? ਹੁਣ ਤੇ ਯਾਦ ਨਹੀਂ, ਜਦੋਂ ਹੁੰਦਾ ਤਾਂ ਮਿਊਚੁਅਲ ਹੀ ਹੁੰਦਾ। ਠੀਕ ਹੈ, ਵੈਰੀ ਗੁੱਡ। ਇਹ ਗੱਲ ਤਾਂ ਸਹੀ ਹੈ। ਔਰ ਦੀਪਿਨ ਜੀ, ਫਿਰ ਇਸ ਤਰ੍ਹਾਂ ਕਦੀ ਹੋਇਆ ਕਿ ਵਿਆਹ ਤੋਂ ਬਾਅਦ ਤੁਸੀਂ ਬਿਮਾਰ ਹੋਏ ਹੋ ਤਾਂ ਘਰ ਦਾ ਇੰਜੈਕਸ਼ਨ ਵੀ ਉਹੀ ਲੈ ਕੇ ਆ ਰਹੀ ਹੈ ਤੇ ਇਲਾਜ ਕਰ ਰਹੀ? ਮੈਂ ਇਹ ਗੱਲ ਮੈਂ ਸ਼ੇਅਰ ਕਰ ਸਕਦਾ, ਕਿਉਂਕਿ ਜਦੋਂ ਮੈਨੂੰ ਪਿੱਛੇ ਕੋਵਿਡ ਹੋਇਆ ਸੀ ਜੀ, ਸੋ ਸਾਰੇ ਧਿਆਨ ਉਹਨੇ ਹੀ ਰੱਖਿਆ ਸੀ, ਮੈਨੂੰ ਵੀ ਔਰ ਮੇਰੇ ਡੈਡ ਨੂੰ ਵੀ। ਵੈਸੇ ਸੀ ਬਹੁਤ ਥੋੜਾ ਜਿਹਾ ਕ੍ਰਿਟੀਕਲ ਹੋ ਗਿਆ ਸੀ ਮੇਰਾ ਕੇਸ, ਬਟ ਸ਼ੀ ਮੈਨੇਜ ਐਵਰੀਥਿੰਗ ਐਟ ਹੋਮ। ਸਾਰਾ ਉਹਨੇ ਕੀਤਾ ਸੀ। ਅੱਜ ਮੈਂ ਟੀਵੀ ਦੇ ਰਾਏ ਉਹ ਸਾਰੇ ਡਾਕਟਰਾਂ ਨੂੰ ਨਮਸਕਾਰ ਕਰਨਾ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਸਾਂਭਿਆ ਹੈਗਾ। ਇੱਕ ਐਸਾ ਪੇਸ਼ਾ ਹੈਗਾ ਕਿ ਕਹਿੰਦੇ ਨੇ ਕਿ ਵਾਕਈ ਹੀ ਡਾਕਟਰ ਜਿਹੜਾ ਰੱਬ ਰੂਪ ਹੈ। ਆਪਾਂ ਮਾਂ-ਬਾਪ ਨੂੰ ਰੱਬ ਰੂਪ ਕਹਿੰਦੇ, ਡਾਕਟਰ ਵੀ ਰੱਬ ਰੂਪ ਹੀ ਹੈਗਾ। ਸੋ ਵਾਂਸ ਅਗੇਨ ਥੈਂਕ ਯੂ ਟੂ ਆਲ ਦ ਡਾਕਟਰਸ ਫॉर ਸੇਵਿੰਗ ਆਲ ਦ ਪੀਪਲ ਅਰਾਊਂਡ ਦ ਵਰਲਡ। ਬਿਲਕੁਲ, ਫਰੰਟ ਲਾਈਨ ਤੇ ਜਿਹੜੇ ਜਿੰਨੇ ਵੀ ਕੋਵਿਡ ਦੇ ਵਿੱਚ ਫਰੰਟ ਲਾਈਨ ਤੇ ਜਿਹੜੇ ਸਾਹਮਣੇ ਹੈਗੇ ਨੇ, ਉਹਨਾਂ ਨੂੰ ਸਾਡਾ ਸਲੂਟ ਹੈ, ਬਿਕਾਜ਼ ਹੈਟਸ ਆਫ ਟੂ ਯੂ ਗਾਇਸ। ਅਸੀਂ ਤੇ ਬਾਹਰ ਹੀ ਨਹੀਂ ਨਿਕਲੇ ਜਦੋਂ ਦਾ ਕੋਵਿਡ ਹੋਇਆ। ਮਤਲਬ ਆਈ ਡਿਡ ਨਾਟ ਸੋਸ਼ਲਾਈਜ਼। ਈਵਨ ਕਿ ਮੇਰੀ ਬੇਟੀ ਨੂੰ ਹੋਇਆ ਤਾਂ ਮੇਰੀ ਬੇਟੀ ਵੀ ਆਪਣੇ ਕਾਲਜ ਦੇ ਘਰ ਦੇ ਵਿੱਚ ਹੀ ਰਹੀ, ਉਹ ਘਰ ਨਹੀਂ ਆਈ, ਮੇਰੇ ਕੋਲ ਨਹੀਂ ਆਈ। ਮੈਂ ਵਰਿਡ ਸੀਗੀ ਕਿ ਬੇਟਾ ਹਾਊ ਯੂ ਗੋਨਾ ਮੈਨੇਜ, ਤੈਨੂੰ ਬੁਖਾਰ ਚੜ੍ਹ ਗਿਆ ਜਾਂ ਤੂੰ ਠੀਕ ਨਹੀਂ ਹੋਏਂਗੀ ਤੇ ਹੂਜ਼ ਗੋਨਾ ਟੇਕ ਕੇਅਰ ਆਫ ਯੂ। ਤੇ ਉਹ ਵੀ ਮੈਡੀਕਲ ਸਟੂਡੈਂਟ ਹੈ
ਤੇ ਅਰੇ ਵਾਹ। ਕਹਿੰਦੀ ਆਈ ਵਿਲ ਟੇਕ ਕੇਅਰ ਆਫ ਮਾਈ ਸੈਲਫ, ਬਟ ਮੈਂ ਨਹੀਂ ਚਾਹੁੰਦੀ ਕਿ ਘਰ ਦੇ ਵਿੱਚ ਆ ਕੇ ਮੈਂ ਤੁਹਾਨੂੰ ਤਿੰਨੋਂ ਬਿਮਾਰ ਕਰਾਂ, ਯੂ ਨੋ। ਤੇ ਅਸੀਂ ਉਹੀ ਕਹਿ ਰਹੀ ਕਿ ਅਸੀਂ ਕਿੰਨਾ ਡਰ ਡਰ ਕੇ ਰਹਿ ਰਹੇ ਹਾਂ, ਲੇਕਿਨ ਹੈਟਸ ਆਫ ਟੂ ਦੈਮ, ਹੈਟਸ ਆਫ ਟੂ ਆਲ ਦੀ ਫਰੰਟ ਲਾਈਨ ਪੀਪਲ ਹੂਜ਼ ਹੈਲਪਿੰਗ, ਆਲ ਦੀ ਡਾਕਟਰ, ਨਰਸਿਸ, ਵੋਲੰਟੀਅਰਸ, ਜੋ ਹੈਲਪ ਕਰ ਰਿਹਾ ਇਸ ਟਾਈਮ, ਚਾਹੇ ਲੰਗਰ ਦੀ ਸੇਵਾ ਕਰ ਰਿਹਾ, ਚਾਹੇ ਜਿਹੜੀ ਵੀ ਸੇਵਾ ਕਰ ਰਿਹਾ, ਸਾਰਿਆਂ ਨੂੰ ਸਾਡਾ ਸਲਾਮ ਹੈ। ਬਿਲਕੁਲ। ਔਰ ਪਲੀਜ਼ ਸਟੇ ਸੇਫ ਐਂਡ ਡੂ ਵੇਅਰ ਮਾਸਕ ਅਗੇਨ, ਪਲੀਜ਼ ਡੂ ਵੇਅਰ ਮਾਸਕ, ਕਿਉਂਕਿ ਕੋਵਿਡ ਤੋਂ ਬਾਅਦ ਬਹੁਤ ਸਾਰੇ ਸਿੰਟਮਸ ਨੇ ਜਿਹੜੇ ਕਿ ਬਹੁਤ ਟਾਈਮ ਲਾਉਂਦੇ ਨੇ ਰਿਕਵਰ ਹੋਣ ਵਾਸਤੇ। ਮਾਈ ਡਾਟਰ ਇਜ਼ ਪ੍ਰੀਟੀ ਮੱਚ ਵੈਰੀ ਹੈਲਥੀ, ਔਰ ਲੇਕਿਨ ਉਹਨੂੰ ਹਲੇ ਵੀ ਕੰਪਲੀਕੇਸ਼ਨਸ ਆ ਰਹੇ ਹੈ, ਉਹਦਾ ਇਮਿਊਨ ਸਿਸਟਮ ਬਹੁਤ ਡਾਊਨ ਹੈ ਬਿਕਾਜ਼ ਆਫ ਕੋਵਿਡ। ਸੋ ਮੈਂ ਇਹ ਜ਼ਰੂਰ ਤੁਹਾਡੇ ਸ਼ੋਅ ਦੇ ਰਾਹੀਂ ਕਹਿਣਾ ਚਾਹਾਂਗੀ ਕਿ ਜਿੰਨੇ ਸਾਡੇ ਇੰਡੀਆ ਔਰ ਪਾਕਿस्तान 'ਚ ਇਹ ਦੋ ਐਸੇ ਦੇਸ਼ ਨੇ ਜਿਹੜੇ ਕਿ ਰੂਲ, ਉਹ ਕਹਿੰਦੇ ਨੇ ਕੋਵਿਡ ਤੋਂ ਪਤਾ ਹੀ ਨਹੀਂ, ਇਹ ਬਾਹਰ ਕੇ ਦੇਸ਼ੋਂ में ही है, यहाँ है ही नहीं है कोविड, ਉਹ ਇਹ ਕਹਿ ਰਹੇ ਨੇ, ਹੈ ਨਾ। ਲੇਕਿਨ ਕੋਵਿਡ ਹੈਗਾ ਹੈ ਜੀ, ਉਹ ਤੁਹਾਡੀ ਬਾਡੀ ਫਾਈਟ ਕਰ ਰਹੀ, ਉਹ ਅਲੱਗ ਗੱਲ ਹੈ। ਮੈਂ ਜਦੋਂ ਠੀਕ ਹੋ ਕੇ ਘਰ, ਮਤਲਬ ਮੈਂ ਘਰ ਹੀ ਸੀਗਾ ਜਦੋਂ ਮੈਂ ਠੀਕ ਹੋ ਕੇ, ਲੋਕੀ ਮੈਨੂੰ ਮਿਲਣ ਆ ਰਹੇ, ਉਹ ਮੈਨੂੰ ਮਿਲਣ ਵੀ ਆ ਰਹੇ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਕੋਵਿਡ ਤੇ ਹੈ ਹੀ ਨਹੀਂ। ਮੈਨੂੰ ਪੁੱਛੋ ਜਿਹੜਾ 10 ਦਿਨ ਤੱਕ ਬੈੱਡ ਤੇ ਪਿਆ ਹੋਇਆ ਸੀ, ਖਾਰ ਹੋਇਆ। ਚਲੋ ਚਲੋ ਸ਼ੁਕਰ ਹੈ ਬਚਾਅ ਹੋ ਗਿਆ। ਤੇ ਹੁਣ ਆਪਾਂ ਇਸ ਕੋਵਿਡ ਦੇ ਮਾਹੌਲ ਚੋਂ ਬਾਹਰ ਨਿਕਲਨੇ, ਕੁਝ ਖੂਬਸੂਰਤ ਜਿਹੇ ਮਾਹੌਲ 'ਚ ਚੱਲਨੇ ਆ। ਹੁਣ ਦੱਸੋ, ਹੁਣ ਕਿਹੜੀ ਸਰਗਮ ਛੇੜੋਗੇ ਤੁਸੀਂ? ਜੇ ਤੁਹਾਡਾ ਕੁਝ ਮਨਪਸੰਦ ਦਾ ਕੋਈ ਰਾਗ ਹੈ ਜਿਹੜਾ ਮੈਂ ਕੋਸ਼ਿਸ਼ ਕਰ ਸਕਦਾ ਜਾਂ ਤੁਹਾਨੂੰ ਅੱਛਾ ਲੱਗਦਾ ਹੋਵੇ? ਮੈਨੂੰ ਰਾਗ ਪਹਾੜੀ ਪਸੰਦ ਨੇ, ਕਿਉਂਕਿ ਤੁਸੀਂ ਅੰਮ੍ਰਿਤਸਰ, ਪਹਾੜੀ 'ਚ ਕੁਝ ਹੋ ਜਾਏ, ਜਾਂ ਪੀਲੂ ਹੋ ਜਾਏ, ਜਾਂ ਦੇਸ਼ ਹੋ ਜਾਏ, ਜਾਂ ਵਟਐਵਰ। ਹਾਂ, ਦੇਸ਼ 'ਚ ਮੈਂ ਸੁਣਾਣਾ, ਦੇਸ਼ ਮੇਰਾ ਬਹੁਤ ਰਾਈਟ, ਮੈਂ ਹੁਣੇ ਸੁਣਾਣਾ। ਮੇਰਾ ਵੀ ਦੇਸ਼ ਫੇਵਰੇਟ ਹੈ। ਮੈਨੂੰ ਭੈਰਵੀ ਪਸੰਦ ਹੈ ਜ਼ਿਆਦਾ, ਕਿਉਂਕਿ ਰਾਜਸਥਾਨ ਦਾ ਫੇਵਰੇਟ ਰਾਗ ਦੇਸ਼ ਹੈ, ਮੈਨੂੰ ਰਾਜਸਥਾਨ ਬਹੁਤ ਪਸੰਦ ਹੈ। क्या बात। Can't help it. कर्म कर दीजे, कर्म कर दीजे, कर दीजे ख्वाजा मुइनुद्दीन, क्या बात। ख्वाजा मुइनुद्दीन, कर्म करा कर दीजे, करम तुम हो ख्वाजा, क्या बात। तुम हो ख्वाजा पीरन के पीर, तुम तुम हो ख्वाजा पीरना के पीर, बलियन के ताज इनायत की शर्म रख लीजिए, कर्म कर दीजिए, कर करती कर दीजिए, कर्म कर दीजिए।
ਥੈਂਕ ਯੂ। ਵਾਹ 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 ਵਾਹ। ਦੀਪੇਨ ਜੀ, ਸਾਡੇ ਹਿੰਦੁਸਤਾਨ ਦੀ ਇੱਕ ਬਹੁਤ ਅੱਛੀ ਗੱਲ ਹੈ ਜਿਹੜੀ ਕਿ ਬਹੁਤ ਹੀ ਖੂਬਸੂਰਤ ਹੈ, ਔਰ ਤੁਸੀਂ ਅੰਮ੍ਰਿਤਸਰ 'ਚ ਰਹਿ ਰਹੇ ਹੋ, ਪਿੱਛੇ ਤੁਹਾਡੇ ਸਰਸਵਤੀ ਮਾਂ ਹੈ, ਸ਼ਿਵ ਤੋਂ ਤੁਸੀਂ ਸ਼ੁਰੂ ਕੀਤਾ ਤੇ ਹੁਣ ਖਵਾਜਾ ਪੀਰ ਤੇ ਤੁਸੀਂ ਆ ਗਏ। ਜੀ ਜੀ ਜੀ, ਇਹ ਹਿੰਦੁਸਤਾਨ, ਇਹ ਸੰਗੀਤ ਹੈ ਸਾਡਾ। ਬਿਲਕੁਲ। ਕੋਈ ਬਿਲਕੁਲ। ਮਜ਼ਹਬ ਨਹੀਂ, ਕੋਈ ਇਹ ਨਹੀਂ ਕਿ ਮੈਂ ਆ ਨਹੀਂ ਗਾਣਾ, ਆਹ ਮੈਂ ਨਹੀਂ ਆ ਨਹੀਂ ਗਾਣਾ ਨੇ, ਗਾਣਾ। ਉਹ ਨਾ ਨਥਿੰਗ। ਇਹਨਾਂ ਨੂੰ ਮੈਂ ਗੁਰਬਾਣੀ ਕਰਦੇ ਵੀ ਦੇਖਿਆ, ਇਹਨਾਂ ਨੂੰ ਮੈਂ ਕੀਰਤਨ ਵੀ ਗਾਉਂਦੇ ਦੇਖਿਆ। ਜੀ, ਯਾਰ ਪਹਿਲੀ ਗੱਲ ਤੇ ਜੋ ਗਾਉਂਦੇ ਹੋ ਤੁਸੀਂ, ਕਿਆ ਬਾਤ ਹੈ। ਨਿਚਲੇ ਸੁਰ ਤੋਂ ਲੈ ਕੇ ਉਤਲੇ ਸੁਰ ਤੱਕ ਅਮੇਜ਼ਿੰਗ, ਔਰ ਟ੍ਰਾਂਜੀਸ਼ਨ ਸਮੂਥਨੈਸ, ਇੱਕ ਸਰਗਮ ਤੋਂ ਦੂਸਰੇ ਤੱਕ ਜਾਣਾ, ਫਿਰ ਦੂਸਰੇ ਤੋਂ ਤੀਸਰੇ 'ਚ ਜਾਣਾ, ਕਿਆ ਬਾਤ ਹੈ। ਆਫ ਕੋਰਸ ਕਿਉਂਕਿ ਟੀਚਰ ਤੇ ਹੋ ਹੀ ਹੋ ਤੁਸੀਂ, ਬਟ ਵਾਟ ਅ ਬਿਊਟੀਫੁਲ ਵੌਇਸ ਕੁਆਲਿਟੀ, ਔਰ ਕਿਤੇ ਚੇਂਜ ਨਹੀਂ ਹੁੰਦੀ, ਪੂਰੀ ਬਰਕਰਾਰ ਰਹਿੰਦੀ ਹੈ। ਨਹੀਂ ਤਾਂ ਆਪਾਂ ਹਾਈ ਪਿਚ ਜਾਈਏ ਤੇ ਆਵਾਜ਼ ਦਾ ਟੈਕਸਚਰ ਕਈ ਚੇਂਜ ਕਰ ਲੈਂਦੇ ਆ, ਔਰ ਲੇਕਿਨ ਤੁਹਾਡਾ ਨਹੀਂ ਚੇਂਜ ਹੋਇਆ। ਅਮੇਜ਼ਿੰਗ। ਨਾ ਆਵਾਜ਼ ਚੇਂਜ ਹੋਇਆ ਤੁਹਾਡਾ, ਨਾ ਹੀ ਐਕਸਪ੍ਰੈਸ਼ਨ। ਹਾਂ ਉਹੀ ਮੈਂ ਕਿਹਾ, ਨਾ ਹੀ ਤੁਹਾਡਾ ਐਕਸਪ੍ਰੈਸ਼ਨ। ਬੰਦਾ ਐਂ ਸੋਚੇ ਕਿ ਅੱਗੇ ਕਿਤੇ ਕੋਈ ਟੇਪ ਟੂਪ ਲਾ ਕੇ ਨਾ, ਕੋਈ ਬੰਦਾ ਸੀਡੀ ਲਾ ਕੇ ਬੈਠਾ ਐਂ ਤਲੋ ਆ ਡੀਜੇ ਅੰਗਰ ਰੰਜਨ ਚਲਾਣ ਦੇ ਮੁਰਗੀਆਂ ਵੀ ਨਿਕਲ ਰਹੀਆਂ ਨੇ ਇਦਾਂ ਦਾ ਕਰਕੇ। ਆਈ ਵਿਸ਼ ਗੁਰੂ ਆਸ਼ੀਰਵਾਦ ਹੈ, ਉਹਨਾਂ ਦੀ ਕਿਰਪਾ ਸਾਰੀ, ਉਹਨਾਂ ਦੀ ਮਿਹਨਤ ਹੈ, ਔਰ ਰਹਿਮਤ ਵੀ ਉਹਨਾਂ ਦੀ। ਤਸਕੀਨ ਅਲੀ ਵਾਰਸੀ ਹਾਰਮੋਨੀਅਮ ਲਿਖ ਰਹੇ ਨੇ, ਵਾਹ ਜੀ। ਸਨਈਆ ਰਾਜ ਤੁਹਾਨੂੰ ਆਪਣਾ ਦਿਲ ਭੇਜ ਰਹੇ ਨੇ। ਸੀਮਾ ਬਲ ਤੁਹਾਨੂੰ ਨਮਸਕਾਰ ਤੇ ਫੁੱਲ ਭੇਜ ਰਹੇ ਨੇ। ਤੇਰਾ ਸੈਣੀ ਤੁਹਾਨੂੰ ਦਿਲ ਤੇ ਨਮਸਕਾਰ, ਤੇਰਾ ਸੈਣੀ ਕਿਆ ਬਾਤ ਹੈ। ਵਿਸ਼ਾਲ ਸ਼ਰਮਾ ਪ੍ਰਣਾਮ ਟੂ ਗੁਰੂ ਜੀ, ਰਾਗਾ ਸੋਹਣੀ ਸੁਣਾ ਦਿਓ ਪਲੀਜ਼। ਓਕੇ, ਤੁਹਾਡਾ ਕੁਝ ਸ਼ਾਗਿਰਦ ਹੋਣੇ। ਵਿਵੇਕ ਕਿਲਜ਼ਾਰਕਰ ਬਹੁਤ ਖੂਬ। ਡੋਲੀ ਦੀਦੀ ਲਿਖ ਰਹੇ ਨੇ, ਦੀਪੇਨ ਹੈਜ਼ 2 ਅਮੇਜ਼ਿੰਗ ਮਿਊਜ਼ਿਕ ਅਕੈਡਮੀਜ਼ ਐਂਡ ਟ੍ਰੇਨਿੰਗ ਸੋ ਮੈਨੀ ਸਟੂਡੈਂਟਸ। ਸੋ ਇਹ ਤੁਹਾਡੀਆਂ ਥੈਂਕ ਯੂ ਦੀਦੀ, ਅਸੀਂ ਆ ਰਹੇ ਹਾਂ ਉੱਤੇ ਵੀ ਹੌਲੀ ਹੌਲੀ। ਡੋਲੀ ਦੀਦੀ ਮੇਰਾ ਪੂਰਾ ਵਿਕੀਪੀਡੀਆ ਉਹਨਾਂ ਕੋਲ ਹੈ। ਆਈ ਨੋ ਰਾਈਟ। ਡੋਲੀ ਨਹੀਂ, ਇਕੱਲਾ ਤੁਹਾਡਾ ਨਹੀਂ ਹੈ। ਇੱਕ ਮਿੰਟ, ਡੋਲੀ ਦੀਦੀ ਐਨਸਾਈਕਲੋਪੀਡੀਆ, ਠੀਕ ਆ। ਦੁਨੀਆ ਦੇ ਜਿੰਨੇ ਆਰਟਿਸਟ ਨੇ ਉਹ ਸਾਰੇ ਇਸ ਇੰਸਟੀਚਿਊਟ ਚ ਹੋ ਕੇ ਬਾਹਰ ਆਏ ਹੋਏ ਨੇ। ਅਮੇਜ਼ਿੰਗ ਬਈ, ਇੰਨਾ ਮਤਲਬ ਗਿਆਨ ਬਹੁਤ ਦੀਦੀ ਦਾ ਹਮੇਸ਼ਾ ਬਹੁਤ ਪਿਆਰ ਕਰਦੇ ਨੇ। ਸੇਮ ਹੀਅਰ, ਵੀ ਲਵ ਯੂ ਦੀਦੀ, ਵਾਟ ਅ ਸਵੀਟ ਪਰਸਨ। ਔਰ ਅਸੀਂ ਸੋਚਦੇ ਹਾਂ ਕਿ ਇੰਸਪੀਰੇਸ਼ਨ ਜਦੋਂ ਅਸੀਂ ਲੈਂਦੇ ਹਾਂ ਤੇ ਇਸ ਤਰ੍ਹਾਂ ਦੇ ਦੀਦੀ ਵਰਗੇ ਸਾਡੇ ਕੋਲ ਟਫ ਕੰਪੀਟੀਸ਼ਨ ਹੁੰਦਾ ਹੈ, ਕਿਸ ਤਰ੍ਹਾਂ ਦਾ ਇੰਪ੍ਰੈਸ਼ਨ। ਇੱਕ ਕਮੈਂਟ ਜ਼ਰੂਰ ਪੜੂੰਗਾ। ਸੁਨੀਲ ਸਰੂਪ ਲਿਖ ਰਹੇ ਨੇ, ਕਿਆ ਬਾਤ ਹੈ ਦੀਪੇਨ ਭਾਈ, ਪ੍ਰਾਊਡ ਆਫ ਯੂ। ਰਮੇਸ਼ ਕੁਮਾਰ ਲਿਖ ਰਹੇ ਨੇ, ਹੀ ਇਜ਼ ਵਨ ਆਫ ਲੀਡਿੰਗ ਵਰਸਟਾਈਲ ਸਿੰਗਰ, ਕੰਪੋਜ਼ਰ, ਇੰਸਟਰੂਮੈਂਟਲਿਸਟ ਐਂਡ ਅਬਵ ਆਲ ਪ੍ਰਾਈਡ ਆਫ ਪੰਜਾਬ। सो क्यूट, वेरी नाइस, थैंक यू जी। बहुत बहुत शुक्रिया ईच एंड एवरी वन, क्योंकि आप लिखते हैं तो ये जो आप लिखते हैं, आपके शब्द अनमोल होते हैं, और आर्टिस्ट को यही चाहिए होता है कि उसको सही जगह पर सही प्रेज़ की ज़रूरत होती है। ਹੁਣ ਮੈਂ ਹਿੰਦੀ ਕਿਉਂ ਬੋਲ ਰਹੀ ਹਾਂ आपके मैसेज पढ़ के। ਮੈਨੂੰ ਇੱਕ ਗੱਲ ਦੱਸੋ, ਸਕੂਲ ਡੇਜ਼ 'ਚ ਜਦੋਂ ਤੁਸੀਂ ਸੀਗੇ ਤੇ ਜ਼ਿਆਦਾ ਧਿਆਨ ਪੜ੍ਹਾਈ 'ਚ ਸੀਗਾ ਜਾਂ ਜ਼ਿਆਦਾ ਧਿਆਨ ਸੰਗੀਤ 'ਚ ਸੀਗਾ? ਨਹੀਂ, ਉਹ ਤੇ ਨਜ਼ਰ ਆ ਰਿਹਾ ਸੰਗੀਤ 'ਚ ਸੀ। ਮੈਂ ਕਹਿਣ ਲੱਗੀ ਸੀ ਤੇ ਪੜ੍ਹਾਈ 'ਚ ਕੋਈ ਵੀ ਥੋੜਾ ਬਹੁਤ ਧਿਆਨ ਤੇ ਹੋਣਾ ਹੈ ਪੜ੍ਹਾਈ 'ਚ ਕਿ ਨਹੀਂ? ਨਹੀਂ, ਪੜ੍ਹਾਈ ਤੇ ਹੈਗਾ ਸੀ, ਮੈਂ ਆਨਰਸ ਕੀਤੀ ਹੈ ਮਿਊਜ਼ਿਕ ਦੀ। ਅੱਛਾ ਅੱਛਾ, ਜੀ ਜੀ। ਨਹੀਂ ਤੁਸੀਂ ਚੰਗਾ ਕੰਮ ਕੀਤਾ। ਪੜ੍ਹਾਈ ਵਾਲਾ ਹਿੱਸਾ ਆਪਣੀ ਬੀਵੀ ਨੂੰ ਕਹਿੰਦਾ ਤੂੰ ਡਾਕਟਰ ਬਣ ਜਾ ਤੇ ਮੈਂ ਇਧਰੋਂ ਡਾਕਟਰ ਬਣ ਜਾਣਾ। ਚਲੋ ਹੁਣ ਮੇਰੀ ਕੋਸ਼ਿਸ਼ ਹੈ ਮੇਰੇ ਤੇ ਪੜ੍ਹਾਈ ਹੋਏ, ਜਦੋਂ ਮੈਂ ਬੁੱਢਾ ਹੋ ਜਾਵਾਂ ਮੇਰੇ ਤੇ ਪੜ੍ਹਾਈ ਕੀਤੀ ਜਾਵੇ। ਵਾਹ ਵਾਹ, ਸਰ ਹੋ ਸਕਦਾ ਹੈ। ਹੁਣ ਡੋਲੀ ਦੀਦੀ ਨੇ ਗੱਲ ਛੇੜ ਹੀ ਦਿੱਤੀ ਹੈ ਤੇ ਮੈਂ ਹੁਣ ਉਸ ਟੌਪਿਕ ਤੇ ਆਵਾਂਗੀ ਕਿ ਤੁਸੀਂ ਇੰਸਟੀਚਿਊਟ ਦੇ ਵਿੱਚ, ਜਿਸ ਤਰ੍ਹਾਂ ਦੀਦੀ ਨੇ ਦੱਸਿਆ ਕਿ 2 ਇੰਸਟੀਚਿਊਟ ਹੈਗੇ ਆ, ਦੋਨੋਂ ਪੰਜਾਬ ਦੇ ਵਿੱਚ ਹੀ ਨੇ? ਹਾਂਜੀ ਹਾਂਜੀ, ਇੱਕ ਪਠਾਨਕੋਟ 'ਚ, ਇੱਕ ਅੰਮ੍ਰਿਤਸਰ 'ਚ। ਵਾਹ ਵਾਹ। ਸੋ ਹਾਊ ਡੂ ਯੂ ਟਰੈਵਲ? I mean, I go there once a week। Okay। ਔਰ ਮੇਰੇ ਸੀਨੀਅਰ ਸਟੂਡੈਂਟਸ ਉੱਥੇ ਰਨ ਕਰ ਰਹੇ ਨੇ, ਮੇਰੀ ਵਿਜ਼ਿਟਸ ਹੁੰਦੀਆਂ ਉੱਥੇ ਦਾ ਮੇਰੇ, ਔਰ ਮੈਂ ਬਹੁਤ ਬਿਲਕੁਲ ਇਨੀਸ਼ੀਅਲ ਸਟੂਡੈਂਟਸ ਨਹੀਂ ਲੈ ਰਿਹਾ, ਜਿਹੜੇ ਆਲਰੇਡੀ ਸਿੱਖੇ ਹੋਏ ਨੇ ਜਾਂ ਜਿਹੜੇ ਐਡਵਾਂਸ ਸਿੱਖ ਰਹੇ ਨੇ, ਉਹਨਾਂ ਨੂੰ ਪਠਾਨਕੋਟ ਵਿੱਚ ਕਰ ਰਿਹਾ। ਵਾਹ। ਓਕੇ, ਦੈਟਸ ਗੁੱਡ। ਪ੍ਰੋਪਰ ਸੈਟਅਪ ਇਜ਼ ਇਨ ਅੰਮ੍ਰਿਤਸਰ। ਠੀਕ ਹੈ। ਤੇ ਔਰ ਤੁਹਾਡਾ ਮੈਂ ਜਦੋਂ ਬਾਇਓ ਪੜ੍ਹਿਆ ਤੇ ਉਹਦੇ 'ਚ ਮੈਨੂੰ ਦੇਖਣ ਨੂੰ ਮਿਲਿਆ ਔਰ ਸੁਣਨ ਨੂੰ ਮਿਲਿਆ ਕਿ ਜਿੰਨੇ ਵੀ ਮਿਊਜ਼ਿਕ ਰਿਐਲਿਟੀ ਸ਼ੋਜ਼ ਹੁੰਦੇ ਇੰਡੀਆ ਦੇ ਵਿੱਚ, ਇੰਨੇ ਵੱਡੇ ਵੱਡੇ ਹੋਏ ਆ, ਦੀ ਵੌਇਸ, ਇੰਡੀਅਨ ਕਿਹੜਾ ਸੀ,
हाँ जी इंडियन आइडल हो गया, वॉइस हो गया, ਔਰ ਈਵਨ ਕਿ ਅਦਨਾਨ ਸਾਮੀ ਜੀ ਦਾ ਵੀ ਤੁਸੀਂ ਉਹਨਾਂ ਦਾ ਵੀ ਇੱਕ ਸ਼ੋਅ ਹੋਇਆ ਸੀ ਤੇ ਉਹ ਵੀ ਕੀਤਾ ਤੁਸੀਂ। ਜੀ ਜੀ, ਮੇਰਾ ਇੱਕ ਫਰੈਂਡ ਸੀਗਾ, ਹਲੇ ਵੀ ਹੈ, ਤੋਸ਼ੀ ਸਾਬਰੀ, ਸਾਬਰੀ ਬ੍ਰਦਰਸ ਦੇ ਵਿੱਚੋਂ। ਜੀ ਬਿਲਕੁਲ, ਗੁੱਡ ਸਿੰਗਰ ਤੋਸ਼ੀ ਔਰ ਯੈਸ, ਸੋ ਵੀ ਬੋਥ ਵਰ ਇਨ ਦ ਸੇਮ ਰਿਐਲਿਟੀ ਸ਼ੋਅ ਦ ਵੌਇਸ ਆਫ ਇੰਡੀਆ। ਸੋ ਉਦੋਂ ਵੌਇਸ ਆਫ ਇੰਡੀਆ ਸਟਾਰ ਦੇ ਨਾਲ, ਸਟਾਰ 1 ਸਟਾਰ ਪਲੱਸ ਨਾਲ ਉਹਦੇ ਵਿੱਚ ਆਇਆ ਸੀਗਾ। ਸਟਾਰ 1 ਤੇ ਅਦਨਾਨ ਸਾਮੀ ਜੀ ਦਾ ਸ਼ੋਅ ਆਉਂਦਾ ਸੀ, ਬੋਲ ਬੇਬੀ ਬੋਲ, ਜਿਹੜਾ ਸਕਰੀਨ ਤੇ ਲਿਰਿਕਸ ਵਗੈਰਾ ਪੜ੍ਹ ਕੇ ਕੁਝ ਇਸ ਤਰ੍ਹਾਂ ਦਾ ਇੱਕ ਗੇਮ ਸ਼ੋਅ ਟਾਈਪ ਸੀ, ਮਿਊਜ਼ੀਕਲ ਗੇਮ ਸ਼ੋਅ ਟਾਈਪ। तो उस शो ਦੇ ਵਿੱਚ ਮੈਂ ਔਰ ਤੋਸ਼ੀ ਇਕੱਠੇ ਗਏ ਸੀ। ਵਾਹ ਵਾਹ ਵਾਹ, ਕੀ ਬਾਤ ਹੈ। ਮੈਂ ਸਮਹਾ ਉਦੋਂ ਤੁਹਾਨੂੰ ਮਿਸ ਕਰ ਗਈ ਹਾਂ, ਪਰ ਤੋਸ਼ੀ ਅੱਖਾਂ 'ਚ ਆ ਗਿਆ। ਤੋਸ਼ੀ ਯਾਦ ਹੈ ਸਾਨੂੰ। ਹਿਊਜ ਫੈਨ ਆਫ ਤੋਸ਼ੀ, ਹੀ ਇਜ਼ ਅ ਗੁੱਡ ਸਿੰਗਰ। ਤੇ ਬੜੀ ਕ੍ਰਿਟਿਸਿਜ਼ਮ ਵੀ ਬਹੁਤ ਮਿਲੀ। ਤੁਸੀਂ ਇੰਨਾ ਕੁਝ ਟਰੈਵਲ ਕਰਕੇ ਕੀ ਡਿਸਾਈਡ ਕੀਤਾ ਕਿ ਬਾਲੀਵੁੱਡ 'ਚ ਨਹੀਂ ਸੈਟਲ ਹੋਣਾ, ਅੰਮ੍ਰਿਤਸਰ 'ਚ ਹੀ ਸੈਟਲ ਹੋਣਾ? ਮੈਂ ਕੁਝ ਸੋਚਿਆ ਨਹੀਂ ਵੈਸੇ। ਮੇਰਾ ਐਂਡ ਆਫ ਦ ਗੋਲ ਮੇਰਾ ਬਾਲੀਵੁੱਡ ਨਹੀਂ ਹੈ, ਬਟ ਬੰਬੇ ਜਾਂ ਦਿੱਲੀ ਤਾਂ ਹੈ ਹੀ। ਓਕੇ, ਆਈ ਵਿਲ ਮੂਵ देयर ਬਿਕਾਜ਼ ਕੁਝ ਮੇਰੀ ਰਿਸਪੌਂਸਿਬਿਲਿਟੀਜ਼ ਜਿਹੜੀਆਂ ਤੇ ਮੈਂ ਅਜੇ ਕਰਕੇ ਫਿਰ ਮੈਂ ਉਧਰ ਜਾਵਾਂਗਾ। ਓਕੇ, ਲੁਕਿੰਗ ਫਾਰਵਰਡ। ਬਟ ਮੈਂ ਓਨਲੀ ਆਈ ਪੁੱਟ ਮਾਈ ਸੈਟਅਪ ਓਵਰ ਹੇਅਰ, ਬਟ ਬਾਅਦ ਚ ਮੈਂ ਐਮ ਨੂੰ ਵੀ ਲੈ ਕੇ ਮੈਂ ਚਲਾ ਜਾਵਾਂਗਾ। ਚਲੋ ਲੁਕਿੰਗ ਫਾਰਵਰਡ, ਕਿਉਂਕਿ ਤੁਹਾਡੀ ਲੋੜ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਯੂਨਿਕ ਹੋ ਤੁਸੀਂ, ਔਰ ਮਲਟੀਟਾਸਕਿੰਗ ਹਰੇਕ ਦੇ ਚ ਨਹੀਂ ਹੈ। ਨਹੀਂ ਹੈ, ਵੱਡੇ ਵੱਡੇ ਵੀ ਸਿੰਗਰ ਮੈਂ ਆਉਣ ਲੱਗਾ ਮਲਟੀਟਾਸਕਿੰਗ ਤੇ। ਡੋਲੀ ਦੀਦੀ ਲਿਖ ਰਹੇ ਨੇ, ਪਲੀਜ਼ ਸਿੰਗ ਸਮਥਿੰਗ ਵਿਦ ਯੋਰ ਗਿਟਾਰ ਇਫ ਪੋਸੀਬਲ। ਸੋ ਆਪਾਂ ਦੂਜੇ ਪਾਸੇ ਨੂੰ ਰੁਖ ਲੈ ਲੈਂਦੇ। ਗਿਟਾਰ ਅੱਜ ਮੈਨੂੰ ਲੱਗਦਾ ਲੈ ਕੇ ਨਹੀਂ ਆਏ। ਹਾਂ ਗਿਟਾਰ ਮੈਂ ਕੁਝ ਸੋਲੋ ਸੁਣਾ ਦੇਣਾ ਉਹਦੇ ਤੇ। ਸ਼ੋਰ, ਠੀਕ ਹੈ, ਠੀਕ ਹੈ ਜੀ। ਵੈਸੇ ਤਾਂ ਮੈਂ ਆਈ ਯੂਜ਼ ਮਾਈ ਅਦਰ ਗਿਟਾਰ, ਉਹ ਮੈਂ ਥੋੜੀ ਠੀਕ ਨਹੀਂ ਹੈ ਗਿਟਾਰ ਉਹ ਨਾ, ਵੈਦਰ ਚੇਂਜ ਹੋ ਰਿਹਾ, ਉਹਦੇ ਲੱਕੜੀ ਦਾ ਇਸ਼ੂ ਹੁੰਦਾ, ਯੂ نو। ਹਾਂ, ਸੋ ਆਈ ਟ੍ਰਾਈ ਟੂ ਪਲੇ ਔਨ ਦਿਸ। ਤਬਲੇ ਦਾ ਤਾਂ ਮੈਨੂੰ ਪਤਾ ਸੀ। ਨਹੀਂ ਵੈਦਰ ਚੇਂਜ ਨਾਲ ਲੱਕੜੀ ਦਾ ਤੇ ਲੜਕੀ ਦਾ ਦੋਵਾਂ ਦਾ ਇਸ਼ੂ ਹੋ ਜਾਂਦਾ। ਇਹ ਤੇ ਇਸ਼ੂ ਹੈਂਡਲ ਹੋ ਜਾਂਦਾ, ਉਹ ਇਸ਼ੂ ਹੈਂਡਲ ਹੀ ਨਹੀਂ ਹੁੰਦਾ। ਤੁਹਾਨੂੰ ਹੈਂਡਲ ਕਰਦੀ। ਇਹਨੂੰ ਅਸੀਂ ਆਪਣੇ ਹਿਸਾਬ ਨਾਲ ਟਿਊਨ ਖਿੱਚ ਕੇ। ਓਕੇ, ਦੂਜੇ ਪਾਸੇ ਉਹ ਟਿਊਨ ਕਰਦੀ ਸਾਨੂੰ।
ਵਾਹ ਵਾਹ ਵਾਹ, ਕੀ ਬਾਤ ਕੀ ਹੈ। ਬਾਤ ਹੈ। ਮੈਨੂੰ ਤੇ ਇਹ ਮੈਨੂੰ ਲੱਗਦਾ ਗਿਟਾਰ ਦੇ ਤੁਸੀਂ ਵਿੱਚੋਂ ਇਹਨਾਂ ਨੇ ਸਾਰੇ- ਸਿਤਾਰ ਵੀ ਵਜਾਉਂਦੇ ਹੋ ਤੁਸੀਂ? ਨਹੀਂ, ਮੈਂ ਸਿਤਾਰ ਨਹੀਂ, ਮੈਂ ਗਿਟਾਰ ਤੇ ਹੀ ਸਰਵੋਦਾ ਬਾਸ ਬਜਾਣਾ ਮੈਂ। ਯੈਸ, ਮੈਂ ਉਹੀ ਕਹਿਣ ਲੱਗੀ ਸੀ ਕਿ ਮੈਨੂੰ ਮੈਨੂੰ ਲੱਗਿਆ ਕਿ ਜਿਵੇਂ ਤੁਸੀਂ ਝਾਲਾ ਵਜਾ ਰਹੇ ਹੋ ਕਿਤੇ, ਯੂ نو ਜੀ, ਜੀ। ਸਿਮਿਲਰ ਸਾਊਂਡ ਹੈ ਮੈਨੂੰ। ਕੀ ਬਾਤ ਹੈ, ਕੀ ਬਾਤ ਹੈ ਸਰ, ਕਿਤੇ ਸਪੈਨਿਸ਼ ਗਿਟਾਰ ਨੂੰ ਝਾਲਾ ਸੂਲਾ ਸਭ ਇਕੱਠਾ ਕਰਕੇ ਵਜਾ ਛੱਡਿਆ। ਬਹੁਤ ਬਿਊਟੀਫੁਲ ਵੌਇਸ ਆਈ, ਬਹੁਤ ਖੂਬਸੂਰਤ। ਔਰ ਤਾਂ ਹੀ ਤੁਹਾਡਾ ਨਾਂ ਦੀਪੇਨ ਰਾਜ ਲਿਖਿਆ ਸਰ, ਤੁਸੀਂ ਇੰਸਟਰੂਮੈਂਟਸ ਤੇ ਰਾਜ ਕਰਦੇ ਹੋ। शुक्रिया जी। कोशिश है जी। कोशिश सही जा कोशिश रही ही है। कामयाब होती है, वादे तो अक्सर टूट जाते हैं राज बाबू। है ना? कुलदीप कुछ लिखा? हरनूर जी दीदी लिख रहे, वाह 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 क्या बात है, थैंक यू जी। डॉली दीदी क्या? डॉली दीदी, हरनूर उन्होंने सॉरी, बेटी दा नाम है। तेरा सैनी मेड माय डे, नो वर्ड्स। थैंक यू जी। ये तेरा सैनी ना है? तेरा ये सैनी। मेरा स्टूडेंट, अच्छा अच्छा। ਉਹਦਾ ਨਾਮ ਪੰਕਜ ਹੈ, ਉਹਦਾ ਗਾਣਾ ਆ ਰਿਹਾ ਨਵਾਂ, ਉਹਨੇ ਅੱਜ ਕੱਲ ਨਾਮ ਚੇਂਜ ਕਰ ਲੈਂਦੇ ਨੇ ਸਿੰਗਰਸ। ਅੱਛਾ ਅੱਛਾ, ਤੇ ਗਾਣੇ ਦਾ ਗਾਣੇ 'ਚ ਤੇਰਾ ਤੇਰਾ ਹੋਣਾ ਤੇ ਉਹਨੇ ਤੇਰਾ ਸੈਣੀ ਰੱਖ ਨਹੀਂ ਲਿਆ। ਤੇਰਾ ਮਤਲਬ ਤੂੰ ਮੰਨੇ ਨਾ ਮੰਨੇ, ਪਰ ਮੈਂ ਤੇਰਾ। ਤੇਰਾ ਹੀ। ਸੋ ਉਹ ਵਾਲਾ ਤੇਰਾ। ਚਲੋ ਅੱਛੀ ਗੱਲ ਹੈ। ਤੇ ਦਿਪਿਨ ਜੀ, ਜਦੋਂ ਤੁਸੀਂ ਇੰਨੇ ਬੱਚਿਆਂ ਨੂੰ ਟ੍ਰੇਨ ਕਰਦੇ ਹੋ ਇੰਨੇ ਰਿਐਲਿਟੀ ਸ਼ੋਜ਼ ਦੇ ਵਿੱਚ, ਔਰ ਅੱਜ ਕੱਲ੍ਹ ਤਾਂ ਬਹੁਤ ਅੱਛਾ ਟੈਲੈਂਟ ਆ ਰਿਹਾ, ਪਿਛਲੇ ਫਿਊ ਇਅਰਸ ਤੋਂ ਬਹੁਤ ਅੱਛਾ ਟੈਲੈਂਟ ਆ ਰਿਹਾ। ਇੱਕ ਮਿੰਟ, ਟੈਲੈਂਟ ਹਮੇਸ਼ਾ ਹੀ ਚੰਗਾ ਸੀ, ਹੁਣ ਮੀਡੀਆ ਔਰ ਪਲੇਟਫਾਰਮ ਏਡਾ ਵੱਡਾ ਹੋ ਗਿਆ ਕਿ ਸਾਰੇ ਬਾਹਰ ਆ ਮਤਲਬ ਰਹੇ ਹੁਣ ਨੇ। ਸੁਰੀਲੇ ਬੱਚੇ ਆ ਰਹੇ ਅੱਜ ਕੱਲ੍ਹ। ਕरेक्ट, ਟੈਲੈਂਟ ਤੇ ਸੀਗਾ। ਬਿਲਕੁਲ। ਇੱਕ ਟਾਈਮ ਐਸਾ ਸੀ, ਪਰ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦੀ, ਕਿ ਇੱਕ ਐਸੇ ਨੂੰ ਵਿਨਰ ਬਣਾਤਾ ਕਿ ਮੈਂ ਸਰਪ੍ਰਾਈਜ਼ ਹੋ ਗਈ ਸੀ। ਮੈਂ ਕਿਹਾ ਵਾਟ, ਲਾਈਕ 7-8 ਇਅਰਸ ਅਗੋ ਦੀ ਗੱਲ ਕਰ ਰਹੀ ਹਾਂ। ਅਤੇ ਮੈਨੂੰ ਬੜਾ ਸਰਪ੍ਰਾਈਜ਼ ਲੱਗਿਆ ਸੀ ਕਿ ਵਟਸ ਰੋਂਗ ਵਿਦ ਜੱਜਸ, ਯੂ ਨੋ। ਅਤੇ ਲੇਕਿਨ ਹੁਣ ਬਹੁਤ ਹੀ ਮੈਂ ਇਸ ਗੱਲ 'ਤੇ ਮੈਂ ਕਹਾਂਗੀ ਕਿ ਹੁਣ ਅੱਜ ਕੱਲ੍ਹ ਬਹੁਤ ਅੱਛਾ ਕੰਮ ਕਰ ਰਹੇ ਨੇ। ਐਕਚੁਅਲੀ ਬੱਚੇ ਵੀ ਮਿਹਨਤ ਕਰ ਰਹੇ ਨੇ ਔਰ ਕਲਾਸੀਕਲ ਸਿੱਖ ਰਹੇ ਨੇ। ਅਤੇ ਫਿਰ ਤੁਸੀਂ ਉਹਨਾਂ ਨੂੰ ਜਦੋਂ ਟ੍ਰੇਨਿੰਗ ਦਿੰਦੇ ਹੋ, ਕੋਈ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ ਜਿਹੜੇ ਬੱਚੇ ਕੰਪੀਟੀਸ਼ਨਸ ਦੇ ਵਿੱਚ ਜਾ ਰਹੇ ਨੇ? ਸਪੈਸ਼ਲ ਤਾਂ ਕੁਝ ਨਹੀਂ ਹੁੰਦਾ ਜੀ, ਉਹੀ ਸਭ ਹੈ। ਬਸ ਇਹ ਹੁੰਦਾ ਕਿ ਜਦੋਂ ਬੱਚਾ ਕਿਸੇ ਰਿਐਲਿਟੀ ਸ਼ੋਅ 'ਚ ਆ ਜਾਂਦਾ ਹੈ, ਉਦੋਂ ਉਹ ਧਿਆਨ ਦੇਣਾ ਸ਼ੁਰੂ ਕਰ ਦਿੰਦਾ। ਬਸ ਟ੍ਰੇਨਿੰਗ ਉਹੀ ਹੁੰਦੀ ਹੈ। ਤੇ ਇਦਾਂ ਤਾਂ ਨਹੀਂ ਕਿ ਵਰਸਟੈਲਿਟੀ ਸਿਖਾਉਂਦੇ ਹੋ ਕਿ ਥੋੜਾ ਜਿਹਾ ਆ ਸਿਖਾਤਾ, ਥੋੜਾ ਜਿਹਾ ਆ ਸਿਖਾਤਾ, ਥੋੜਾ ਜਿਹਾ ਆ, ਇਦਾਂ ਤਾਂ ਨਹੀਂ? ਉਹਦੇ 'ਚ ਬੇਸਿਕਲੀ ਤਾਂ ਵੌਇਸ ਦੀ ਟ੍ਰੇਨਿੰਗ ਹੁੰਦੀ ਹੈ, ਰਾਗਾਂ ਦੀ ਨਹੀਂ ਜਾਂ ਕੁਝ ਇਸ ਤਰ੍ਹਾਂ ਨਹੀਂ। ਬਸ ਥੋੜਾ ਥੋੜਾ ਥਾਟ ਦੱਸਦੇ ਆ, ਬਹੁਤ ਜਸਟ ਜਨਰਲ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅੱਗੇ ਚੱਲ ਕੇ ਟੈਕਨੀਕਲ ਟਰਮਸ ਦੱਸਦੀਆਂ, ਕੁਝ ਵੌਇਸ ਦੀ ਟੈਕਨੀਕਸ ਦੱਸਦੀ, ਕੁਝ ਪਲਟੇ ਦੱਸਦੇ ਜਿਹੜਾ ਕਿ ਵੌਇਸ ਨੂੰ ਵਾਰਮ ਅਪ ਕਰ ਦਿੰਦੇ ਨੇ ਜਾਂ ਓਪਨ ਅਪ ਕਰ ਦਿੰਦੇ ਨੇ। ਸੋ ਬਹੁਤ ਜਨਰਲ ਦੀਆਂ ਚੀਜ਼ਾਂ, ਕਿਉਂਕਿ ਇਹ ਤਾਂ 6 ਮਹੀਨੇ ਦੇ ਰਿਐਲਿਟੀ ਸ਼ੋਅ 'ਚ ਨਹੀਂ ਸਿੱਖ ਸਕਦਾ ਕੋਈ ਵੀ। ਨਹੀਂ ਸਿੱਖ ਸਕਦਾ। ਸਾਰੀ ਜ਼ਿੰਦਗੀ ਲੋਕੀ ਗਾ ਗਾ ਕੇ ਫਿਰ ਵੀ ਨਹੀਂ ਸਿੱਖ ਪਾ ਰਹੇ। ਕਈ ਐਸੇ ਨੇ ਔਰ ਉਹਨਾਂ ਨੂੰ ਜੇ ਕਹਿ ਵੀ ਦਿੱਤਾ ਜਾਏ ਨਾ ਸਿੱਖ ਲਓ, ਤੇ ਗੁੱਸਾ ਵੀ ਕਰ ਜਾਂਦੇ। ਬਿਲਕੁਲ, ਬਹੁਤ ਆਉਂਦੇ ਇਹੋ ਜਿਹੇ ਕੇਸ ਰੋਜ਼ ਹੀ। ਤੇ ਉਹ ਮਾਈਂਡ ਕਰ ਜਾਂਦੇ ਆ, ਬਈ ਅਸੀਂ ਮਾਈਂਡ ਕਰਨਾ ਕਰੀ ਜਾਓ, ਸਾਨੂੰ ਕੀ, ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ, ਅਗਰ ਵਾਹਿਗੁਰੂ ਨੇ ਆਵਾਜ਼ ਦਿੱਤੀ ਹੈ ਤੇ ਤੁਸੀਂ ਉਹਨੂੰ ਹੋਰ ਤਰਾਸ਼ੋ ਔਰ ਹੋਰ ਅੱਛਾ ਕਰੋ। ਇਹ ਰੀਜ਼ਨ ਹੁੰਦਾ ਹੈ। ਅਦਰਵਾਈਜ਼ ਤੁਸੀਂ ਗਾ ਰਹੇ ਹੋ, ਤੁਸੀਂ ਫੇਮ ਲੈ ਰਹੇ ਹੋ, ਸਾਨੂੰ ਉਹਦੇ 'ਚ ਕੀ ਲੈਣਾ ਦੇਣਾ। ਵਿਸ਼ਾਲ ਸ਼ਰਮਾ ਜੀ ਲਿਖ ਰਹੇ ਨੇ, ਤੂੰ ਹੀ ਰੇ ਸੁਣਾ ਦੋ ਪਲੀਜ਼ ਇਫ ਪੋਸੀਬਲ। ਓਕੇ, ਓਏ ਹੋਏ ਹੋਏ, ਡਿਫਿਕਲਟ ਸੌਂਗ। I'll try. Sure. ਵਾਜਾ। तू ही रे, तू ही रे, तेरे बिना मैं कैसे जीऊं। तू ही रे, तू ही रे, तेरे बिना मैं कैसे जीऊं। जान रे, जान रे, आके मुझसे मिल जा तू। चांद रे, चांद रे, आजा दिल की जमीन पे तू। चाहत है अगर आके मुझसे मिल जा तू।
या फिर धरती से मिला दे मुझको तू ही रे तू ही रे तेरे बिना मैं कैसे जीऊं जान रे आजा दिल की ज़मीन पे तू। क्या बात है सर। ਹਰੀ ਹਰਨ ਜੀ ਨੂੰ ਗਾਣਾ ਵੈਸੇ ਹੀ ਬਹੁਤ ਮੁਸ਼ਕਿਲ ਹੈ। ਐਕਸਪ੍ਰੈਸ਼ਨ ਕਿੰਗ ਨੇ। ਔਰ ਖਾਸ ਕਰਕੇ ਤੂੰ ਹੀ ਰੇ, ਜਿਹੜਾ ਕਿ ਸਾਡੇ ਸਾਰਿਆਂ ਦੇ ਬਲੱਡ ਦੇ ਅੰਦਰ ਇੱਕ ਸੈੱਲ ਹੈ, ਉਹ 'ਚ ਤੂੰ ਹੀ ਰੇ ਲਿਖਿਆ ਹੋਇਆ, ਸਾਰਿਆਂ ਨੂੰ ਯਾਦ ਹੈ ਇੰਨਾ। ਔਰ ਉਹਦੇ ਵਿੱਚ ਤੁਸੀਂ ਆਪਣੀ ਕਲਾਕਾਰੀ ਕਰਨਾ, ਆਪਣੀ ਤੂੰ ਹੀ ਰੇ, ਆਪਣੀ ਸਕੇਲ ਚੇਂਜ ਕਰਨਾ, ਓ ਮਾਈ ਗॉड, ਆਪਣੀ ਫੀਲਿੰਗ ਵਿੱਚ ਲੈ ਕੇ ਆਉਣੀ। ਦੈਟ ਵਾਸ ਸੈਕਸੀ। ਥੈਂਕ ਯੂ। ਇੱਕ ਚੀਜ਼ ਮੈਂ ਇਹਨਾਂ 'ਚ ਖਾਸ ਵੇਖੀ ਹੈ, ਮੈਨੂੰ ਯਾਦ ਹੈ ਕਿ ਕਿਉਂਕਿ ਅਸੀਂ ਉਸਤਾਦ ਲੋਕਾਂ ਦੇ ਨਾਲ ਬਹੁਤ ਰਹੇ ਹਾਂ ਬਚਪਨ ਤੋਂ, ਸਪੈਸ਼ਲੀ ਗੁਲਾਮ ਅਲੀ ਖਾਨ ਸਾਹਿਬ ਨਾਲ ਬਹੁਤ ਟਾਈਮ ਗੁਜ਼ਾਰਿਆ। ਇਹ ਹਰ ਬੰਦਾ ਨਹੀਂ ਕਰਦਾ ਇਹ। ਮੈਂ ਅੱਜ ਪਹਿਲੀ ਵਾਰੀ ਇੰਨੇ ਸਾਰੇ ਸ਼ੋਅ ਕਰ ਚੁੱਕੀ ਹਾਂ, ਅੱਜ ਪਹਿਲੀ ਵਾਰੀ ਨੋਟਿਸ ਕੀਤਾ ਹੈ ਕਿ ਵਾਜੇ ਦੇ ਉੱਤੇ ਇਹਨਾਂ ਨੇ ਪਹਿਲੇ ਗਾਉਂਦੇ ਪਹਿਲਾਂ ਹੀ ਦੂਸਰਾ ਸੁਰ ਦੇਖ ਲਿਆ ਕਿ ਮੈਂ ਨੈਕਸਟ ਹੁਣ ਮੈਂ ਕੀ ਕਰਨਾ ਹੈ। ਇਹਨਾਂ ਨੇ ਵਿੱਚ ਪਹਿਲਾਂ ਹੀ ਉਸ ਚੀਜ਼ 'ਤੇ ਆਪਣੀ ਤਿਆਰੀ, ਇਹ ਮੈਂ ਨੋਟਿਸ ਕੀਤੀ ਅੱਜ ਪਹਿਲੀ ਵਾਰੀ। ਮੈਂ ਬਚਪਨ 'ਚ ਕਹਿੰਦੇ ਨਾ, ਜੋ ਟ੍ਰੇਨਿੰਗ ਐਸੀ ਹੁੰਦੀ ਹੈ, ਕਈ ਵਾਰ ਜੋ ਤੁਸੀਂ ਦੇਖਦੇ ਹੋ ਤੁਹਾਡੇ ਦਿਮਾਗ 'ਚ ਰਹਿੰਦਾ, ਜਿਸ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ ਨਾ, ਮਤਲਬ ਮਿਊਜ਼ਿਕ 'ਤੇ ਅਸੀਂ ਲਵ ਕਰਦੇ ਹਾਂ ਬਹੁਤ ਜ਼ਿਆਦਾ। ਅਤੇ ਉਹ ਜਦੋਂ ਅਸੀਂ ਦੇਖਦੇ ਹੁੰਦੇ ਸੀ ਕਿ ਉਸਤਾਦ ਜੀ ਨੇ ਪਹਿਲਾਂ ਹੀ ਉਸ ਸੁਰ 'ਤੇ ਪਹਿਲਾਂ ਹੀ ਚਲ ਜਾਂਦੇ ਸੀ, ਹਲੇ ਗਾ ਕੁਝ ਹੋਰ ਰਹੇ ਨੇ। ਅਤੇ ਉਹ ਚੀਜ਼ ਅੱਜ ਮੈਂ ਤੁਹਾਡੇ 'ਚ ਇੱਕ ਖਾਸੀਅਤ ਦੇਖੀ ਹੈ ਬਈ, ਕਮਾਲ ਦੀ ਗੱਲ ਹੈ। ਆਫਟਰ ਵਾਈਲ, ਓ ਮਾਈ ਗॉड। ਥੈਂਕ ਯੂ ਸੋ ਮਚ। ਇਟਸ ਆਲ ਅਬਾਊਟ ਐਕਸਪਲੋਰਿੰਗ, ਐਕਚੁਅਲੀ ਆਲ ਅਬਾਊਟ ਥਿੰਕਿੰਗ। ਸਾਰਾ ਦਿਨ ਸੋਚਣਾ ਇੱਕ ਰਿਆਜ਼ ਹੈ। ਸਿਰਫ ਬਹਿ ਕੇ ਗੁਰੂ ਦੇ ਸਾਹਮਣੇ ਬੈਠ ਕੇ ਗਾਣਾ, ਜਾਂ ਮਤਲਬ ਇੱਕ ਫਿਜ਼ੀਕਲ ਰਿਆਜ਼ ਅਲੱਗ ਹੁੰਦਾ, ਇੱਕ ਮੈਂਟਲ ਰਿਆਜ਼ ਅਲੱਗ ਹੈ। ਸੋ ਉਹ ਚੱਲਦਾ ਰਹਿੰਦਾ। ਦੇਖ ਲਓ ਜੀ, ਮੈਂ ਦੁਨੀਆ ਨੂੰ ਮਨਾ ਕਰਦੀ, ਆਪਣੇ ਫੋਨ ਬੰਦ ਰੱਖੋ। ਉਹ ਅਸਲ 'ਚ ਨਾ एजाज शेर अली जी ਦਾ ਲਿਖ ਰਹੇ ਨੇ, ਸਲਾਮ ਮੁਨੀ ਆਪੀ ਐਂਡ ਕੁਲਦੀਪ ਭਾਈ। ਹੈਲੋ ਮੇਰੇ ਭਾਈ। ਔਰ एजाज जी ਲਿਖ ਰਹੇ ਨੇ, ਵਾਓ ਵੈਲਕਮ ਮਾਈ ਡੀਅਰ ਬ੍ਰਦਰ ਦੀਪਨ ਰਾਜ ਜੀ, ਗ੍ਰੇਟ ਆਰਟਿਸਟ। ਤੁਹਾਡੇ ਬਾਰੇ ਲਿਖ ਰਹੇ ਨੇ। ਯੂ ਟੂ ਆਰ ਅ ਗ੍ਰੇਟ ਆਰਟਿਸਟ। ਸੋ ਹੁਣ ਮੈਨੂੰ ਦੱਸੋ, ਤੁਸੀਂ एजाज ਅਲੀ ਨਾਲ ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ? ਇੱਕ ਸੁਰਿਸਤਾਨ ਕਰਕੇ WhatsApp ਗਰੁੱਪ ਹੈ, ਓਕੇ। ਬਸ ਉੱਥੋਂ ਹੀ ਸਾਰਾ ਸਿਲਸਿਲਾ ਪਾਕਿਸਤਾਨ 'ਚ ਜਿਹੜੇ ਮੇਰੇ ਲਿੰਕਸ ਬਣੇ ਅੱਛੇ ਕਲਾਕਾਰਾਂ ਦੇ ਨਾਲ, ਜਿਨ੍ਹਾਂ ਵਿੱਚੋਂ एजाज ਭਾਈ ਵੀ ਨੇ। ਡੋਲੀ ਦੀਦੀ ਦਾ ਵੀ ਰਾਬਤਾ ਉੱਥੋਂ ਹੀ ਹੋਇਆ ਸੀ ਮੇਰੇ ਨਾਲ। ਹਾਂਜੀ, ਕਿਉਂਕਿ ਡੋਲੀ ਦੀਦੀ ਵਨ ਆਫ ਦੀ ਸੁਰਿਸਤਾਨ ਦੀ ਕਹਿ ਲਓ ਮੁੱਢ ਨੇ, ਮਤਲਬ ਪਿਲਰ ਨੇ। ਹਾਂ, ਔਰ ਇਹਨਾਂ ਦਾ ਬਹੁਤ ਜ਼ਿਆਦਾ ਵਿੱਚ ਐਫਰਟਸ ਨੇ ਉਸ ਸੁਰਿਸਤਾਨ ਨੂੰ ਖੜਾ ਕਰਨ ਦੀ। ਇਹ ਮੇਰੀ ਰਾਏ ਹੈ। ਆਈ ਹੋਪ ਮਜ਼ਰ ਜੀ ਗੁੱਸਾ ਨਾ ਕਰ ਜਾਣ। ਨਹੀਂ, ਮੈਂ ਜਿਵੇਂ ਦੇਖ ਰਿਹਾ ਨਾ ਕਿ ਦੀਪਨ ਜੀ ਜਿਵੇਂ ਵੀਡੀਓ 'ਚ ਕਨਵਰਸੇਸ਼ਨ ਕਰ ਰਹੇ ਹਾਂ, ਤੇ ਮੈਨੂੰ ਇੰਝ ਲੱਗ ਰਿਹਾ ਮੈਂ ਅੰਮ੍ਰਿਤਸਰ ਨਹੀਂ, ਦੀਪਨ ਜੀ ਕਿਤੇ ਕਲਕੱਤਾ ਜਾਂ ਉੱਥੇ ਬੈਠੇ ਹੋਏ ਨੇ, ਕਿਤੇ ਚੇਨਈ ਵਗੈਰਾ ਬੈਠੇ ਨੇ, ਤੇ ਮੈਂ ਉਹਨਾਂ ਨਾਲ ਗੱਲਬਾਤ ਕਰਾਂ। ਲੇਕਿਨ ਜਦੋਂ ਪੰਜਾਬੀ ਸ਼ੁਰੂ ਕਰਨਾ ਤਾਂ ਮੈਨੂੰ ਲੱਗਦਾ ਨਹੀਂ, ਅੰਮ੍ਰਿਤਸਰ 'ਚ ਹੀ ਮੈਂ ਬੈਠਾ ਹੈਗਾ। ਮੈਂ ਬੰਗਾਲੀ ਵੀ ਬੋਲ ਲੈਂਦਾ। ਅੱਛਾ, ਕਮਾਲ ਹੈ ਯਾਰ। ਮੇਰੇ ਫਰੈਂਡ ਬੰਬੇ ਦੇ ਵਿੱਚ ਸਾਰੇ ਬੰਗਾਲੀ ਸੀਗੇ, ਉਹਨਾਂ ਦੇ ਨਾਲ ਮੈਂ ਸ਼ਰਾਰਤੀ ਥੋੜਾ ਜਿਹਾ ਮੈਂ ਹੈਗਾ ਸੁਭਾਅ, ਤੇ ਉਹਨਾਂ ਦੇ ਘਰੋਂ ਜੇ ਫੋਨ ਆਣਾ ਕਿਸੇ ਦਾ, ਤਾਂ ਮੈਂ ਉਹਨਾਂ ਦੇ ਪੇਰੈਂਟਸ ਨਾਲ ਮੈਂ ਹੀ ਗੱਲ ਕਰ ਲੈਂਦਾ ਸੀ, ਆਵਾਜ਼ ਬਣਾ ਕੇ ਨਾ, ਥੋੜੀ ਉਹਨਾਂ ਦੀ ਮਿਮਿਕ ਕਰਕੇ। ਮਤਲਬ ਇੰਨੀ ਕੁ ਮੈਂ ਸਿੱਖ ਲਈ ਸੀ ਕਿ ਮੈਂ ਕਿਸੇ ਨਾਲ ਹੈਲੋ ਆਏ। ਤੁਸੀਂ ਮਨੀਸ਼ ਪੌਲ ਵਾਂਗੂ ਤਾਂ ਨਹੀਂ ਬੰਗਾਲੀ ਬੋਲਦੇ ਜਿਵੇਂ ਉਹ ਬੋਲਦਾ, ਕਾਰ ਵਿੱਚ ਹੋ, ਇਹ ਕਾਰ ਵਿੱਚ ਹੋ, ਉਹ ਕਾਰ ਵਿੱਚ ਹੋ। ਓ ਮਾਈ ਗॉड। ਦੀਪਨ ਜੀ, ਪਹਿਲੀ ਗੱਲ ਤੇ ਇਹ ਤੂੰ ਹੀ ਰੇ, ਮੈਂ ਵਾਪਸ ਆਵਾਂਗੀ ਤੂੰ ਹੀ ਰੇ, ਤੇ ਅਸੀਂ ਉਹਦੇ 'ਚ ਚਲੇ ਗਏ, ਜੋਕਸ ਵਾਲੀ ਗਲੀ 'ਚ ਚਲੇ ਗਏ। ਇਹਦੇ 'ਚ ਤੁਸੀਂ ਸਕੇਲ ਵੀ ਚੇਂਜ ਕੀਤਾ, ਔਰ ਲੋਅਰ ਨੋਟਸ ਅਮੇਜ਼ਿੰਗ, ਇੰਨੇ ਕਲੀਨ ਲੋਅਰ ਨੋਟਸ। ਔਰ ਸਪੈਸ਼ਲੀ ਜਦੋਂ ਹੈਵੀ ਵੋਇਸ ਹੋਵੇ ਨਾ, ਜਿਨ੍ਹਾਂ ਦੀ ਭਾਰੀ ਆਵਾਜ਼ ਹੈ, ਸਟਰੋਂਗ ਵੋਇਸ ਹੈ, ਅਤੇ ਉਹਨਾਂ ਵਾਸਤੇ ਲੋਅਰ ਨੋਟਸ ਬੜੇ ਮੁਸ਼ਕਿਲ ਹੁੰਦੇ ਆ ਲਗਾਉਣੇ। ਔਰ ਜਿਹੜੇ ਕਿ ਰੋਜ਼ ਦਾ ਜਿਨ੍ਹਾਂ ਦਾ ਗਾਣਾ, ਜਿਹੜੇ ਕਵਾਲ ਹੋ ਗਏ ਜਾਂ ਰੋਜ਼ ਜਿਹੜੇ ਗਾ ਰਹੇ ਨੇ, ਉਹਨਾਂ ਵਾਸਤੇ ਤਾਂ ਈਜ਼ੀ ਹੁੰਦਾ, ਕਿਉਂਕਿ ਉਹਨਾਂ ਦਾ ਗਲਾ ਆਲਰੇਡੀ ਤਰ ਹੁੰਦਾ। ਤਰ ਮਤਲਬ ਕਿ ਇੰਨਾ ਕੁ ਰਿਆਜ਼ ਹੁੰਦਾ ਕਿ ਉਹਨਾਂ ਨੂੰ ਕਰੈਕ ਨਹੀਂ ਕਰਦੀ, ਵੋਇਸ ਕਰੈਕ ਨਹੀਂ ਕਰਦੀ, ਜਾਂ ਗਲਾ ਆਲਰੇਡੀ ਟ੍ਰੇਨਡ ਹੁੰਦਾ ਕਿ ਮੈਂ ਇੱਥੋਂ ਦੀ ਇੱਥੇ ਜਾਣਾ, ਤਾਂ ਟ੍ਰਾਂਜੀਸ਼ਨ ਪਤਾ ਨਹੀਂ ਚੱਲਦੀ, ਸਟ੍ਰੈਸ ਪਤਾ ਨਹੀਂ ਚੱਲਦੀ। ਸੋ ਬੇਸਿਕਲੀ ਮਕਸਦ ਇਹ ਸੀ ਕਹਿਣ ਦਾ ਕਿ ਤੁਹਾਡੇ 'ਚ ਸਟ੍ਰੈਸ ਨਜ਼ਰ ਨਹੀਂ ਆਉਂਦੀ ਜਦੋਂ ਸੁਰ ਲਗਾਉਂਦੇ ਹੋ, ਹਾਈ ਪਿਚ ਤੋਂ ਲੋ ਪਿਚ, ਅਤੇ ਜਦੋਂ ਜਾਂਦੇ ਹੋ ਤਾਂ ਕਿਆ ਬਾਤ ਹੈ, ਅਮੇਜ਼ਿੰਗ।
ਔਰ ਤੂੰ ਹੀ ਰੇ ਨੂੰ ਤੁਸੀਂ ਆਪਣਾ ਰੇ ਬਣਾ ਕੇ ਗਾਇਆ ਤੁਸੀਂ। ਔਰ ਖਾਸ ਕਰਕੇ ਇੱਕ ਥਾਂ ਤੇ ਜਿੱਥੇ ਲੋਅਰ ਨੋਟ ਗਏ ਸੀਗੇ, ਮੈਨੂੰ ਕਲੀਅਰ ਸਟੈਪਸ ਨਜ਼ਰ ਆ ਲੋਅਰ ਨੋਟ ਦੇ, ਮੈਨੂੰ ਜ਼ਰਾ ਵੀ ਨਹੀਂ ਲੱਗਿਆ ਕਿ ਔਰ ਕੋਈ ਸਪੀਡ ਨਹੀਂ ਲੱਗੀ ਕਿ ਜਲਦਬਾਜ਼ੀ, ਪਰਫੈਕਟ ਟ੍ਰਾਂਜੀਸ਼ਨ, ਕਲੀਨ ਟ੍ਰਾਂਜੀਸ਼ਨ। ਸੋ ਸਰ ਅਸੀਂ ਬਾਤ ਮੈਂ ਇਹਨੂੰ ਕਹਿਣਾ ਕਿਉਂਕਿ ਉਹਨਾਂ ਦੀ ਤਾਲੀਮ ਹੀ ਇਸ ਤਰ੍ਹਾਂ ਦੀ ਉਹਨਾਂ ਨੇ ਮੈਨੂੰ ਦਿੱਤੀ ਹੈ ਕਿ ਕੁਝ ਵੀ ਗਾਓ ਲੋਅਰ 3 ਸਪਤਕ ਕਿਰਾਣਾ ਘਰਾਣਾ ਦੀ ਖਾਸੀਅਤ ਹੈ 3 ਸਪਤਕ 'ਚ ਤਾਨ ਕਰਨਾ ਔਰ ਗਾਣਾ। ਸੋ ਉਹ ਤਾਲੀਮ ਇਸ ਤਰ੍ਹਾਂ ਦੀ ਹੋਈ ਕਿ ਮਤਲਬ ਤੁਸੀਂ ਵੀ ਜਾਣਦੇ ਹੋ ਕਿ ਕਲਾਸੀਕਲ ਦਾ ਜਿਹੜਾ ਜਿਹਦਾ ਬੇਸ ਹੋਏਗਾ ਉਹਦੇ ਲਈ ਬਾਕੀ ਜਨਰਸ ਈਜ਼ੀ ਹੋ ਜਾਂਦੇ। ਤੇ ਹੁਣ ਮੈਂ ਵਾਪਸ ਆਉਣਾ ਤੁਹਾਡੀ ਲਾਈਫ ਤੇ, ਜਦੋਂ ਵਾਈਫ ਨਾਲ ਪ੍ਰਪੋਜ਼ਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਗਾਣਾ ਛੱਡਤਾ ਜਾਂ ਗਾਉਂਦੇ ਨੇ ਹਾਲੇ ਵੀ ਨੇ? ਔਰ ਅਸੀਂ ਘਰ ਬੈਠ ਕੇ ਵੀ ਇਸ ਤਰ੍ਹਾਂ ਇੰਪ੍ਰੋਮਪਟੂ 뮤직 ਅਸੀਂ ਬਹੁਤ, ਮੈਂ ਗਿਟਾਰ ਫੜ ਲੈਣਾ ਐਂਡ ਸ਼ੀ ਯੂਜ਼ਡ ਟੂ ਸਿੰਗ। ਵਾਹ। ਪਿੱਛੇ ਉਹਨਾਂ ਦਾ ਮੈਂ ਸਿੰਗਲ ਵੀ ਕੀਤਾ ਸੀ, ਮਾਤਾ ਰਾਣੀ ਦੀ ਇੱਕ ਆਰਤੀ ਸੀ ਤੇ ਮੈਂ ਵਾਹ ਕੀ ਬਾਤ ਹੈ। ਤੇ ਇਹਦਾ ਮਤਲਬ ਕਿ ਅਗਲੀ ਵਾਰੀ ਮਿਸਟਰ ਐਂਡ ਮਿਸਿਸ ਗਿੱਲ, ਮਿਸਟਰ ਐਂਡ ਮਿਸਿਸ ਰਾਜ ਬੈਠਣਗੇ ਸਾਡੇ ਨਾਲ। ਚਲੋ ਵੀ ਹੋਪ ਸੋ। ਠੀਕ ਹੈ, ਅੱਛੀ ਗੱਲ ਹੈ ਕਿ ਸੂਈ ਦੇ ਨਾਲ ਨਾਲ ਉਹਨਾਂ ਨੂੰ ਸੁਰਾਂ ਦੀ ਵੀ ਨੌਲੇਜ ਹੈ। ਇਹ ਅਮੇਜ਼ਿੰਗ ਗੱਲ ਹੈ, ਇਹ ਬਹੁਤ ਘੱਟ ਰੇਅਰ ਕੰਬੀਨੇਸ਼ਨ ਹੈ। ਕਿਉਂਕਿ ਮਿਊਜ਼ਿਕ ਵੀ ਇਹ ਕੋਈ ਸੌਖਾ ਨਹੀਂ ਹੈ, ਇਹਦੇ ਵੀ ਪੜ੍ਹਾਈ ਹੈ ਜੀ ਬਕਾਇਦਾ। ਇਹ ਨਾ ਸੋਚੋ ਕਿ ਇਹ ਬਹੁਤ ਈਜ਼ੀ ਚੀਜ਼ ਹੈ। ਇਹਦੀ ਕਿ ਉਹਨੂੰ ਕਹਿੰਦਾ ਕਿ ਇਸ ਤੋਂ ਵੀ ਔਖਾ ਮੈਨੂੰ ਮਿਊਜ਼ਿਕ ਲੱਗਦਾ। ਆਈ ਗੈਸ ਹੀ ਵਾਸ ਅ ਮੈਥਮੈਟੀਸ਼ੀਅਨ। ਹਾਂ, ਉਹਨੂੰ ਮੈਥ ਤੋਂ ਵੀ ਜ਼ਿਆਦਾ ਔਖਾ ਲੱਗਾ ਮਿਊਜ਼ਿਕ। ਵਾਹ, ਉਹਨੇ ਡਿਕਲੇਅਰ ਕਰ ਆਇਨਸਟਾਈਨ। ਕੀ ਬਾਤ ਹੈ। ਬਾਕੀ ਮਿਊਜ਼ਿਕ ਬਹੁਤ ਔਖਾ, ਬਹੁਤ ਜ਼ਿਆਦਾ। ਇੱਕ ਚੀਜ਼ ਨਹੀਂ ਸਾਡੇ ਤੋਂ ਕੀਤੀ ਜਾਂਦੀ, ਤੁਸੀਂ ਤੇ 5-5 6-6 ਕਰ ਰਹੇ ਹੋ ਯੂ ਨੋ। ਸੋ ਤੁਹਾਡੇ ਅਰਗੇ ਆਰਟਿਸਟ ਜਿਹੜੇ ਨੇ ਉਹ ਹੋਰ ਵੀ ਉੱਪਰ ਨੇ, ਕਿ ਜਿਹੜਾ ਗਿਟਾਰ ਵੀ ਵਜਾ ਰਿਹਾ, ਜਿਹੜਾ ਹਾਰਮੋਨੀਅਮ ਵੀ ਵਜਾ ਰਿਹਾ, ਜਿਹੜਾ ਗਿਟਾਰ 'ਚ ਸਿਤਾਰ ਵੀ ਵਜਾ ਰਿਹਾ ਯੂ ਨੋ। ਤੇ ਮੈਂ ਤੁਹਾਨੂੰ ਤਬਲਾ ਵਜਾਉਂਦੇ ਸੁਣਿਆ ਹੋਇਆ ਹੈ। ਦਿਪਿਨ ਜੀ ਕੰਪੋਜ਼ਰ ਵੀ ਨੇ। ਦਿਪਿਨ ਜੀ ਤੁਸੀਂ ਲਿਖਦੇ ਵੀ ਹੋ ਰਾਈਟ? ਹਾਂਜੀ, ਥੋੜਾ ਬਹੁਤ ਬਸ ਐਸਾ ਹੀ ਕੈਜੂਅਲੀ। ਇਹਦਾ ਮਤਲਬ ਪਤਾ ਕੀ ਹੈ, ਇਹਨਾਂ ਨੂੰ ਘਰ 'ਚ ਕੋਈ ਤੰਗ ਨਹੀਂ ਕਰਦਾ ਕਿਉਂਕਿ ਇਹਨਾਂ ਕੋਲ ਇਨਫ ਟਾਈਮ ਹੈ ਮਿਊਜ਼ਿਕ ਵਾਸਤੇ, ਹੈ ਨਾ? ਕਹਿੰਦੇ ਨਹੀਂ ਸੱਚ ਨਹੀਂ ਹੈ। ਮੈਂ ਸਾਰਾ ਦਿਨ ਮਿਊਜ਼ਿਕ 'ਚ ਹੀ ਹੁੰਦਾ, ਫਰਮ ਮਾਰਨਿੰਗ 4 AM to 11 PM। ਵਾਓ ਮਾਈ ਗॉड। ਅੱਛਾ ਦਿਪਿਨ ਜੀ, ਇੱਕ ਹੋਰ ਮੇਰੀ ਨਜ਼ਰ 'ਚ ਇੱਕ ਗੱਲ ਆਈ ਸੀ, ਮੈਂ ਭੁੱਲ ਨਾ ਜਾਵਾਂ। ਤੁਸੀਂ ਇੱਕ ਅੰਮ੍ਰਿਤ ਕਰਕੇ ਤੁਸੀਂ ਸਵੇਰ ਦਾ ਕੋਈ ਪ੍ਰੋਗਰਾਮ ਹੈਗਾ, ਮੈਨੂੰ ਥੋੜਾ ਜਿਹਾ ਉਹਦਾ ਵੀ ਜ਼ਿਕਰ ਦੱਸੋ ਜੀ। ਮੈਂ ਉਹ ਸੀਰੀਜ਼ ਸ਼ੁਰੂ ਕੀਤੀ ਸੀ ਇਸ ਤਰ੍ਹਾਂ ਕੈਜੂਅਲੀ, ਕਿਸੇ ਨਾਲ ਗੱਲ ਹੋ ਰਹੀ ਸੀ ਕਿ ਮੋਸਟਲੀ ਜਿਹੜੇ ਕਨਸਰਟਸ ਨੇ ਉਹ ਸ਼ਾਮ ਨੂੰ ਹੁੰਦੇ ਨੇ ਜਾਂ ਲੇਟ ਨਾਈਟਸ ਹੁੰਦੇ ਨੇ ਜਾਂ ਅਰਲੀ ਇਵਨਿੰਗਸ ਹੁੰਦੇ ਨੇ, 4 ਵਜੇ ਤੋਂ ਆਸ-ਪਾਸ ਸ਼ੁਰੂ ਹੋ ਜਾਂਦੇ ਨੇ ਕਨਸਰਟਸ, ਜਿਹਦੇ ਕਰਕੇ ਸਾਡੇ ਸਵੇਰ ਦੇ ਰਾਗ ਜਿਹੜੇ ਨੇ ਉਹ ਨਿਗਲੈਕਟ ਹੋ ਰਹੇ ਸੀ। ਨਵੇਂ ਬੱਚਿਆਂ ਨੂੰ, ਨਵੀਂ ਜਨਰੇਸ਼ਨ ਨੂੰ ਭੈਰਵ ਨਹੀਂ ਪਤਾ, ਤੋੜੀ ਨਹੀਂ ਪਤਾ, ਮਤਲਬ ਪਤਾ ਹੈ ਕਿਤਾਬਾਂ 'ਚ ਪਤਾ ਹੈ ਬਟ ਪ੍ਰੈਕਟੀਕਲੀ ਦੇ ਡੋਨਟ ਨੋ। ਸੋ ਇੱਕ ਥਾਟ ਉੱਥੋਂ ਕਲਿੱਕ ਹੋਇਆ ਕਿ ਕਿਉਂ ਨਾ ਸਵੇਰ ਦੇ ਰਾਗਾਂ ਦਾ ਇੱਕ ਪ੍ਰੋਗਰਾਮ ਕੀਤਾ ਜਾਵੇ, ਸਵੇਰ ਦੇ ਮਾਹੌਲ ਦੇ ਵਿੱਚ, ਪਾਰਕ ਦੇ ਵਿੱਚ ਕੀਤਾ ਜਾਵੇ, ਓਪਨ ਏਅਰ, ਜਿੱਥੇ ਆਮ ਆਡੀਅנס ਵੀ ਜੁੜੇ ਨਾਲ। ਸੋ ਮੰਥ ਦੇ ਲਾਸਟ ਸੰਡੇ ਪਿਛਲੇ 3 ਸਾਲਾਂ ਤੋਂ ਅਸੀਂ ਕਰ ਰਹੇ। ਕੋਵਿਡ ਕਰਕੇ ਲਾਕਡਾਊਨ 'ਚ ਬ੍ਰੇਕ ਲੱਗੀ ਸੀ ਬਟ ਅਸੀਂ ਰਿਜ਼ਿਊਮ ਕਰਤਾ ਇਸ ਸਾਲ ਤੋਂ 2021 ਤੋਂ। ਸੋ ਅਰਾਊਂਡ 6:30 ਇਨ ਦਾ ਮਾਰਨਿੰਗ ਇਹ ਸ਼ੁਰੂ ਕਰਦੇ ਨੇ ਜੀ। ਔਰ ਆਈ ਵਿਸ਼ ਕਿ ਜਦੋਂ ਅਸੀਂ ਬੱਚੇ ਸੀ ਸਾਡੇ ਟਾਈਮ 'ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ, ਇਸ ਤਰ੍ਹਾਂ ਦੇ ਪਲੇਟਫਾਰਮ ਹੁੰਦੇ। ਨਹੀਂ ਹੈਗੇ ਨੇ। ਜਿਹੜੀ ਸਾਡੀ ਬਾਣੀ ਹੈ ਨਾ ਉਹ ਰਾਗਾਂ 'ਚ ਲਿਖੀ ਗਈ ਹੈ। ਗੁਰਦੁਆਰੇ ਜਿਹੜੇ ਕੀਰਤਨ ਹੁੰਦੇ ਨੇ ਸਵੇਰੇ ਆਸਾ ਦੀ ਵਾਰ ਦੇ, ਜਿਹੜੇ ਅੰਮ੍ਰਿਤਸਰ ਤੋਂ ਵੀ ਸ਼ੁਰੂ ਹੁੰਦੇ ਨੇ, ਉਹ ਜਿੰਨੇ ਰਾਗੀ ਨੇ ਉਹ ਰਾਗਾਂ 'ਚ ਗਾਉਂਦੇ ਨੇ। ਸੋ ਜਿੰਨੀ ਇੰਪੋਰਟੈਂਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਗਾਂ ਨੂੰ ਦਿੱਤੀ ਗਈ ਹੈ, ਉਹਨਾਂ ਨੇ ਦੱਸਿਆ ਕਿ ਇਹ ਵੀ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਹਿੱਸਾ ਹੈ। ਔਰ ਜਦੋਂ ਅਸੀਂ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੇ ਤਾਂ ਉਹਨਾਂ ਸਾਰੇ ਰਾਗਾਂ ਨੂੰ ਵੀ ਨਮਸਕਾਰ ਕਰਨੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਤੇ ਜਿਵੇਂ ਸਾਡੇ ਜਿਹੜੀ ਟ੍ਰੈਡੀਸ਼ਨ ਨੂੰ ਬਚਾ ਕੇ ਰੱਖਣ ਦਾ, ਬਿਕੋਜ਼ ਨਵੇਂ ਤਰੀਕੇ ਦਾ ਮਿਊਜ਼ਿਕ ਸ਼ੁਰੂ ਹੋ ਗਿਆ ਔਰ ਸਿਰਫ ਗੁਰਮਤਿ ਸੰਗੀਤ ਹੀ ਹੈ ਜਿਹੜਾ ਜਿਹਨੇ ਪੰਜਾਬ ਨੂੰ ਜਾਂ ਇਸ ਸੈਕਟ ਨੂੰ ਪੂਰੇ ਮਿਊਜ਼ਿਕ ਨਾਲ ਜੋੜ ਕੇ ਰੱਖਿਆ ਹੋਇਆ ਹੈ। ਬਿਲਕੁਲ ਸਹੀ ਗੱਲ ਹੈ, ਟੋਟਲੀ ਐਗਰੀ। ਕਿਉਂਕਿ ਹੋਰ ਇੰਨੇ ਪਲੇਟਫਾਰਮਸ 'ਤੇ ਮੈਂ ਨਹੀਂ ਵੇਖਿਆ ਕਿ ਕਲਾਸੀਕਲ ਨੂੰ ਜਾਂ ਰਾਗਾਂ ਨੂੰ ਪ੍ਰਮੋਟ ਕਰਦੇ, ਬਹੁਤ ਘੱਟ ਵੇਖਿਆ। ਲੇਕਿਨ ਜਿੰਨੇ ਗੁਰਮੁਤ ਕੈਂਪ ਨੇ ਜਾਂ ਗੁਰਮੁਤ ਸੁਸਾਇਟੀਆਂ ਬਣੀਆਂ ਹੋਈਆਂ ਇੰਡੀਆ ਜਾਂ ਸਾਡੇ ਬਾਹਰਲੇ ਕੰਟਰੀਆਂ 'ਚ, ਵੈਸੇ ਵੀ ਅਮਰੀਕਾ ਦੇ ਵਿੱਚ, ਅਤੇ ਇੱਥੇ ਵੀ 31 ਰਾਗ ਤਾਂ ਡੈਫੀਨੇਟਲੀ ਮਸਟ ਆਉਣੇ ਚਾਹੀਦੇ। ਤੁਹਾਨੂੰ ਗੁਰਬਾਣੀ ਅਗਰ ਸਿੱਖਣੀ ਹੈ ਤਾਂ ਤੁਹਾਨੂੰ 31 ਰਾਗ ਤਾਂ ਡੈਫੀਨੇਟਲੀ ਆਉਣੇ ਚਾਹੀਦੇ ਨੇ। ਅਤੇ ਉਹ 31 ਰਾਗ ਜੇ ਨਹੀਂ ਆਉਂਦੇ ਤੁਸੀਂ ਗੁਰਬਾਣੀ ਨਹੀਂ ਕਰ ਸਕਦੇ।
ਤੇ ਇਹ ਬਿਲਕੁਲ ਠੀਕ ਹੈ ਕਰ ਸਕਦੇ ਹੋ ਕਰ ਸਕਦੇ ਹੋ, ਪਰ ਰਾਗਾਂ ਦੇ ਵਿੱਚ ਤੁਸੀਂ ਮਤਲਬ ਹਾਂ। ਨੌਲੇਜ ਹੋਣਾ ਇੰਪੋਰਟੈਂਟ ਹੈ ਨੇ ਜੀ। ਠੀਕ ਹੈ। ਕੀਰਤਨ ਜਿਹੜਾ ਮੈਂ ਕਿਹਾ ਅੱਜ ਕੱਲ੍ਹ ਜਿਹੜਾ ਕੀਰਤਨ ਕਈ ਕਰ ਰਹੇ ਨੇ, ਉਹਨਾਂ ਨੇ 31 ਰਾਗਾਂ ਤੋਂ ਬਾਹਰ ਵੀ ਗਜ਼ਲਾਂ ਦੀ ਟਿਊਨਾਂ ਦੇ ਵੀ ਲੋਕੀ ਕਰ ਰਹੇ ਨੇ, ਔਰ ਬੜਾ ਕੁਝ ਹੋ ਰਿਹਾ। ਅਗਰ ਉਹ ਰਾਗਾਂ ਦੇ ਵਿੱਚ ਨੇ ਤਾਂ ਠੀਕ ਹੈ, ਰਾਗਾਂ ਦੇ ਵਿੱਚ ਚੱਲਦਾ ਹੈ। ਕਈ ਨਾ ਪਹਿਲਾਂ ਰਾਗ ਤੋਂ ਸ਼ੁਰੂ ਕਰਦੇ ਨੇ, ਫਿਰ ਉਹ ਅੱਜ ਕੱਲ੍ਹ ਇੱਕ ਸ਼ਬਦ ਲਾਈਟ ਚ ਕਰ ਦਿੰਦੇ ਨੇ। ਅੱਛਾ, ਲਾਈਟ ਹਾਂ, ਲਾਈਟ ਮਿਊਜ਼ਿਕ ਕਰ ਦਿੰਦੇ ਨੇ, ਕਿਉਂਕਿ ਆਡੀਅנס ਉਸ ਤਰ੍ਹਾਂ ਦੀ ਹੈ ਨਾ, ਉਹਨਾਂ ਨੂੰ ਸੰਗਤ ਆਡੀਅנס ਨਹੀਂ, ਸੰਗਤ ਜਿਹੜੀ ਹੈ ਉਹ ਵੀ ਆਡੀਅנס ਵਾਲਾ ਸੰਗਤ ਹੀ ਪਤਾ ਚੱਲ ਚਿੱਤਰ ਪੈ ਗਏ ਨੇ ਮੋਨੀ ਗਿੱਲ ਨੂੰ। ਹਾਂ, ਤੇ ਜਿਹੜੀ ਸੰਗਤ ਆ ਉਸ ਤਰ੍ਹਾਂ ਦਾ ਇੰਨਾ ਕਈ ਵਾਰੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਦਾ। ਅੱਛਾ, ਤੁਹਾਨੂੰ ਮੌਕਾ ਮਿਲਿਆ ਸ਼ਬਦ ਮੈਂ ਪਹਿਲਾਂ ਸੁਣਿਆ ਸੀ ਤੁਸੀਂ? ਜੀ ਮੈਂ ਜਦੋਂ ਕਾਲਜ 'ਚ ਸੀਗਾ, ਤੇ ਨਾਨਕਸਰ ਵਾਲੇ ਬਾਬਾ ਜੀ ਹੈਗੇ, ਉਹਨਾਂ ਦਾ ਇੱਥੇ ਡੇਰਾ ਹੈਗਾ ਅੰਮ੍ਰਿਤਸਰ ਦੇ ਵਿੱਚ ਹੀ। ਉੱਥੇ ਮੈਂ ਕਾਫੀ ਮਤਲਬ ਰੈਗੂਲਰ ਬੇਸਿਸ ਤੇ ਵੀ ਮੈਂ ਜਾਂਦਾ ਸੀ। ਮੇਰਾ ਫਰੈਂਡ ਸੀ, ਉਹ ਤਬਲਾ ਵਜਾਉਂਦਾ ਸੀ ਉੱਥੇ, ਸੋ ਉਹ ਮੈਨੂੰ ਲੈ ਕੇ ਜਾਂਦਾ ਸੀ। ਔਰ ਉੱਥੋਂ ਮੈਨੂੰ ਆਫਰਸ ਵੀ ਆਈਆਂ, ਕਈ ਬਾਬਿਆਂ ਨੇ ਕਿਹਾ ਤੁਸੀਂ ਕੇਸ ਰੱਖ ਲਓ, ਅੰਮ੍ਰਿਤ ਛਕ ਲਓ, ਤੇ ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ। ਤੇ ਕਈਆਂ ਨੇ ਬਹੁਤ ਲਾਲਚ ਵੀ ਦਿੱਤਾ, ਇਹ ਹੋ ਜਾਊਗਾ, ਉਹ ਹੋ ਜਾਊਗਾ, ਗੱਡੀਆਂ ਆ ਜਾਣਗੀਆਂ, ਬਾਹਰ ਦੇ ਟੂਰ ਹੋਣਗੇ। ਮੈਂ ਕਿਹਾ ਨਹੀਂ, ਇੱਕ ਆਪਣੇ ਮਨ ਦੀ ਵੀ ਹੁੰਦਾ ਤੁਹਾਨੂੰ। I wanted to be a good singer. That's good. ਧਰਮ ਔਰ ਜੋ ਆਪਣੀ ਜਿਹੜੀ ਪਰਸਨਲ ਲਾਈਫ ਹੈ, ਉਹ ਨਾ ਹੀ ਕਦੀ ਕਿਸੇ ਦੇ ਥੋਪਿਆਂ ਚੱਲਦੀ ਹੈ। ਇਹ ਆਪਣੀ ਇੱਛਾ, ਇਹ ਜਦ ਤੱਕ ਦਿਲ ਚੋਂ ਆਵਾਜ਼ ਨਹੀਂ ਨਿਕਲਦੀ ਤਦ ਤੱਕ ਕੁਝ ਨਹੀਂ ਹੁੰਦਾ ਹੈਗਾ। ਬਿਲਕੁਲ। ਤੇ ਆਪਾਂ ਦਿਲ ਦੀ ਆਵਾਜ਼ ਨਾਲ ਹੀ ਚੱਲਦੇ ਹਾਂ। ਤੇ ਹੁਣ ਕੋਈ ਲਿਖ ਰਿਹਾ ਕਿ ਆਪਣੇ ਜਦੋਂ ਵਿਹਲਾ ਤਾਂ ਹੈ ਹੀ ਨਹੀਂ ਟਾਈਮ ਤੁਹਾਡੇ ਕੋਲ, ਜਦੋਂ ਵੈਸੇ ਹੀ ਕਦੀ ਬੈਠੇ ਹੋ ਤੇ ਤੁਹਾਡੇ ਦਿਲ ਚੋਂ ਕੀ ਆਵਾਜ਼ ਨਿਕਲਦੀ ਹੈ, ਕੀ ਸੁਣਨਾ ਚਾਹੁੰਦੇ ਹੋ, ਕੀ ਸੁਣਦੇ ਹੋ, ਕੀ ਗਾਉਂਦੇ ਹੋ? ਮੈਂ ਜ਼ਿਆਦਾ ਅਮੀਰ ਖਾਨ ਸਾਹਿਬ ਨੂੰ ਸੁਣਦਾ। ਵਾਹ, ਅਰੇ ਵਾਹ। ਪੰਡਿਤ ਨਿਖਿਲ ਬੈਨਰਜੀ ਦਾ ਸਿਤਾਰ ਸੁਣਦਾ, ਵਿਲਾਇਤ ਖਾਨ ਸਾਹਿਬ ਨੂੰ ਸੁਣਦਾ। ਜੇ ਗਜ਼ਲ ਦਾ ਮਨ ਕਰੇ ਤਾਂ ਹਰੀਹਰਨ ਜੀ, ਮਹਿਦੀ ਹਸਨ ਖਾਨ ਸਾਹਿਬ। ਔਰ ਜੇ ਮਿਊਜ਼ਿਕ ਦਾ ਨਾ ਮਨ ਹੋਵੇ ਤੇ ਫਿਰ ਮੈਂ ਨੈਟਫਲਿਕਸ ਔਨ ਕਰਕੇ ਤੇ ਕੋਈ ਸੀਰੀਜ਼ ਸ਼ੁਰੂ ਕਰ ਲਈਦੀ ਹੈ। ਤਾਂ ਮੈਨੂੰ ਕ੍ਰਿਕਟ ਦਾ ਬਹੁਤ ਸ਼ੌਕ ਹੈ। ਮੈਂ ਬਹੁਤ ਕ੍ਰਿਕਟ, ਹਾਲੇ ਵੀ ਕੋਈ ਹੋਵੇ ਤਾਂ ਮੈਂ ਸਟੂਡੈਂਟਸ ਨੂੰ ਇਕੱਠਾ ਕਰਕੇ ਅਸੀਂ ਟੀਮ ਬਣਾ ਕੇ ਕ੍ਰਿਕਟ ਖੇਡਣ ਚੱਲ ਜਾਂਦੇ ਹਾਂ। ਵੈਰੀ ਗੁੱਡ। ਔਰ ਵਾਟ ਅਬਾਊਟ ਖਾਣਾ ਖੁਣਾ ਬਣਾ ਲੈਂਦੇ ਹੋ? ਅੰਮ੍ਰਿਤਸਰ ਦੇ ਨੇ ਕੁਲਚੇ ਛੋਲੇ ਤੇ ਖਾਦੇ ਹੀ ਹੋਣੇ। ਸਾਡੇ ਆਕਸੀਜਨ ਹੈ ਜੀ ਕੁਲਚੇ ਛੋਲੇ। ਖਾਣਾ ਮੈਨੂੰ ਮਤਲਬ ਸ਼ੌਕ ਹੈ ਬਣਾਉਣ ਦਾ, ਬਟ ਬਹੁਤ ਰੇਅਰ ਹੈ ਮੈਂ ਕਦੀ ਬਣਾਵਾਂ। ਪਰ ਮੈਨੂੰ ਉਹਦਾ ਆਈ ਐਮ ਅ ਫੂਡੀ। ਆਈ ਗੈਸ ਐਵਰੀ ਆਰਟਿਸਟ ਇਜ਼ ਅ ਫੂਡੀ। ਸੋ ਕਿਹੜੀ ਫੇਵਰਿਟ ਡਿਸ਼ ਕਿਹੜੀ ਹੈ ਤੁਹਾਡੀ? ਬਹੁਤ ਮਤਲਬ ਅਲੱਗ-ਅਲੱਗ ਕੁਜ਼ੀਨਸ 'ਚ, ਜਿੱਦਾਂ ਮੈਨੂੰ ਚਾਈਨੀਜ਼ ਬਹੁਤ ਪਸੰਦ ਹੈ। ਚਾਈਨੀਜ਼, ਫਿਰ ਮਤਲਬ ਸਭ ਕੁਝ ਜਿਹੜੀ ਚੀਜ਼ ਅੱਛਾ ਹੈ, ਅਰੋਮਾ ਤੇ ਸ਼ਕਲ ਦੀ ਪ੍ਰੈਜੈਂਟੇਸ਼ਨ ਅੱਛੀ, ਸਵਾਦ ਹੋਵੇ, ਜਿਹੜੀ ਸਵਾਦ ਹੈ ਉਹ ਪਸੰਦ ਹੈ। ਤੇ ਵਾਈਫ ਦੀ ਕਿਹੜੀ ਐਸੀ ਡਿਸ਼ ਹੈ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਤੁਹਾਡੀ? ਜਿਹੜੀ ਪਕਾ ਕੇ ਖਵਾਉਂਦੀ ਵੈਸਾ ਡਾਕਟਰ ਹੈ? ਚਿਕਨ ਬਿਰਿਆਨੀ। ਅਰੇ ਵਾਹ। ਔਰ ਵਾਈਫ ਦੀ ਕਿਹੜੀ ਐਸੀ ਡਿਸ਼ ਹੈ ਜਿਹੜੀ ਤੁਹਾਨੂੰ ਬਿਲਕੁਲ ਨਹੀਂ ਪਸੰਦ ਉਹ ਰੋਜ਼ ਬਣਾਉਂਦੀ? ਹਰ ਰੋਜ਼ ਨਹੀਂ ਬਣਾਉਂਦੀ, ਮਤਲਬ ਮੋਸਟਲੀ ਖਾਣੀ ਪਵੇ। ਕੀ? ਮੈਂ ਕਿਹਾ ਕੀ ਪਤਾ ਘਰ ਜਾ ਕੇ ਕभी ਨਾ ਬਣਾਈਏ। ਪਹਿਲਾਂ ਹੁੰਦੇ ਸੀ ਨਖਰੇ, ਪਰ ਉਹ ਨੌਲੇਜ ਟੇਸਟ ਮੇਰਾ ਵੀ ਡਿਵੈਲਪ ਹੋ ਗਿਆ। ਇਹੋ ਜਿਹੀ ਕੋਈ ਉਹ ਐਕਚੁਅਲੀ ਉਹਨੇ ਕਹਿਣਾ ਨੂੰ ਕਿਸ ਤਰ੍ਹਾਂ ਦਾ ਪਸੰਦ ਹੈ। ਇੱਕ ਦਿਨ ਨਾ ਪਿੱਛੇ ਜੇ ਮੇਰੇ ਮੁੰਡੇ ਨੂੰ ਯੂਵੀ ਨੂੰ ਆਲੂ ਬੜੇ ਪਸੰਦ ਨੇ, ਤਾਂ ਇੱਕ ਦਿਨ ਇਹਨੇ ਨਾ ਆਲੂ ਦਾ ਪੁਲਾਓ ਬਣਾ ਲਿਆ। ਸੋ ਇੱਕ ਦਿਨ ਇਹਨੇ ਚਿਕਨ 'ਚ ਆਲੂ ਪਾ ਲਏ, ਇੱਕ ਦਿਨ ਇਹਨੇ ਆਂਡੇ ਦੀ ਭੁਰਜੀ 'ਚ ਆਲੂ ਪਾ ਲਏ, ਇੱਕ ਦਿਨ ਇਹਨੇ ਆਲੂ ਤੇ ਮਟਰ ਬਣਾ ਲਏ। ਮੈਂ ਕਿਹਾ ਕੀ ਗੱਲ, ਆਲੂ ਸੇਲ ਤੇ ਲੱਗੇ ਨੇ, ਕੀ ਚੱਕਰ ਹੈ, ਕੀ ਚੱਕਰ ਆਂਡੇ 'ਚ ਆਲੂ ਆਂਡੇ? ਪਾਸ ਮੈਨੂੰ ਲੱਗਦਾ ਦੀਪਨ ਜੀ ਪਾਸ ਹੋਏ ਨੇ। ਨਹੀਂ ਆਪਣੇ ਆਪ ਹੋਇਆ ਮੇਰਾ। ਅੱਛਾ, ਹਾਂਜੀ ਹੋ ਗਏ, ਠੀਕ। ਲੈਟਸ ਸੀ। ਹਾਂਜੀ। ਸੋ ਵੈਸੇ ਤੁਸੀਂ ਜਿਹੜੀ ਮਰਜ਼ੀ ਡਿਸ਼ ਬਣਾਉਂਦੇ ਹੋ, ਕਿਹੜੀ ਇੱਕ ਡਿਸ਼ ਐਸੀ ਬਣਾਉਂਦੇ ਹੋ ਕੋਈ ਵੀ? ਖੁਦ ਕੀ ਬਣਾਉਂਦੇ ਹੋ? ਖੁਦ ਮੈਂ ਮੈਗੀ ਮੇਰੀ ਹੱਥ ਦੀ ਬਹੁਤ ਪਸੰਦ ਕੀਤੀ। ਦ ਈਜ਼ੀਐਸਟ ਬੜੀ ਬੜਾਈ ਮੈਗੀ, ਗਾਰਲਿਕ ਮੈਗੀ। ਮੈਂ ਚਾਹ ਬਣਾ ਲੈਣਾ। ਸਹੀ ਗੱਲ ਨਹੀਂ, ਆਪਾਂ ਮਿਸਟਰ ਗਿੱਲ ਤੋਂ ਸਭ ਕੁਝ ਪਕਵਾਈਦਾ। ਵੈਰੀ ਗੁੱਡ। ਸਿਖਾ ਦਿੱਤਾ ਜੀ, ਕੁੱਕ ਬਣਾ ਦਿੱਤਾ ਇਹਨਾਂ ਨੂੰ। ਤੇ ਹੁਣ ਦੀਪਨ ਜੀ, ਹੁਣ ਵਾਪਸ ਮੈਂ ਮਿਊਜ਼ਿਕ ਵਾਲੇ ਪਾਸੇ ਤੁਹਾਨੂੰ ਲੈ ਕੇ ਜਾਨੀ ਹਾਂ। ਤੁਹਾਨੂੰ ਮੈਂ ਤੁਹਾਡੀ ਬਾਇਓ ਵੀ ਪੜ੍ਹੀ, ਬੜੇ ਬਹੁਤ ਦਿਗਜਾਂ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ। ਤੁਸੀਂ ਭਾਵੇਂ ਬੰਬੇ ਹੋਵੇ ਜਾਂ ਦਿੱਲੀ ਹੋਵੇ, ਬੜੇ ਬੜੇ ਉਸਤਾਦ ਗੁਲਾਮ ਮੁਸਤਫਾ ਤੋਂ ਲੈ ਕੇ ਮੈਂ ਤੁਹਾਨੂੰ ਈਵਨ ਮਿਊਜ਼ਿਕ ਫਿਲਮ ਇੰਡਸਟਰੀ ਦੇ ਵਨ ਆਫ ਮਾਈ ਫੇਵਰਟ ਮਿਊਜ਼ਿਕ ਇਸਮਾਇਲ ਦਰਬਾਰ ਜੀ, ਉਹਨਾਂ ਨਾਲ ਉਹਨਾਂ ਦਾ ਵੀ ਨਾਮ ਤੁਹਾਡੀ ਮੈਂ ਬਾਇਓ 'ਚ ਪੜ੍ਹਿਆ। ਅਤੇ
ਤੁਹਾਨੂੰ ਸਭ ਤੋਂ ਜ਼ਿਆਦਾ ਤੁਹਾਡੀ ਲਾਈਫ ਦੇ ਵਿੱਚ ਕਿਹੜੇ ਗੁਰੂ ਦਾ ਸਭ ਤੋਂ ਜ਼ਿਆਦਾ ਮਤਲਬ ਕੋਈ ਚੀਜ਼ ਐਸੀ ਜਿਹੜੀ ਕੰਮ ਆਈ, ਭਾਵੇਂ ਉਹ ਐਜ਼ ਏ ਮਿਊਜ਼ਿਕ ਡਾਇਰੈਕਸ਼ਨ ਹੋਵੇ ਜਾਂ ਵੌਇਸ ਟ੍ਰੇਨਿੰਗ ਹੋਵੇ, ਮਤਲਬ ਡਿਫਰੈਂਟ ਜ਼ੋਨਰਸ ਦੇ ਵਿੱਚ ਉਹਨਾਂ ਨੇ ਲਾਈਫ ਸਟਾਈਲ ਦੇ ਵਿੱਚ ਉਹਨਾਂ ਨੇ ਹੈਲਪ ਕੀਤਾ ਤੁਹਾਨੂੰ? ਮੈਨੂੰ ਇਨਫਲੂਐਂਸਸ ਮੇਰੇ 2-3 ਕਲਾਕਾਰਾਂ ਦਾ ਬਹੁਤ ਜ਼ਿਆਦਾ ਰਿਹਾ। ਪੰਡਿਤ ਰਾਜਨ ਸਾਜਨ ਮਿਸ਼ਰਾ ਜੀ ਦਾ, ਉਹਨਾਂ ਦਾ ਇਨਫਲੂਐਂਸ ਮੈਂ ਕਿਉਂਕਿ ਬਚਪਨ ਤੋਂ ਕੈਸੇਟਸ ਸੀਡੀਜ਼ ਉਹਨਾਂ ਦੀਆਂ ਬਹੁਤ ਸੁਣੀਆਂ। ਗੁਰੂ ਜੀ ਤੋਂ ਜਦੋਂ ਮੈਂ ਤਾਲੀਮ ਲੈਣੀ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਸੁਣਦਾ ਰਿਹਾ ਸੀ, ਰਾਜਨ ਸਾਜਨ ਮਿਸ਼ਰਾ ਜੀ। ਰਾਜਨ ਜੀ ਕੋਲੋਂ ਮੈਂ ਮਤਲਬ ਬਹੁਤ ਜ਼ਿਆਦਾ ਇਨਫਲੂਐਂਸ ਰਿਹਾ। ਮੇਰੀ ਗਾਇਕੀ 'ਚ ਵੀ ਕਿਸੇ ਵੇਲੇ ਉਹਨਾਂ ਦੀ ਰਿਫਲੈਕਸ਼ਨ ਆਉਂਦੀ ਹੈ। ਹੁਣ ਜਾ ਕੇ ਲੋਕੀ ਕਹਿੰਦੇ ਨੇ ਕਿ जब ऊपर का सा लगता है तुम्हारा तो लगता है राजन जी जैसे गा रहे हो। तो मतलब वो सब चीज़ां इंस्पायर बहुत किया मैंने उन्होंने, क्योंकि उन्होंने गायकी शायद मैंने बहुत अट्रैक्ट कर गई। दैन गुलाम मुस्तफा खान साहब ਜਿਹੜੇ ਹੈਗੇ ਸੀ, ਉਹਨਾਂ ਕੋਲ ਮੈਂ 2-3 ਸੈਸ਼ਨਸ ਹੋਏ ਸੀ ਮੇਰੇ। ਐਕਚੁਅਲੀ ਮੈਂ ਬੰਬੇ ਦੇ ਵਿੱਚ ਜਿਹੜੀ ਅਕੈਡਮੀ ਦੇ ਵਿੱਚ ਸੀ, ਉੱਥੇ ਐਵਰੀ ਸੈਟਰਡੇ ਔਰ ਸੰਡੇ ਕੋਈ ਨਾ ਕੋਈ ਵੱਡੇ ਆਰਟਿਸਟ ਆਉਂਦੇ ਸੀ ਸਾਨੂੰ ਟ੍ਰੇਨ ਕਰਨ, ਆਪਣੇ ਐਕਸਪੀਰੀਐਂਸਿਸ ਸ਼ੇਅਰ ਕਰਨ। ਇੱਕ 1-to-1 ਸੈਸ਼ਨ ਹੁੰਦਾ ਸੀ। ਉੱਥੇ ਹੀ ਫਿਰ ਮੇਰੇ ਕੋਲ ਮੇਰਾ ਰਾਬਤਾ ਹੋਇਆ ਉਹਨਾਂ ਨਾਲ, ਗੁਲਾਮ ਅਲੀ ਖਾਨ ਸਾਹਿਬ ਨਾਲ, ਇਸਮਾਇਲ ਦਰਬਾਰ ਸਾਹਿਬ ਨਾਲ। ਪਰ ਮੈਨੂੰ ਕਈ ਛੋਟੀ ਗੱਲਾਂ ਯਾਦ ਹੈ ਕਿ ਜਦੋਂ ਜਾਣ ਲੱਗੇ ਇੱਕ ਵਾਰੀ ਕੀ ਹੋਇਆ ਕਿ ਪੰਡਿਤ ਜਸਰਾਜ ਜੀ ਆਏ ਹੋਏ ਸੀ ਉੱਥੇ। ਉਹਨਾਂ ਦੇ ਸਾਹਮਣੇ ਪਹਿਲੇ ਮੈਂ ਗਾਇਆ, ਉਹਨਾਂ ਦੇ ਸਾਹਮਣੇ ਗਾਇਆ ਮੈਂ। ਫਿਰ ਇੱਕ ਬੱਚੇ ਨੇ ਗਾਣਾ ਸੀ ਤੇ ਸਾਡੇ ਤਬਲੇ ਵਾਲੇ ਨੂੰ ਕੋਈ ਫੋਨ ਆ ਗਿਆ, ਉਹ ਬਾਹਰ ਚਲੇ ਗਏ ਤੇ ਮੈਂ ਤਬਲਾ ਫੜ ਕੇ ਬਹਿ ਗਿਆ। ਉਹਦੇ ਨਾਲ ਮੈਂ, ਉਹ ਬੜੇ ਖੁਸ਼ ਹੋਏ ਕਿ ਉਹ ਆਪ ਵੀ ਤਬਲਾ ਵਜਾਉਂਦੇ ਸੀ। ਸੋ ਉਸ ਤੋਂ ਬਾਅਦ ਇੱਕ ਲੜਕੀ ਨੇ ਗਾਣਾ ਗਾਣਾ ਸੀ, ਮੈਂ ਉਹਦੇ ਨਾਲ ਪਿਆਨੋ ਵਜਾਉਣ ਲੱਗ ਪਿਆ। ਫਿਰ ਮੈਂ ਗਿਟਾਰ ਵਜਾਈ ਤੇ ਬੜੇ ਮਤਲਬ ਉਹਨਾਂ ਨੇ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ। ਔਰ ਜਾਣ ਲੱਗਿਆ ਇਹ ਕੰਪਲੀਮੈਂਟ ਮੈਨੂੰ ਅੱਜ ਤੱਕ ਯਾਦ ਹੈ, ਕਹਿੰਦੇ बनना तो इसके जैसे बनो, सिर्फ गाने तक मत सीमित रह जाए। क्या बात है, एडे बड़े आर्टिस्ट। that was the best compliment for me। ਮੈਨੂੰ ਅਜੇ ਵੀ ਕਿਸੇ ਵੇਲੇ ਮੈਂ ਆਪਣੇ ਆਪ ਨੂੰ ਥੋੜਾ ਡੀਮੋਟੀਵੇਟਡ ਫੀਲ ਕਰਾਂ ਜਾਂ ਕਿਸੇ ਵੇਲੇ ਤੁਹਾਨੂੰ ਲੋ ਫੀਲ ਹੁੰਦਾ ਹੈ, ਤੁਹਾਡੀ ਵਾਈਬਸ ਡਾਊਨ ਹੁੰਦੀਆਂ, ਤੇ ਮੈਂ ਇਹ ਫਿਰ ਗੱਲਾਂ ਯਾਦ ਕਰਕੇ ਆਪਣੇ ਆਪ ਨੂੰ ਫਿਰ ਪੁਸ਼ ਅਪ ਕਰ ਲੈਣਾ, ਫਿਰ ਐਨਰਜਾਈਜ਼ ਹੋਏ। ਪੰਡਿਤ ਜਸਰਾਜ ਜੀ ਨੂੰ ਬੰਬੇ ਮੈਨੂੰ 1-2 ਵਾਰੀ ਮੌਕਾ ਮਿਲਿਆ ਉਹਨਾਂ ਦੇ ਲਾਈਵ ਪ੍ਰੋਗਰਾਮ ਦੇਖਣ ਦਾ, ਲਾਈਵ ਕਨਸਰਟਸ। ਔਰ ਦੋਨੋਂ ਵਾਰੀ ਜ਼ਾਕਿਰ ਬਾਈ ਤਬਲੇ 'ਤੇ ਸੀਗੇ ਅਤੇ ਉਹਨਾਂ ਪਰਸਨੈਲਿਟੀ 'ਚ ਇੰਨੀ ਕੁ ਕਾਮਨੈਸ ਸੀ ਨਾ ਪੰਡਿਤ ਜੀ 'ਚ। ਔਰ ਜਦੋਂ ਉਹਨਾਂ ਨੂੰ ਦੇਖਦੇ ਸੀ ਇੰਝ ਲੱਗਦਾ ਸੀ ਕਿ ਇਹ ਸ਼ਾਇਦ ਧਰਤੀ ਤੋਂ ਬੰਦਾ ਬਿਲੋਂਗ ਹੀ ਨਹੀਂ ਕਰਦਾ। ਬਹੁਤ ਡਾਊਨ ਟੂ ਅਰਥ, ਸਿੰਪਲ ਪਰਸਨੈਲਿਟੀ। ਔਰ ਜਦੋਂ ਉਹਨਾਂ ਨੇ ਬੈਠ ਕੇ ਗਾਣਾ, ਇੰਨਾ ਕੁ ਠਹਿਰਾਓ, ਇੰਨਾ ਕੁ ਸਕੂਨ। ਮੈਨੂੰ ਕਈ ਉਹਨਾਂ ਨੂੰ ਇੰਝ ਲੱਗਦਾ ਜਿਵੇਂ ਉਹ ਇਕੱਲੇ ਹੀ ਬੈਠੇ ਗਾ ਰਹੇ ਨੇ ਔਰ ਆਪਣੇ ਹੀ ਜ਼ੋਨ 'ਚ ਨੇ। ਦੈਟ ਕਾਈਂਡ ਆਫ ਪਰਸਨੈਲਿਟੀ। ਓ ਯਾ। ਸੋ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਬਹੁਤ ਹੀ ਮਹਾਨ ਸ਼ਖਸੀਅਤ ਸੀਗੇ ਪੰਡਿਤ ਜਸਰਾਜ ਜੀ। ਔਰ ਇੱਕ ਐਸੇ ਆਰਟਿਸਟ ਜਿਹੜੇ ਕਿ ਦਿਲ ਖੋਲ ਕੇ ਤਾਰੀਫ ਕਰਦੇ। ਮੈਂ ਹੋਰ ਵੀ ਬੜੇ ਉਸਤਾਦ ਦੇਖੇ ਸੀ ਕਿ ਕਿਤੇ ਕੰਜੂਸੀ ਕਰ ਜਾਂਦੇ ਆ, ਲੇਕਿਨ ਅਗਰ ਉਹਨਾਂ ਨੂੰ ਪੰਡਿਤ ਜਸਰਾਜ ਜੀ ਨੂੰ ਕੋਈ ਚੀਜ਼ ਪਸੰਦ ਹੈ ਨਾ, ਤੇ ਉਹਨਾਂ ਨੇ ਰੱਜ ਕੇ ਤਾਰੀਫ ਕਰਨੀ ਹੈ, ਖੁੱਲ੍ਹ ਕੇ, ਮਤਲਬ ਕੰਜੂਸੀ ਨਹੀਂ ਕਰਨੀ ਫਿਰ। ਤੇ ਜੇ ਉਹਨਾਂ ਨੇ ਤਾਰੀਫ ਕਰਨੀ ਹੈ ਤਾਂ ਖੁੱਲ੍ਹ ਕੇ ਕਰਨੀ ਹੈ। ਉਹਨਾਂ ਨੂੰ ਮੈਂ ਬੜੇ ਸਾਰੇ। ਫਿਰ ਉਸ ਤੋਂ ਬਾਅਦ ਹਾਂਜੀ, ਉਹਨਾਂ ਨੇ ਸਾਡੀ ਕਲਾਸ ਤੋਂ ਬਾਅਦ ਜਿੱਥੇ ਜਾਣਾ ਸੀ, ਸੋ ਉਹਨਾਂ ਦਾ ਜਿਹੜਾ ਹੈਲਪਰ ਸੀ ਲੜਕਾ, ਉਹਨੂੰ ਕਹਿੰਦੇ ਤੁਮ ਜਾਓ ਆਪਣੇ ਘਰ, ਮੇਰੇ ਕੋ ਇਹ ਛੋੜਨੇ ਜਾਏਗਾ ਇਹ ਸੁਰੀਲਾ। ਸੋ ਮੈਂ ਉਹਨਾਂ ਨੂੰ ਲੋਖੰਡਵਾਲਾ ਨਹੀਂ, ਕੋਸ਼ੀਵਾਰਾ ਦੇ ਵਿੱਚ ਮੈਂ ਉਦੋਂ ਜੋਗੇਸ਼ਵਰੀ 'ਚ ਰਹਿੰਦਾ ਸੀ ਬੰਬੇ। ਸੋ ਉਹਨਾਂ ਨੂੰ ਮੈਂ ਉਹਨਾਂ ਦੀ ਗੱਡੀ 'ਚ ਛੱਡ ਕੇ, ਜਿੱਥੇ ਉਹਨਾਂ ਨੇ ਜਾਣਾ ਸੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਛੱਡ ਕੇ, ਉਹਨਾਂ ਨੂੰ ਬਿਠਾ ਕੇ ਫਿਰ ਉਹਨਾਂ ਨੇ ਚਾਹ ਪਿਲਾਈ। ਫਿਰ ਉੱਥੇ ਸਾਰਿਆਂ ਨੂੰ ਦੱਸਿਆ ਮੇਰੇ ਬਾਰੇ, ਮਤਲਬ ਇੰਨਾ ਪ੍ਰੇਮ ਮਿਲਿਆ, ਉਹਨਾਂ ਦਾ ਆਸ਼ੀਰਵਾਦ ਮਿਲਿਆ ਮੈਨੂੰ। ਸੋ ਇਹ ਸਭ ਮੈਨੂੰ ਗੱਲਾਂ ਯਾਦ ਆਉਂਦੀਆਂ ਉਹਨਾਂ ਦੀਆਂ। ਫਿਰ ਮੋਨੀ ਦੀ ਗੱਲ ਸਹੀ ਹੈ ਨਾ ਕਿ ਉਹ ਦਿਲੋਂ ਖੋਲ ਕੇ, ਫਿਰ ਜੇ ਤਾਰੀਫ ਕਰਦੇ ਨੇ ਤਾਂ ਫਿਰ ਉਹ ਦਿਲੋਂ ਖੋਲ ਕੇ ਕਰਦੇ ਨੇ ਪਿਆਰ। ਤੇ ਹੁਣ ਦੱਸੋ ਕਿ ਤੁਸੀਂ ਸਾਨੂੰ ਹੁਣ ਕਲਾਸੀਕਲ ਵਾਲੇ ਪਾਸੇ ਲੈ ਕੇ ਜਾਓਗੇ, ਪੌਪ ਵਾਲੇ ਪਾਸੇ, ਕਿ ਗਜ਼ਲ ਵਾਲੇ ਪਾਸੇ ਲੈ ਕੇ ਜਾਓਗੇ? ਮੈਂ ਗਜ਼ਲ ਸੁਣਾ ਦੇਣਾ ਹੁਣ। ਠੀਕ ਹੈ ਜੀ, ਕਲਾਸੀਕਲ ਗਜ਼ਲ ਠੀਕ ਹੈ।
ਬੜੀ ਟਫ ਕੰਪੋਜੀਸ਼ਨ, ਮੈਨੂੰ ਬਹੁਤ ਸਾਲ ਲੱਗੇ ਸੀ ਸਿੱਖਣ ਲੱਗੇ। ਹਰੀਹਰਨ ਸਾਹਿਬ ਦੀ ਚੀਜ਼ ਹੈ ਕਿਉਂਕਿ ਇਹ 'ਚ ਬਹੁਤ ਛੋਟੇ ਛੋਟੇ ਦਾਣੇ, ਬਹੁਤ ਛੋਟੇ ਛੋਟੇ टर्न्स ने। अगर यकीन नहीं आता तो आज़माए मुझे, अगर यकीन नहीं आता तो आज़माए मुझे। वो आईना है तो फिर आईना दिखाए मुझे, अगर यकीन। अजब चिराग हूँ दिन रात जलता रहता हूँ, अजब चिराग हूँ दिन रात जलता रहता हूँ। मैं थक गया हवा से, कहो बुझाए मुझे, मैं थक गया हवा से, कहो बुझाए मुझे, अगर यकीन। ਵਾਹ ਕੀ ਬਾਤ ਹੈ ਜੀ। ਬਿਊਟੀਫੁਲ। जी ਜਿਸ ਤਰ੍ਹਾਂ ਮੈਂ ਕਿਹਾ ਐਕਸਪ੍ਰੈਸ਼ਨ ਕਿੰਗ ਨੇ ਐਸਾ ਘੁੱਟ ਕੇ ਮਤਲਬ ਆਪਣੇ ਗਲੇ 'ਚੋਂ ਆਵਾਜ਼ ਕੱਢਣੀ ਕਿ ਆਵਾਜ਼ ਜਿਹੜਾ ਵਰਡ ਕਹਿ ਰਿਹਾ ਨਾ ਉਹ ਫਟ ਨਾ ਜਾਵੇ। ਇੱਕ ਖਾਸੀਅਤ ਹੈ ਹੰਸਰਾਜ ਜੀ ਦੀ, ਹਰੀਹਰਨ ਜੀ, ਹੰਸਰਾਜ ਜੀ ਸੌਰੀ ਵੀ ਲਵ ਯੂ ਟੂ। ਅਤੇ ਹਰੀਹਰਨ ਜੀ ਦਾ ਇੱਕ ਖਾਸੀਅਤ ਹੈ, ਇਹ ਲਫ਼ਜ਼ਾਂ ਨੂੰ ਇੰਨਾ ਸੌਫਟ ਕਰਕੇ ਗਾਉਂਦੇ ਹੈ ਨਾ ਕਿ ਉਹ ਕੋਈ ਹੋਰ ਉਹਨੂੰ ਕਾਪੀ ਕਰਨਾ ਚਾਹਵੇ ਤੇ ਯਾਨੀ ਕਿ ਇੰਨੀ ਪ੍ਰੈਕਟਿਸ ਕਰਨ ਦੀ ਲੋੜ ਹੈ। ਔਰ ਸਹੀ ਕਹਿ ਰਹੇ ਹੋ ਤੁਸੀਂ, ਫਿਰ ਸੇ ਬੋਲੋ, ਸਿਲਕ ਵੌਇਸ ਐਂਡ ਫੈਦਰ ਟੱਚ। ਹਾਂ ਵਾਕਈ। ਔਰ ਇਹ ਸਾਨੂੰ, ਅਸੀਂ ਬਹੁਤ ਲੱਕੀ ਹਾਂ ਕਿ ਅਸੀਂ ਲਾਈਵ ਉਹਨਾਂ ਨੂੰ ਸੁਣਨ ਦਾ ਸਾਨੂੰ ਮੌਕਾ ਮਿਲਿਆ ਵਿਦ ਜ਼ਾਕਿਰ ਭਾਈ। ਔਰ ਦੈਟ ਵਾਜ਼ ਵਨ ਆਫ ਦੀ ਬੈਸਟ ਕਨਸਰਟ ਵੀ ਹੈਵ ਐਵਰ ਐਕਸਪੀਰੀਐਂਸਡ। ਦੋ ਐਸੇ ਦਿੱਗਜ ਕਲਾਕਾਰ ਔਰ ਦੋਨਾਂ ਦੀ ਆਪਸ ਦੇ ਵਿੱਚ ਜਿਹੜੀ ਰਮਜ ਹੈ, ਇੱਕ ਦੂਸਰੇ ਨੂੰ ਰਿਸਪੈਕਟ ਦੇਣ ਦਾ ਇੱਕ ਤਰੀਕਾ ਹੈ ਦੋਨੋਂ ਇੱਕ ਦੂਸਰੇ ਨੂੰ। ਔਰ ਸਪੈਸ਼ਲੀ ਜ਼ਾਕਿਰ ਭਾਈ ਨੇ ਜਦੋਂ ਕਹਿੰਦਾ ਪੂਰਾ ਨਮਸਕਾਰ ਲੰਮੇ ਪੈ ਕੇ ਉਹਨਾਂ ਨੂੰ ਕੀਤਾ ਤੇ ਅਸੀਂ ਦੇਖ ਕੇ ਹੈਰਾਨ ਹੋ ਗਏ। ਮਿਊਜ਼ਿਕ 'ਚ ਨਾ ਸਾਡੇ ਗੁਰੂ ਜੀ ਗੱਲ ਕਹਿੰਦੇ ਨੇ ਕਿ ਅਦਬ ਜਿਹੜਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਬਾ ਅਦਬ ਬਾ ਨਸੀਬ, ਬੇਅਦਬ ਬਦ ਨਸੀਬ। ਵਾਹ ਵਾਹ ਕੈਸੀ ਬਾਤ, ਵਾਹ ਬਿਲਕੁਲ ਸਹੀ। ਬਹੁਤ ਅਦਬ ਇਜ਼ ਵੈਰੀ ਇੰਪੋਰਟੈਂਟ। ਬੇਸ਼ੱਕ ਤੁਸੀਂ ਘੱਟ ਗਾਉਂਦੇ ਹੋ ਜਾਂ ਜ਼ਿਆਦਾ ਗਾਉਂਦੇ ਹੋ, ਆਪਣੇ ਜੂਨੀਅਰ ਦਾ ਸੀਨੀਅਰ ਦਾ, ਦੈਟ ਇਜ਼ ਵੈਰੀ ਮਚ ਇੰਪੋਰਟੈਂਟ। ਬਿਲਕੁਲ। ਅਤੇ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਤੁਹਾਡੇ ਇੰਨੇ ਸਾਰੇ ਮੈਂ ਪਿੱਛੇ ਜਿਹੇ ਸ਼ੇਅਰ ਕੀਤੇ ਨੇ ਮਾਈ ਫੇਸਬੁੱਕ ਪਰਸਨਲ ਪੇਜ ਮੋਨੀ ਗਿੱਲ ਦੇ ਉੱਤੇ ਪੇਜ ਵੀ ਨਹੀਂ ਮੇਰੇ ਅਕਾਊਂਟ 'ਤੇ, ਤੁਸੀਂ ਜਾ ਕੇ ਜਿਹੜੇ ਸਾਡੀ ਆਡੀਅנס ਆ ਦੇਖ ਸਕਦੇ ਹੋ ਕਿ ਦਿਪਿਨ ਜੀ ਦੇ ਇਹਨਾਂ ਦੇ ਕੁਛ ਮੈਂ ਜਿਹੜੇ ਸਿੰਗਲਸ ਨੇ ਉਹ ਸ਼ੇਅਰ ਕੀਤੇ ਨੇ। ਅਤੇ ਦਿਪਿਨ ਜੀ ਅਗਰ ਇਹਨਾਂ 'ਚੋਂ ਚੂਜ਼ ਕਰਨਾ ਹੋਏ ਕਿ ਮੇਰਾ ਬੈਸਟ ਸਿੰਗਲ ਮੇਰਾ ਕਿਹੜਾ ਹੈ, ਉਹ ਕਿਹੜਾ ਹੋਏਗਾ ਤੁਹਾਡਾ? ਜਦੋਂ ਰਿਲੀਜ਼ ਕਰਦੇ ਹੋ ਉਹ ਵੀ ਬੈਸਟ ਹੁੰਦਾ ਜਦੋਂ ਥੋੜੀ ਦੇਰ ਬਾਅਦ ਕਹਿੰਦਾ ਕਿ ਯਾਰ ਇਹ ਤੇ ਕੁਝ ਵੀ ਸੋ ਲੈਟ ਆਡੀਅנס ਡਿਸਾਈਡ। ਹਾਂ, ਪਰ ਕਈ ਵਾਰ ਐਸਾ ਹੁੰਦਾ ਕਿ ਤੁਹਾਨੂੰ ਉਹ ਖੁਦ ਨੂੰ ਇੰਨਾ ਪਸੰਦ ਹੁੰਦਾ ਲੇਕਿਨ ਉਹ ਰਿਸਪੌਂਸ ਐਸਾ ਨਹੀਂ ਆਉਂਦਾ, ਲੇਕਿਨ ਉਹ ਖੁਦ ਨੂੰ ਬਹੁਤ ਪਸੰਦ ਹੁੰਦਾ ਯੂ ਨੋ ਕਿ ਮੈਂ ਇਹਦੇ 'ਚ ਬੜੀ ਰੂਹਦਾਰੀ ਨਾਲ ਗਾਇਆ ਸੀ ਲੇਕਿਨ ਉਹ ਰਿਸਪੌਂਸ ਨਹੀਂ ਆਇਆ। ਮਤਲਬ ਇੱਦਾਂ ਕਦੀ ਫੀਲ ਹੋਇਆ? ਬਹੁਤ ਵਾਰੀ ਹੋਇਆ ਇੱਦਾਂ, ਕਿਸੇ ਵੇਲੇ ਸਟੇਜ ਤੋਂ ਉਤਰੀਦਾ ਤੇ ਇਸ ਤਰ੍ਹਾਂ ਉਤਰੀਦਾ ਕਿ ਅੱਜ ਤੇ ਕਮਾਲ ਹੀ ਕਰਤੀ, ਪਰ ਅੱਗੋਂ ਕੋਈ ਰਿਸਪੌਂਸ ਹੀ ਨਹੀਂ ਆਉਂਦਾ। ਕਿਸੇ ਵੇਲੇ ਸਾਨੂੰ ਨਹੀਂ ਅੱਛਾ ਲੱਗਦਾ ਪਰ ਆਡੀਅנס ਉਸ ਦਿਨ ਮੈਨ ਆਫ ਦਾ ਮੈਚ ਬਣਾ ਦਿੰਦੀ ਹੈ, ਅੱਜ ਕਰਦੀ ਹੈ। ਵਾਹ ਕੀ ਬਾਤ ਹੈ। ਉਹਨਾਂ ਦਾ ਉਸ ਜ਼ੋਨ 'ਚ ਹੁੰਦੇ ਹੋਣੇ। ਮੈਂ ਪਿੱਛੇ ਜੇ ਹਰੀਹਰਨ ਜੀ ਦਾ ਇੰਟਰਵਿਊ ਦੇਖ ਰਹੇ ਸੀ, ਆਪਾਂ ਹਰੀਹਰਨ ਜੀ ਦੇ ਸ਼ੋਅ ਦੀ ਗੱਲ ਕਰ ਰਹੇ ਹਾਂ, ਕਪਿਲ ਸ਼ਰਮਾ ਦੇ ਸ਼ੋਅ 'ਤੇ ਆਏ ਹੋਏ ਸੀਗੇ ਅਤੇ ਕਹਿੰਦੇ ਹਰੀਹਰਨ ਜੀ ਕਹਿੰਦੇ ਕਿ ਇੱਕ ਉਸਤਾਦ ਗਾ ਰਿਹਾ ਸੀਗਾ ਅਤੇ ਸਾਹਮਣੇ ਇੱਕ ਬੰਦਾ ਬੈਠਾ ਸੀ ਨਾ, ਉਹ ਉਹਨਾਂ ਨੂੰ ਇੰਜ ਕਰ ਰਿਹਾ ਸੀ। ਮੈਂ ਨਹੀਂ ਵੇਖਿਆ।
ਤੇ ਕਹਿੰਦਾ ਥੋੜੀ ਦੇਰ ਬਾਅਦ ਫਿਰ ਇੰਜ ਕਰੇ, ਫਿਰ ਥੋੜੀ ਦੇਰ ਬਾਅਦ ਇੰਜ ਕਰੇ। ਕਹਿੰਦਾ ਉਹ ਮਿਡ ਹਾਫ ਟਾਈਮ ਹੋਇਆ, ਉਹ ਖਾਨ ਸਾਹਿਬ ਨੇ ਕਿਹਾ ਅੰਦਰ आओ जरा। अंदर आंदा ਉਹਦੇ ਮਾਰੀ ਚੰਡ ਖਿੱਚ ਕੇ, ਕਹਿੰਦਾ मैं तो आपका बहुत बड़ा फ़ैन हूँ। तो कहता फ़ैन हो तो फिर ये क्या करे? तो कहता मैं तेरे कह रहे खान साहब ਤੁਹਾਡਾ जवाब नहीं है। Oh my God. कपिल देव शो ਤੇ ਸੀਗਾ और हरिहर जी ने क्या मैं क्या हुआ क्या बात है। ਮਤਲਬ ਕਈ ਵਾਰੀ ਇਹ ਪਰ ਇਸ ਤਰ੍ਹਾਂ ਬੰਬੇ ਦੀ ਗੱਲ ਹੈ, ਮੈਂ ਆਪਣੇ ਗੁਰੂ ਜੀ ਦੇ ਨਾਲ ਗਿਆ ਸੀ ਇੱਕ ਸ਼ੋਅ ਤੇ, ਅਨੂਪ ਜੀ ਦਾ ਸ਼ੋਅ ਸੀ, ਅਨੂਪ ਚਲੋਟਾ ਜੀ ਦਾ ਜੀ। ਸੋ ਗੁਰੂ ਜੀ ਨੂੰ ਉਹਨਾਂ ਨੇ ਗ੍ਰੀਨ ਰੂਮ 'ਚ ਬੁਲਾ ਲਿਆ ਤੇ ਸ਼ੋਅ ਨੂੰ ਹੈਗੇ ਸੀ 10 ਮਿੰਟ, ਤੇ ਕਹਿੰਦੇ ਆਓ ਪੰਡਿਤ ਜੀ ਚਾय पीते हैं एक साथ। ਸੋ ਉੱਥੇ ਇੱਕ ਬੰਦਾ ਨਾ ਅਨੂਪ ਜੀ ਦੇ ਪਿੱਛੇ ਬਹਿ ਗਿਆ ਕਿ मैंने आपके साथ संगत करनी है आज। वो कहते संगत करनी है, मेरे म्यूजिशियंस आए हुए हैं, आज आप फिर कभी घर पे आ जाना। वो हटे ही ना, कहते हाँ बताओ किस पे करोगे संगत, क्या है तुम्हारे पास? कहते शहनाई है। चलो सुनाओ। ਉਹਦੇ ਹੱਥ 'ਚ ਕੁਝ ਵੀ ਨਹੀਂ, ਉਹ ਨੱਕ ਨਾਲ ਸ਼ਹਿਨਾਈ ਵਜਾਉਂਦਾ। ਉਹ ਜਦੋਂ ਉਹਨੇ ਸ਼ੁਰੂ ਕੀਤੀ, ਉਹ ਸਾਰੇ ਚਾਹ ਪੀ ਰਹੇ, ਸਾਰਿਆਂ ਨੇ ਚਾਹ ਬਾਹਰ, ਚਲੋ ਕੁਝ ਤਾਂ ਸੁਣਾਓ। ਇਹੋ ਜਿਹੇ ਬੜੇ ਕੈਰੈਕਟਰਸ ਮਿਲਦੇ ਸਾਨੂੰ ਸ਼ੋਅਸ ਤੇ। ਵਾਕਈ, ਔਰ ਉਹਨਾਂ ਦਾ ਕੌਨਫੀਡੈਂਸ ਦੇਖ ਕੇ ਲੱਗਦਾ ਕਿ ਸਾਡੇ 'ਚ ਤਾਂ ਕੁਝ ਵੀ ਨਹੀਂ ਉਹਨਾਂ ਦੇ ਮੁਕਾਬਲੇ, ਯੂ ਨੋ। ਤੁਹਾਨੂੰ ਮੈਂ ਗੱਲ ਦੱਸਾਂ, ਮੈਂ ਵੈਸੇ ਸ਼ੇਅਰ ਨਹੀਂ ਕਰਨਾ ਸੀਗਾ। ਆ ਜਿਹੜਾ ਗਾਣਾ ਗਾ ਨਾ ਆਪਾਂ, ਤੂੰ ਹੀ ਰਹੇ ਜੀ, ਅਸੀਂ ਇੱਕ ਪ੍ਰੋਗਰਾਮ 'ਚ ਗਏ ਸੀਗੇ, ਐਸੇ ਜੱਜ ਤੇ ਨਹੀਂ ਕਹਿ ਸਕਦੇ, ਸਾਨੂੰ ਬਿਠਾਇਆ ਸੀਗਾ ਕਿ ਸਾਨੂੰ ਤੇ ਦੋ ਹੋਰ ਇੱਕ ਅਸੀਂ ਜੱਜ ਕਰਦੇ ਹਾਂ ਤੇ ਇੱਕ ਪ੍ਰੋਗਰਾਮ ਵੌਇਸ ਆਫ ਰਿਚਮੰਡ, ਤੇ ਉੱਥੇ ਇੱਕ ਮੁੰਡੇ ਨੇ ਇਹ ਗਾਣਾ ਗਾਇਆ। ਉਹਨੇ ਸਕੇਲ ਥੱਲੇ ਕਰਤਾ ਨਾ, ਤੇ ਸਕੇਲ ਥੱਲੇ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਹੈ ਨਾ, ਲੇਕਿਨ ਉਹਨੇ ਥੱਲੇ ਕਰਕੇ ਵੀ ਜੋ ਉਸ ਗਾਣੇ ਦਾ ਹਾਲ ਕੀਤਾ ਨਾ, ਕਿ ਸਾਨੂੰ ਸਮਝ ਹੀ ਨਹੀਂ ਆਈ ਕਿ ਇਹ ਹੋਇਆ ਕੀ ਸਾਡੇ ਨਾਲ। ਤੇ ਸ਼ੋਅ ਤੋਂ ਬਾਅਦ ਉਹ ਸਾਡੇ ਨਾਲ ਇੰਨਾ ਨਾਰਾਜ਼, ਤੇ ਅਸੀਂ ਉਹਦੇ ਹੱਥ ਜੋੜ ਕੇ ਮਾਫੀ ਮੰਗੀ ਸੀਗਾ, ਤੂੰ ਬਹੁਤ ਅੱਛਾ ਸਿੰਗਰ ਹੈ ਸਰ, ਸਾਡੇ ਤੋਂ ਗਲਤੀ ਹੋ ਗਈ, ਅਸੀਂ ਤੇਰਾ ਸੋਰੀ ਨਹੀਂ ਫੜ ਪਾਏ। ਨਹੀਂ, ਅਗਰ ਸਕੇਲ ਵੀ ਚੇਂਜ ਕਰੋ ਤਾਂ ਐਟਲੀਸਟ ਗਾਇਕੀ ਤਾਂ ਬਰਕਰਾਰ ਰੱਖੋ ਨਾ। ਕਈ ਵਾਰੀ ਜਿਵੇਂ ਸੁੱਖੀ ਜੀ ਦੇ ਸੁਰ ਐਡਾ ਕਿੰਨਾ ਹਾਈ ਪਿਚ ਰੱਖਦੇ ਆ ਉਹਨਾਂ ਦੇ ਮੋਸਟਲੀ ਸੌਂਗ, ਉਹਨਾਂ ਨੂੰ ਲੈਂਦੇ ਉਸੇ ਸੌਂਗ ਕਰਕੇ ਨੇ ਕਿ ਜਿਹੜਾ ਹਾਈ ਪਿਚ 'ਤੇ ਗਾਣਾ ਨਾ ਸੁੱਖੀ ਜੀ ਨੂੰ ਲੈ ਲਓ। ਅਤੇ ਲੇਕਿਨ ਅਗਰ ਕੋਈ ਹੋਰ ਬੰਦਾ ਗਾ ਰਿਹਾ ਤਾਂ ਉਹਨੂੰ ਆਪਣੇ ਹਿਸਾਬ ਨਾਲ ਥੋੜ੍ਹਾ ਜਿਹਾ ਲੋਸ 'ਤੇ ਕਰਕੇ ਗਾ ਸਕਦਾ, ਅਤੇ ਉਹਨੇ ਕੀਤਾ ਵੀ, ਅਤੇ ਲੇਕਿਨ ਉਹ ਗਾਣੇ ਦਾ ਮਜ਼ਾ ਵੀ ਨਹੀਂ ਆਇਆ, ਮਤਲਬ ਬਿਲਕੁਲ ਨਹੀਂ ਮਜ਼ਾ ਆਇਆ। ਅਤੇ ਫਿਰ ਉਹੀ ਗੱਲ ਆਉਂਦੀ ਕਿ ਇਸ ਤਰ੍ਹਾਂ ਤੁਹਾਡੇ ਕੋਲ ਤਾਂ ਇਸ ਤਰ੍ਹਾਂ ਦੇ ਕਿੰਨੇ ਸਟੂਡੈਂਟ ਆਉਂਦੇ ਹੋਗੇ, ਅਤੇ ਤੁਸੀਂ ਉਹਨਾਂ ਨੂੰ ਫਿਰ ਕਿਵੇਂ ਗਾਈਡ ਕਰਦੇ ਹੋ? ਕਿਵੇਂ ਕਹਿੰਦੇ ਹੋ ਕਿ ਸਰ ਮੈਂ ਤੁਹਾਨੂੰ ਨਹੀਂ ਸਿਖਾ ਸਕਦਾ, ਮੇਰੇ ਹੱਥ ਜੋੜ ਕੇ ਨੇ ਕਹਿੰਦੇ? ਪਹਿਲਾਂ ਮੈਂ ਲੈ ਲੈਂਦਾ ਸੀ ਸਾਰੇ ਸਟੂਡੈਂਟਸ, ਕਿਉਂਕਿ ਮੈਨੂੰ ਲੱਗਦਾ ਸੀ ਕਿ ਚਲੋ ਇਹਦੀ ਮਨ ਦੀ ਇੱਛਾ ਹੈ ਸਿੱਖਣ ਦੀ, ਚੰਗਾ ਕੰਮ ਹੀ ਕਰ ਰਿਹਾ, ਨਸ਼ੇ ਤੇ ਨਹੀਂ ਕਰ ਰਿਹਾ ਬਾਹਰ ਜਾ ਕੇ। ਐਗਜ਼ੈਕਟਲੀ। ਪਰ ਜਦੋਂ ਉਹਨਾਂ ਦਾ ਭਲਾ ਕਰਦੇ ਕਰਦੇ ਮੇਰੀ ਸਿਰਪੀੜ ਸ਼ੁਰੂ ਹੋ ਗਈ। ਪਰ ਹੁਣ ਮੈਂ ਸਭ ਤੋਂ ਪਹਿਲੇ ਆਡੀਸ਼ਨ ਕਰਦਾ, ਪਹਿਲਾਂ ਇੱਕ ਨਾ ਕਿਸੇ ਨੂੰ ਵੀ ਰੱਖਣਾ ਹੋਵੇ ਉਹਨੂੰ ਆਡੀਸ਼ਨ ਕਰਦਾ, ਫਿਰ ਉਹਦੇ ਪੇਸ਼ੈਂਟਸ ਦੇਖਣਾ, ਜਿਹੜਾ ਕਿ ਬਹੁਤ ਉਤਾਵਲਾ ਹੁੰਦਾ ਉਹਨੂੰ ਤਾਂ ਮੈਂ 2 ਮਹੀਨੇ ਵੇਟਿੰਗ ਰਖਾਉਣਾ, ਪਹਿਲਾਂ 1-2 ਮਹੀਨੇ ਵੇਟ ਕਰਾਉਣਾ ਕਿ ਪਹਿਲਾਂ ਦੇਖਣਾ ਸੀ ਵਾਕਈ ਇਹਨੇ। ਔਰ ਕਈਆਂ ਨੂੰ ਹੋ ਗਿਆ ਅੱਜ 15 ਸਾਲ ਵੀ ਹੋ ਗਏ ਮੇਰੇ ਨਾਲ ਜੁੜੇ, ਕਈ ਸਿਰਫ ਚੈੱਕ ਕਰ ਕਿਆ ਸਿਖਾਤੇ हैं, ਉਹ ਕਿਤੋਂ ਆਏ ਦੂਸਰੀ ਅਕੈਡਮੀ ਤੋਂ ਹੁੰਦੇ ਨੇ। ਮਤਲਬ ਹੁਣ ਇੱਕ ਪਬਲਿਕ ਡੀਲਿੰਗ ਦਾ ਮੈਨੂੰ ਸੈਂਸ ਹੋ ਗਈ ਹੈ ਕਿ ਕੌਣ ਦੂਰ ਰੇਸ ਵਾਲਾ ਕੌਣ ਹੈਗਾ। ਹਾਂ, ਇਹ ਟ੍ਰੇਨਰ ਦੀ ਖਾਸੀਅਤ ਹੁੰਦੀ ਹੈ, ਇਹੀ ਤਾਂ ਪਛਾਣਨਾ। ਹੁਣ ਮੈਨੂੰ ਦੱਸੋ ਕਿ ਵੈਸੇ ਤੁਹਾਡੀ ਅਕੈਡਮੀ, ਸੌਰੀ ਮੈਂ ਤੁਹਾਡੀ ਗੱਲ ਕਟਾਂਗੀ ਕਿ ਅਕੈਡਮੀ ਦੀ ਗੱਲ ਕਰ ਰਹੇ ਹਾਂ, ਅਤੇ ਤੁਹਾਡੀ 2 ਅਕੈਡਮੀਜ਼ ਨੇ, ਅਤੇ ਤੁਸੀਂ ਆਪਣੇ ਇਨ ਹਾਊਸ ਕੋਈ ਕੰਪੀਟੀਸ਼ਨਸ ਜਾਂ ਇਨ ਹਾਊਸ ਕੋਈ ਪ੍ਰੋਗਰਾਮਸ ਰੱਖਦੇ ਹੋ ਸਾਲਾਨਾ? ਇਨ ਹਾਊਸ ਮੈਂ ਪ੍ਰੋਗਰਾਮਸ ਰੱਖਦਾ, ਬਿਕੋਜ਼ ਆਈ ਡੋਂਟ ਬਿਲੀਵ ਇਨ ਕੰਪੀਟੀਸ਼ਨਸ। ਕੰਪੀਟੀਸ਼ਨਸ ਆਰ ਫॉर द हॉर्सेस, नॉट फॉर द आर्टिस्ट्स। ਕੀ ਬਾਤ। ਸੋ ਬਿਕੋਜ਼ ਉਹ 'ਚ ਨਾ ਇੱਕ ਅਲੱਗ ਇੱਕ ਵਾਈਬ ਆ ਜਾਂਦੀ ਹੈ, ਐ ਵੀ ਜਿਹੜਾ, ਕਿਉਂਕਿ ਮਿਊਜ਼ਿਕ ਦਾ ਕੋਈ ਦਾਵਾ ਤੇ ਹੈ ਨਹੀਂ, ਬਹੁਤ ਵੱਡੇ ਖਾਨ ਸਾਹਿਬ ਲੋਕ ਵੀ ਦਿਨ ਵਾਲੇ ਦਿਨ ਸਲਿਪ ਕਰ ਜਾਂਦੇ ਨੇ। ਸੋ ਕੰਪੀਟੀਸ਼ਨ 'ਚ ਨਾ ਫਿਰ ਜਜਮੈਂਟ, ਆਈ ਡੋਂਟ ਲਾਈਕ ਦੈਟ ਨੈਗੇਟਿਵ ਵਾਈਬ। ਸੋ ਮੈਂ ਪ੍ਰੋਗਰਾਮ ਜ਼ਰੂਰ ਕਰਦਾ, ਇੱਕ ਮੰਥਲੀ ਬੈਠਕ ਕਰਦਾ, ਐਵਰੀ 2nd or 3rd ਥਰਸਡੇ ਆਫ ਮੰਥ। ਸਾਰੇ ਸਟੂਡੈਂਟਸ ਆਪਸ 'ਚ ਪਰਫਾਰਮ ਕਰਦੇ ਨੇ, ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ। देयर इज नो ਕੰਪੀਟੀਸ਼ਨ, ਦੇ ਜਸਟ ਕਮ ਐਂਡ ਡੂ ਜੈਮਿੰਗ। ਦੈਟਸ ਗੁੱਡ। ਮੈਂ ਇਹ ਤੁਹਾਡਾ ਵਰਡ ਹਮੇਸ਼ਾ ਯਾਦ ਕਰੂੰਗਾ ਅੱਗੇ ਤੋਂ। I'll start with this ਕਿ competitions are for horses, ਕਿਉਂਕਿ dishearten ਹੁੰਦੇ ਬੱਚੇ। competition ਨਹੀਂ ਹੈ, ਇਹ ਤੁਸੀਂ ਪਰਫਾਰਮ ਕਰ ਰਹੇ ਹੋ, ਤੁਸੀਂ ਸਟੇਜ ਤੇ ਗਾ ਰਹੇ ਹੋ, that's what it matters to us, that's what is most important. So Dipen ji, I learned something from you today. ਅੱਜ ਮੈਂ ਸਿੱਖਿਆ ਤੁਹਾਡੇ ਤੋਂ। ਬਿਲਕੁਲ। ਔਰ ਸਾਡੇ ਇੱਥੇ ਅਮਰੀਕਾ ਦੇ ਵਿੱਚ ਵੀ ਅਕੈਡਮੀਜ਼ ਨੇ ਜਿਹੜੀਆਂ ਕਿ ਜਿੱਥੇ ਮੇਰਾ ਬੇਟਾ ਪਿਆਨੋ ਸਿੱਖਦਾ, ਹੁਣ ਕੋਵਿਡ ਕਰਕੇ ਨਹੀਂ ਜਾ ਰਿਹਾ ਕਾਫੀ ਟਾਈਮ ਤੋਂ, ਅਤੇ ਉੱਥੇ ਵੀ ਉਹ ਲੋਕ ਕੰਪੀਟੀਸ਼ਨ ਨਹੀਂ ਕਰਾਉਂਦੇ। ਇਨ ਹਾਊਸ ਐਵਰੀ ਫਰਾਈਡੇ ਜੈਮਿੰਗ ਹੁੰਦੀ ਹੈ। ਸੋ
play whatever you wanted to play or sing whatever you wanted to sing. So in house ਉਹਨਾਂ ਦੇ ਕਾਫੀ ਸਾਰੇ ਇਵੈਂਟਸ ਹੁੰਦੇ, ਇਵਨ ਕਿ ਪੈਰੈਂਟਸ ਵੀ ਜਾ ਕੇ ਦੇਖ ਸਕਦੇ ਆ। ਸੋ ਪੈਰੈਂਟਸ ਤੋਂ ਹੈ ਤੇ ਦੀਪੇਨ ਜੀ ਤੁਹਾਡੀ ਆਨਲਾਈਨ ਕਲਾਸਿਸ ਵੀ ਨੇ ਜਾਂ ਸਿਰਫ ਆਨਲਾਈਨ ਕਲਾਸਿਸ ਮੈਂ ਕਰਦਾ ਵੀਕਐਂਡ ਸੈਟਰਡੇ ਐਂਡ ਸੰਡੇ, ਔਰ ਬਹੁਤ ਸਿਲੈਕਟਡ ਮੇਰੇ ਕੋਲ ਹੈਗੇ ਨੇ ਉਹ ਜਿਹੜਾ ਬੈਚ ਹੈ ਜਿਹੜਾ ਆਲਰੇਡੀ, ਕਿਉਂਕਿ ਆਨਲਾਈਨ ਦੇ ਵਿੱਚ ਮੈਂ ਆਈ ਡੋਨਟ ਫੀਲ ਕੰਫਰਟੇਬਲ। ਉਹਦੇ ਵਿੱਚ ਕੀ ਹੁੰਦਾ ਕਿ ਬਹੁਤ ਜਿਹੜੇ ਗਰਾਊਂਡ ਲੈਵਲ ਦੇ ਬੱਚੇ ਨੇ ਉਹਨਾਂ ਨੂੰ ਤੁਹਾਨੂੰ ਹਮੇਸ਼ਾ ਸਿਰ ਤੇ ਬੈਠ ਕੇ ਜੇ ਕੋਈ ਕਿਸ ਤਰ੍ਹਾਂ ਕਰ ਰਿਹਾ ਕਿਸ ਤਰ੍ਹਾਂ, ਇਸ ਕਰਕੇ ਉਹਦੇ ਵਿੱਚ ਜ਼ਿਆਦਾ ਤੁਹਾਨੂੰ ਫੋਕਸ ਰਹਿਣਾ ਪੈਂਦਾ, ਔਰ ਇੰਨਾ ਟਾਈਮ ਮੇਰੇ ਕੋਲ ਹੁੰਦਾ ਨਹੀਂ। ਸੋ ਹਾਫ ਐਨ ਆਵਰ ਦਾ ਮੈਂ ਸੈਸ਼ਨ ਦਿੰਦਾ, ਕੁਝ ਓਵਰਸੀਜ਼ ਨੇ ਕੁਝ ਇੰਡੀਆ ਦੇ ਵਿੱਚ ਹੀ ਨੇ। ਤੇ ਉਹ ਤੁਹਾਡੀ ਵੈਬਸਾਈਟ ਹੈ ਜਾਂ ਕਿੱਦਾਂ ਤੁਹਾਨੂੰ ਰੀਚ ਕਰ ਸਕਦੇ ਨੇ ਜਿਹੜੇ ਬਾਹਰ ਬੈਠੇ ਲੋਕ, ਤੁਹਾਨੂੰ ਅਗਰ ਚਾਹੁੰਦੇ ਨੇ ਕਿ ਉਹਨਾਂ ਨੂੰ ਕੁਝ ਟ੍ਰੇਨਿੰਗ ਹੈ ਉਹਨਾਂ ਕੋਲ? ਵੈਸੇ ਮੈਂ ਆਪਣਾ ਫੇਸਬੁੱਕ ਤੇ ਮੇਰੇ ਨੇ WhatsApp ਨੰਬਰਸ ਨੇ, ਫਿਰ ਉੱਥੋਂ ਮੈਨੂੰ ਕੰਟੈਕਟ ਕਰ ਲੈਂਦੇ ਨੇ ਸਟੂਡੈਂਟਸ, ਔਰ ਸਕਾਈਪ ਤੋਂ ਅਸੀਂ ਕਰ ਲੈਂਦੇ ਹਾਂ, ਕਿਸੇ ਵੇਲੇ ਜ਼ੂਮ ਕਲਾਸ ਹੋ ਜਾਂਦੀ, ਗਰੁੱਪ ਕਲਾਸ ਕਰਨੀ ਹੋਵੇ ਤਾਂ। ਜੀ ਬਿਲਕੁਲ। ਪਿੱਛੇ ਜੇ ਮੈਂ ਐਕਚੁਅਲੀ ਵੇਖਿਆ ਤੁਹਾਨੂੰ, ਮੈਂ ਇੱਕ ਹੋਰ ਸਟੇਜ 'ਤੇ ਵੀ ਦੇਖਿਆ ਬਡਾਲੀ ਜੀ ਦੇ ਨਾਲ, ਤੇ ਉਹਨਾਂ ਦੇ ਨਾਲ ਕੈਸਾ ਰਿਹਾ? ਕਿਉਂਕਿ ਬਹੁਤ ਰੂਹਦਾਰੀ ਵਾਲੇ ਇਨਸਾਨ ਨੇ। ਬਹੁਤ ਅੱਛੇ, ਉਹਨਾਂ ਦਾ ਤੇ ਔਰ ਸੰਤ ਸੁਭਾਅ ਦੇ ਆਰਟਿਸਟ ਨੇ, ਔਰ ਬੜੇ ਫਕੀਰਾਨਾ ਉਹਨਾਂ ਦਾ ਮਿਜ਼ਾਜ ਹੈ, ਔਰ ਬੜਾ ਮੈਂ ਬਚਪਨ ਤੋਂ ਉਹਨਾਂ ਦੇ ਨਾਲ ਮਤਲਬ ਐਸੋਸੀਏਟਡ ਆ, ਕਿਉਂਕਿ ਲਖਵਿੰਦਰ ਭਾਜੀ ਔਰ ਮੈਂ ਅਸੀਂ ਸੇਮ ਯੂਨੀਵਰਸਿਟੀ ਤੋਂ ਪੜ੍ਹੇ, ਸੋ ਬਹੁਤ ਪੁਰਾਣੀ ਐਸੋਸੀਏਸ਼ਨ। ਅੰਮ੍ਰਿਤਸਰ ਉਹ ਵੀ ਅੰਮ੍ਰਿਤਸਰ 'ਚ ਹੀ ਹੁੰਦੇ ਨੇ? ਜੀ ਬਿਲਕੁਲ। ਮੇਰਾ ਬੜਾ ਦਿਲ ਸੀ ਉਹਨਾਂ ਨਾਲ ਮੁਲਾਕਾਤ ਕਰਨ ਦਾ ਅੰਮ੍ਰਿਤਸਰ, ਲੇਕਿਨ ਜਿੰਨੀ ਵਾਰ ਆਈਆਂ ਉਨੀ ਵਾਰ ਮੁਲਾਕਾਤ ਨਹੀਂ ਹੋ ਪਾਈ ਉਹਨਾਂ ਨਾਲ। ਲਖਵਿੰਦਰ ਜੀ, ਇਸ ਚੀਜ਼ ਦੀ ਨਾਰਾਜ਼ਗੀ रहेगी आपके साथ? देखिए जोक अपार्ट लेकिन हमेशा, क्योंकि ही इज़ अ वेरी बिजी राइट नाउ एक्चुअली। लखविंदर बटाली बहुत अच्छा काम कर रहे हैं, गा भी कमाल रहे हैं। इस चीज़ की मैं दाद देना चाहांगी। ਦੀਪਨ ਜੀ ਹੁਣ ਮੈਨੂੰ ਇਹ ਦੱਸੋ ਕਿ ਇਸ ਟਾਈਮ ਤੁਸੀਂ ਇੰਸਟੀਟਿਊਟ, ਇਸ ਟਾਈਮ ਤੁਹਾਨੂੰ ਬਾਲੀਵੁੱਡ ਦਾ ਕਿਹੜਾ ਸਿੰਗਰ ਤੁਹਾਨੂੰ ਇਹ ਲੱਗਦਾ ਕਿ ਇਹਦੀ ਆਵਾਜ਼ ਦਿਲ ਨੂੰ ਛੂ ਜਾਂਦੀ, ਜਾਂ ਅੱਛਾ ਕੰਮ ਕਰ ਰਿਹਾ ਜਾਂ ਫੀਮੇਲ ਹੈ ਅੱਛਾ ਕੰਮ ਕਰ ਰਹੇ ਨੇ? ਅਰਿਜੀਤ ਮੈਂ ਬੋਲਾਂਗਾ, not because he is famous, but ਉਹਦਾ ਮਿਊਜ਼ੀਕਲ ਬੈਕਗ੍ਰਾਉਂਡ ਉਹਦਾ ਬਹੁਤ ਸਟਰੋਂਗ ਹੈ। ਜਾਵੇਦ ਅਲੀ ਇਜ਼ ਵੈਰੀ ਗੁੱਡ। ਸੋ ਮਤਲਬ ਹੈਗੇ ਨੇ ਅੱਛੇ ਲੋਕ ਵੀ ਨੇ ਜਿਹੜੇ ਕਿ ਸਿੱਖੇ ਲੋਕ ਨੇ, ਔਰ ਬਟ ਉਹਨਾਂ ਨੂੰ ਪ੍ਰੈਜ਼ੈਂਟ ਇਸ ਤਰ੍ਹਾਂ ਹੋਣਾ ਪੈਂਦਾ ਕਿ ਜਿਹੜੀ ਆਮ ਦੁਨੀਆ ਤੱਕ ਵੀ, ਬਿਕੋਜ਼ ਬਾਲੀਵੁੱਡ ਇਜ਼ ਫॉर द ਕਾਮਨ ਪੀਪਲ। ਯੈਸ। ਅਰਿਜੀਤ ਨੇ ਬਹੁਤ ਸਟਰਗਲ ਕੀਤਾ, ਬਹੁਤ ਸਿੱਖਿਆ। ਹੀ ਪਲੇਜ਼ ਵੈਰੀ ਗੁੱਡ ਤਬਲਾ, ਹੀ ਇਜ਼ ਅ ਵੈਰੀ ਗੁੱਡ ਕੰਪੋਜ਼ਰ। ਕੁਝ ਬੰਗਾਲੀ ਕੰਪੋਜੀਸ਼ਨਸ ਸੁਣੀਆਂ ਉਹਨਾਂ ਦੀ ਮੈਂ, ਕਮਾਲ। ਐਂਡ ਹੀ ਇਜ਼ ਅ ਅਰੇਂਜਰ, ਉਹ ਵੀ ਮਲਟੀਟਾਸਕਰ ਨੇ ਅਰਿਜੀਤ ਵੀ, ਗਿਟਾਰ ਤਬਲਾ ਐਵਰੀਥਿੰਗ। ਔਰ ਫਨੀ ਗੱਲ ਇਹ ਹੈ ਕਿ ਉਹ ਇੱਕ ਕੰਪੀਟੀਸ਼ਨ ਦੇ ਵਿੱਚ ਉਹ ਟਾਪ 5 ਚ ਆਏ ਸੀ, ਵਿਨਰ ਵੀ ਨਹੀਂ ਬਣੇ ਸੀ, ਲੇਕਿਨ ਇੰਡੀਆ ਦੇ ਹੀ ਇਜ਼ ਨਾਓ ਰਾਈਟ ਨਾਓ ਹੀ ਇਜ਼ ਵਨ ਆਫ ਦ ਫਾਈਨੈਸਟ ਸਿੰਗਰ ਵੀ ਹੈਵ ਇਨ ਇੰਡੀਆ। ਔਰ ਸੈਕੰਡ ਜਿਹੜਾ ਜਾਵੇਦ ਅਲੀ, ਮੈਂ ਉਹਦਾ ਆਮ ਹਿਸ ਫੈਨ। ਯੈਸ, ਹੀ ਇਜ਼ ਅ ਵੰਡਰਫੁਲ ਪਰਸਨ। ਵੈਰੀ ਗੁੱਡ, ਵੈਰੀ ਨਾਈਸ। ਗਾਣਾ ਤੇ ਹੈ ਹੀ ਹੈ, ਲੇਕਿਨ ਉਹ ਇਨਸਾਨ ਵੀ ਬਹੁਤ ਖੂਬਸੂਰਤ ਹੈ। ਬਹੁਤ ਅੱਛਾ ਜੀ, ਹੁਣ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗੀ ਕਿ ਸਾਨੂੰ ਇੱਕ ਤਾਂ ਜਾਣ ਤੋਂ ਪਹਿਲਾਂ ਤੁਸੀਂ ਦੱਸੋ ਸਾਨੂੰ ਹੋਰ ਕੀ ਕੀ ਸੁਣਾਓਗੇ, ਔਰ ਤੁਹਾਡੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ? ਆਉਣ ਵਾਲੇ ਤਾਂ ਦੇਖੋ, ਮੈਂ ਕੁਝ ਡਿਵੋਸ਼ਨਲ ਟਰੈਕਸ ਤੇ ਕੰਮ ਕਰ ਰਿਹਾ, ਔਰ ਕੁਝ ਮੇਰੀ ਖੁਦ ਦੀਆਂ ਕੰਪੋਜੀਸ਼ਨਸ ਨੇ ਜਿਹੜੀਆਂ, ਕੁਝ ਐਕਸਪੈਰੀਮੈਂਟਲ 뮤직 ਤੇ ਮੈਂ ਵਰਕ ਕਰ ਰਿਹਾ, ਜੈਜ਼ ਔਰ ਇੰਡੀਅਨ ਕਲਾਸੀਕਲ ਲੈ ਕੇ। ਮੇਰਾ ਥੋੜਾ ਨੇਚਰ ਐਕਸਪੈਰੀਮੈਂਟਿੰਗ ਨੇਚਰ ਹੈ ਮੇਰਾ। ਮੈਂ ਜਾਰਜ ਬਰੁਕਸ ਉਹਨਾਂ ਦੇ ਨਾਲ ਵੀ ਕੰਮ ਕੀਤਾ ਸੀ, ਤੇ ਯਮਨ ਦੇ ਵਿੱਚ ਇੱਕ ਕੰਪੋਜੀਸ਼ਨ ਸੀ, OT ਸੀਰੀਜ਼ ਤੇ ਰਿਲੀਜ਼ ਹੋਈ ਸੀ। I guess I have mentioned it in my bio. Yeah. So ਇਸ ਤਰ੍ਹਾਂ ਦੇ ਮਤਲਬ ਮੇਰਾ ਹੈਗਾ ਕਿ ਮੈਂ ਜ਼ਿਆਦਾ ਐਕਸਪੈਰੀਮੈਂਟਲ 뮤직 ਨੂੰ ਪ੍ਰੈਫਰ ਕਰਦਾ, ਡਿਫਰੈਂਟ ਜਨਰਸ ਨੂੰ ਕੰਬਾਈਨ ਕਰਾਂ, ਤਾਂ ਕਿ ਇੱਕ ਨਵੀਂ ਤਰ੍ਹਾਂ ਦੀ ਕ੍ਰੀਏਟੀਵਿਟੀ ਆਵੇ, ਜਿਹਦੇ ਕਰਕੇ ਮੈਂ ਧਿਆਨ ਵੀਨਾ ਵੀ ਬਣਾਈ, ਜਿਹੜਾ ਇਨਸਟਰੂਮੈਂਟ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਕ੍ਰੀਏਟ ਕੀਤਾ ਮੈਂ ਜੀ। ਸੋ I'm doing some jazz, devotional and Indian classical mix. ਤੇ ਐਕਸਪੈਰੀਮੈਂਟ ਦਾ ਨੇਚਰ ਸ਼ਾਦੀ ਤੋਂ ਬਾਅਦ ਹੋਇਆ, ਡਾਕਟਰ ਵਾਈਫ ਕਰਕੇ, ਜਾਂ ਪਹਿਲਾਂ ਤੋਂ ਸੀਗਾ? ਨਹੀਂ ਪਹਿਲੇ ਇਹ ਵੀ ਐਕਸਪੈਰੀਮੈਂਟ ਹੋ ਗਿਆ ਨਾ, ਮਿਊਜ਼ੀਸ਼ੀਅਨ ਔਰ ਇੱਕ ਡਾਕਟਰ। ਬਿਲਕੁਲ। ਤੇ ਵੈਸੇ ਕੋਈ ਗਜ਼ਲ ਵਗੈਰਾ ਦਾ ਸੋਚਿਆ ਨਹੀਂ, ਕੋਈ ਪਲਾਨ ਕਿ ਗਜ਼ਲ ਵੀ ਗਾਵਾਂ ਕੋਈ? ਨਹੀਂ, ਮੇਰਾ ਉਹਦਾ ਕੰਪੋਜੀਸ਼ਨਸ ਬਹੁਤ ਕੀਤੀਆਂ ਮੈਂ, ਗਜ਼ਲਸ ਦੀਆਂ ਲਿਖੀਆਂ ਵੀ ਨੇ 2-4 ਗਜ਼ਲਸ, ਔਰ ਕਰਾਂਗਾ ਇਨ ਫਿਊਚਰ। ਮੈਂ ਡੇਟਾ ਮੇਰੇ ਕੋਲ ਬਹੁਤ ਜ਼ਿਆਦਾ ਐਕਚੁਅਲੀ ਕੀ ਹੁੰਦਾ, ਜਦੋਂ ਇੱਕ ਕੰਮ ਕਰਨ ਬੈਠੋ ਨਾ ਸਿਸਟਮ ਤੇ ਕੋਈ ਨਵਾਂ ਆਈਡੀਆ ਆ ਜਾਂਦਾ, ਫਿਰ ਉਹਨੂੰ ਛੱਡ ਕੇ ਉਧਰ ਹੋ ਜਾਈਦਾ। ਇਸ ਕਰਕੇ ਕਾਫੀ ਸਾਰੇ ਕੰਪੋਜੀਸ਼ਨਸ ਮੈਂ ਬੋਲਣ ਲਈ ਨਹੀਂ, ਮੈਂ ਜਾਂ ਕੋਈ
ਪ੍ਰਾਊਡ ਜਾਂ ਪ੍ਰੇਜ਼ ਚ ਨਹੀਂ, ਬਟ ਅਰਾਊਂਡ 800 900 ਕੰਪੋਜੀਸ਼ਨਸ ਮੇਰੇ ਕੋਲ ਰੈਡੀ ਪਈਆਂ ਨੇ ਵਾਹ। ਆਪਣੀਆਂ, ਵਾਹ, ਵਾਹ, ਜਿਹੜੀਆਂ ਮੈਂ ਐਕਸਪੋਜ਼। ਅੱਛਾ, ਕੋਈ ਸਟੂਡੈਂਟ ਐਸਾ ਆਵੇ ਜਿਹੜਾ ਅੱਛਾ ਸਿੰਗਰ ਹੋਵੇ ਤੇ ਉਹ ਕਵੇ ਕਿ ਗੁਰੂ ਜੀ ਮੈਨੂੰ ਆਪਣੀ ਕੋਈ ਕੰਪੋਜੀਸ਼ਨ ਦੇ ਦਿਓ, ਤੇ ਦੇ ਦੋਗੇ? ਬਿਲਕੁਲ। ਮੈਂ ਬਹੁਤ ਦਿੱਤੀਆਂ ਨੇ ਕੰਪੋਜੀਸ਼ਨ। ਮੈਂ ਕਦੀ ਮਤਲਬ ਜੇ ਬੱਚੇ ਨੂੰ ਪਸੰਦ ਆ ਉਹ ਗਾ ਸਕਦਾ ਤਾਂ ਮੈਂ ਦੇ ਦਿੰਦਾ। ਮੈਂ ਅੱਜ ਤੱਕ ਮੇਰੇ ਸਟੂਡੈਂਟਸ ਨੂੰ ਤੁਸੀਂ ਪੁੱਛ ਲਓ, ਮੈਂ ਕਦੀ ਵੀ ਕੋਈ ਲੁਕੋ ਨਹੀਂ ਰੱਖਿਆ। ਜੇ ਕੋਈ ਸਟੂਡੈਂਟ ਬੈਠਾ, ਨਹੀਂ ਤਾਂ ਪੁਰਾਣੇ ਉਸਤਾਦ ਕੀ ਕਰਦੇ ਸੀ, ਉਹਦੇ ਸਾਹਮਣੇ ਉਹ ਨਹੀਂ ਦੱਸਣਾ, ਉਹਦੇ ਸਾਹਮਣੇ ਉਹ ਨਹੀਂ ਦੱਸਣਾ। ਯੈਸ। मेरी ओपन बुक है कि जे बच्चे का फोन भी आ रहा, सर ये बता दो ये बंदिश कैसी है, या ये पलटा नहीं मेरे को आ रहा, तो उसी वेले मैं कार चलाता हूँ या कुछ भी करता हूँ, जे मेरे को समय तो मैं बच्चे को दस देना। एटलीस्ट वो जो कर रहा बच्चा काम ही कर रहा, ਉਹਨੂੰ ਪ੍ਰੋਬਲਮ ਨਾ ਆਵੇ। ਦੈਟਸ ਵੈਰੀ ਗੁੱਡ ਜੀ। ਤੇ ਘਰ ਦੇ ਵਿੱਚ ਟ੍ਰੇਨਿੰਗ ਚੱਲ ਰਹੀ ਹੈ ਆਪਣੀ? ਤੁਹਾਡੀ ਬੇਟੀ ਇੰਟਰਸਟਿਡ ਹੈਗੀ ਮਿਊਜ਼ਿਕ ਦੇ ਵਿੱਚ? ਕੌਣ ਜੀ? ਤੁਹਾਡੀ ਯੂ ਹੈਵ ਡਾਟਰ ਰਾਈਟ? No, I don't have that. You don't have any kids yet? ਅੱਛਾ, ਮੈਨੂੰ ਲੱਗਿਆ ਕਿ you said boy ਨਹੀਂ ਹੈਗਾ, ਮੈਂ ਕਿਹਾ ਸ਼ਾਇਦ ਗਰਲ ਹੈਗੀ। ਹਾਂ, ਚਲੋ ਆਉਣ ਵਾਲੇ ਸਮੇਂ ਔਨ ਦਾ ਵੇ ਕਹਿ ਲਓ, ਔਨ ਦਾ ਵੇ। ਫਿਰ ਫਿਊਚਰ ਆਉਣ ਵਾਲਾ ਆਰਟਿਸਟ ਵੀ ਦੇਖਾਂਗੇ। ਔਨ ਦਾ ਵੇ ਹੈ ਕਿ ਆ ਰਿਹਾ? Planning? We are expecting, yeah, we are planning it. Okay. So good luck in that. ਗੁੱਡ ਲੱਕ ਇਨ ਦੈਟ। ਔਰ ਮੈਨੂੰ ਹੁਣ ਦੱਸੋ ਕਿ ਅਗਰ ਜਿਸ ਤਰ੍ਹਾਂ ਕਿ ਪਹਿਲਾਂ ਵੀ ਕੁਐਸਚਨ ਆਇਆ ਸੀਗਾ ਕਿ ਅਗਰ ਯੂ ਆਰ ਬਾਈ ਯੋਰਸੈਲਫ, ਔਰ ਅੱਜ ਪਰ ਮੌਸਮ ਦੇ ਹਿਸਾਬ ਨਾਲ ਤਾਂ ਤੁਹਾਡਾ ਤਾਂ ਮੂਡ ਹੀ ਬਦਲ ਜਾਂਦਾ ਹੋਣਾ, ਕਿਉਂਕਿ ਤੁਸੀਂ ਤਾਂ ਮਲਟੀ ਟਾਸਕ ਕਰੋ। ਤੇ ਜੇ ਅੱਜ ਸਪੋਜ਼ ਕਰੋ ਕਿ ਅੱਜ ਗਜ਼ਲ ਦਾ ਦਿਲ ਹੈ ਤੇ ਅੱਜ ਗਜ਼ਲ ਹੀ ਗਾਈ ਜਾ ਰਹੀ ਹੈ, ਜੇ ਅੱਜ ਰਾਗਾ ਦਾ ਦਿਨ ਹੈ ਤੇ ਅੱਜ ਰਾਗ ਗਾਈ ਜਾ ਰਹੇ ਨੇ। ਇਦਾਂ ਹੁੰਦਾ ਹੈ, ਬਹੁਤ ਵਾਰੀ ਹੁੰਦਾ। ਤੇ ਜ਼ਿਆਦਾਤਰ ਕੀ ਪਸੰਦ? ਔਰ ਇਵਨ ਰਾਗ ਹੀ ਰੀਜ਼ਨ ਵੀ ਕਿ ਉਹਦਾ ਮੈਂ ਆਪ ਚੂਜ਼, ਕਿਉਂਕਿ ਗਜ਼ਲ ਦੇਖੋ, ਯੂ ਆਲਸੋ ਨੋ ਕਿ ਗਜ਼ਲ ਬਹੁਤ ਲੋਕ ਗਾ ਰਹੇ ਨੇ। ਔਰ ਪੰਜਾਬ ਜ਼ੋਨ ਦੇ ਵਿੱਚ ਐਕਚੁਅਲੀ ਮੇਰੇ ਗੁਰੂ ਜੀ ਦਾ ਇੱਕ ਵਿਜ਼ਨ ਸੀਗਾ ਕਿ ਕਹਿੰਦੇ ਬਹੁਤ ਟਾइम हो गया पंजाब से कोई निकल के नहीं आ रहा कोई शास्त्रीय संगीत वाला, तो तुम कर सकते हो ये, तुम क्यों नहीं करते। कुछ एक टाइम आया सी, मैं लाइट वाले पासे थोड़ा ज्यादा मेरा हो गया सी, बट वो कहते दिस इज योर टू सेव योर ट्रेडिशन। जे तुसी नहीं करोगे, जे तुसी नहीं ये सब करोगे तो मेरे को लाने का कोई फायदा नहीं कि पंडित मनी प्रसाद दा शागिर्द ਅੱਜ ਉਹ ਗਾ ਰਿਹਾ ਜੋ ਉਹਨੂੰ ਨਹੀਂ ਗਾਣਾ ਚਾਹੀਦਾ। ਬਿਲਕੁਲ। ਸੋ ਕਾਈਂਡ ਆਫ ਰਿਸਪੌਂਸਿਬਿਲਿਟੀ ਔਨ ਮਾਈ ਸ਼ੋਲਡਰਸ। ਅੱਜ ਤੁਹਾਡੇ ਸ਼ੋਅ 'ਚ ਮੈਂ ਇੱਕ ਬੰਦੇ ਦਾ ਨਾਂ ਜ਼ਰੂਰ ਲਵਾਂਗਾ ਜਿਹਨੇ ਸਾਡੇ ਸ਼ਾਸਤਰੀ ਸੰਗੀਤ ਨੂੰ ਪੰਜਾਬ 'ਚੋਂ ਹੀ ਬਹੁਤ ਜ਼ਿਆਦਾ ਨਾਂ ਕੀਤਾ, ਸਰਦਾਰ ਸਤਿੰਦਰ ਸਿੰਘ ਬੋਧ। ਸਤਿੰਦਰ ਸਿੰਘ ਬੋਧ ਗੁੱਡ ਫਰੈਂਡ ਆਫ ਮਾਈਨ। ਯਾ ਸ਼ਾਮ 84 ਘਰਾਣੇ ਦੇ ਸ਼ਾਗਿਰਦ ਨੇ। ਅੰਮ੍ਰਿਤਸਰ 'ਚ ਮੈਂ ਇਨਵਾਈਟ ਕੀਤਾ ਉਹਨਾਂ ਨੂੰ 30th ਔਰ 31st ਨੂੰ ਉਹਨਾਂ ਦੀ ਇੱਕ ਬੈਠਕ ਰੱਖੀ ਅਸੀਂ। ਵਾਹ ਵਾਹ। And he is an excellent singer. Very nice, very nice. ਯੰਗ ਮਤਲਬ ਅਗਰ ਯੰਗ ਟੈਲੈਂਟ 'ਚ ਅਸੀਂ ਦੇਖਦੇ ਹਾਂ ਤੇ ਸੋ ਫਾਰ ਸਾਨੂੰ ਇੰਡੀਆ ਵਾਲੇ ਪਾਸੋਂ ਮੈਨੂੰ ਲੱਗਦਾ ਕਿ ਪੰਜਾਬ ਵਾਲੇ ਪਾਸੋਂ ਕਿ ਹੀ ਇਜ਼ ਵਨ ਆਫ ਦੀ ਫਾਈਨੈਸਟ। ਸ਼ਾਮ 84 ਔਰ ਪੰਜਾਬ ਘਰਾਣਾ ਗਾਣ ਵਾਸਤੇ ਕਹਿ ਲਓ ਪਟਿਆਲਾ ਘਰਾਣਾ ਦਾ ਬੈਸਟ ਕੈਂਡੀਡੇਟ ਹੈਗਾ ਜੀ ਉਹ। ਕਲੀਨ ਗਾਇਕੀ, ਸੁਥਰੀ ਗਾਇਕੀ ਔਰ ਸਿੰਪਲ ਗਾਇਕੀ, ਮਤਲਬ ਇੱਦਾਂ ਨਹੀਂ ਕਿ ਵਿੱਚ ਟੂ ਮੱਚ ਤਾਮ ਝਾਮ ਨਹੀਂ ਹੈ, ਨਖਰੇ ਨਹੀਂ ਹੈ, ਸਿੰਪਲ ਜਿਹਾ ਪਰਸਨ ਹੈ, ਲੇਕਿਨ ਜਦੋਂ ਗਾਉਂਦਾ ਤੇ ਕਿਆ ਜ਼ਬਰਦਸਤ ਗਾਉਂਦਾ ਹੈ ਕਿ ਅਸੀਂ ਵੀ ਫੈਨ ਹਾਂ ਉਹਨਾਂ ਦੇ। ਔਰ ਹੁਣ ਦਿਪਿਨ ਜੀ ਹੁਣ ਮੈਨੂੰ ਦੱਸੋ ਕਿ ਤੁਸੀਂ ਕਿਹੜੀ ਜ਼ੋਨ 'ਚ ਲੈ ਕੇ ਜਾਓਗੇ, ਕੀ ਸੁਣਾਓਗੇ? ਮੈਂ ਕੀ ਸੁਣਨਾ ਚਾਹੋਗੇ ਤੁਸੀਂ? ਕੁਝ ਕਲਾਸਿਕਲ ਸੁਣਾਦਾ ਜਾਂ ਜੋ ਤੁਹਾਡਾ ਦਿਲ ਕਰਦਾ ਇਸ ਟਾਈਮ, ਵਾਟਐਵਰ। ਠੀਕ ਹੈ, ਮੈਂ ਅੱਜ ਇੱਕ ਰਾਗ ਹੈਗਾ ਬਹੁਤ ਰੇਅਰ ਹੈ, ਬੇਸਿਕਲੀ ਮੇਰੇ ਗੁਰੂ ਜੀ ਨੇ ਬਣਾਇਆ ਸੀ ਕਿਉਂਕਿ ਅੱਜ ਸ਼ਿਵਰਾਤਰੀ ਹੈ ਤੇ ਮੈਂ ਤੁਹਾਨੂੰ ਸ਼ਾਇਦ ਤੁਹਾਡੀ ਨਾਲ ਗੱਲ ਹੋ ਰਹੀ ਸੀ ਪਹਿਲੇ ਮੋਨੀ ਜੀ ਕਿ ਮੈਂ ਤੁਹਾਨੂੰ ਕੁਝ ਖਾਸ ਚੀਜ਼ ਸੁਣਾ। ਜੀ ਰਾਗ ਹੈਗਾ ਸ਼ਿਵ ਕੌਂਸ। ਵਾਹ ਸ਼ਿਵ ਕੌਂਸ, ਵਾਹ। Shiv Kons. So this is composed by my Guruji. This rag has been composed by him, not the bandish. क्या बात? I got that.
पिया बिन मोरा जिया नहीं लागे, पिया बिन मोरा जिया नहीं लागे, पिया बिन कल न परत मोहे घरी पल छिन, कल न परत मोहे घरी पल छिन, मोरा जिया नहीं लागे, मोरा जिया नहीं लागे। Da 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 ga ma da ni da ni da ma ga ma da ni da ni da ma ga ma da ma ga da ni da ga ma da ni da ni da ma ga ma da da sa ora di ya na ni na da ga ma da ni da sa ga ma da ni da ma da ni da ni ma ni da ma da ni ma da ga ma ga da ga ma da ni sa ni da ma ga da ni da ni da ga ma da ni da ma ga da ni da ma ga da mora diya na ni na piya bin la la मोरा जिया नहीं लागे आ आ मोरा जिया नहीं लागे ला ला पिया बिन मोरा जिया मोरा जिया मोरा जिया नहीं लागे। क्या बात है, वाह वाह वाह, ਬਿਊਟੀਫੁਲ ਕੰਪੋਜੀਸ਼ਨ, ਬਿਊਟੀਫੁਲ। ਔਰ ਮੈਂ ਵਾਕਈ ਤੁਹਾਡੇ ਉਸਤਾਦ ਜੀ ਨੂੰ ਸਾਡਾ ਵੀ ਪ੍ਰਣਾਮ। ਯੈਸ, ਪ੍ਰਣਾਮ। ਔਰ ਬੜਾ ਰੇਅਰਲੀ ਹੋਇਆ ਕਿ ਸ਼ਿਵ ਤੋਂ ਹੀ ਸ਼ੁਰੂ ਕੀਤਾ ਹੈ ਔਰ ਸ਼ਿਵ ਤੇ ਹੀ ਖਤਮ ਕੀਤਾ ਅਸੀਂ। ਸਹੀ ਗੱਲ ਹੈ, ਤੇ ਮੈਂ ਹੁਣੇ ਰਿਅਲਾਈਜ਼ ਕੀਤਾ ਉਹਨੇ। ਕੀ ਬਾਤ ਹੈ। ਸੋ ਕੀ ਉਹ ਈਸ਼ਵਰ ਸ਼ਿਵ ਹੀ ਸਭ ਕੁਝ ਹੈ, ਉਹ ਗਾਣਾ ਨਹੀਂ ਸਤਿਅਮ ਸ਼ਿਵਮ ਸੁੰਦਰਮ ਦਾ। ਤੇ ਦੀਪੇਨ ਜੀ, ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਕਿ ਤੁਹਾਡੀ ਵਰਗੀ ਜਨਰੇਸ਼ਨ ਜਦੋਂ ਇਸ ਸ਼ਾਸਤਰੀ ਸੰਗੀਤ ਨੂੰ ਅੱਗੇ ਲੈ ਕੇ ਜਾ ਰਹੀ ਹੈ ਔਰ ਸਪੈਸ਼ਲੀ ਆਪਣੇ ਸਟੂਡੈਂਟਸ ਨੂੰ ਸਹੀ ਤਾਲੀਮ ਦੇ ਰਹੀ ਹੈ, ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪ ਤੇ ਕਰ ਰਹੇ ਹੋ, ਨਾਲ ਦੂਜਿਆਂ ਨੂੰ ਵੀ ਲੈ ਕੇ ਜਾ ਰਹੇ ਹੋ। ਔਰ ਇੱਕ ਅੱਛੇ ਉਸਤਾਦ, ਅੱਛੇ ਟੀਚਰ ਦੀ ਨਿਸ਼ਾਨੀ ਹੈ ਕਿ ਜੇ ਕੰਪੋਜੀਸ਼ਨ ਮੰਗਦਾ ਤਾਂ ਉਹਨੂੰ ਦੇ ਵੀ ਰਹੇ ਹੋ, ਮਤਲਬ ਕਿ ਤੁਸੀਂ ਇਕੁਅਲ ਸਮਝ ਰਹੇ ਹੋ ਸਾਰਿਆਂ ਨੂੰ। ਇਹ ਬਹੁਤ ਵੱਡੇ ਉਸਤਾਦ ਹੋਣ ਦੀ ਨਿਸ਼ਾਨੀ ਹੈ। ਇੱਕ ਐਸੇ ਉਸਤਾਦ ਨੂੰ ਮੈਂ ਜਾਣਦਾ ਸੀ ਜਿਨ੍ਹਾਂ ਨੂੰ ਅਸੀਂ ਅੱਬਾ ਜੀ ਕਹਿੰਦੇ ਤੇ, ਉਸਤਾਦ ਅੱਲਾ ਰੱਖਾ ਖਾਨ ਸਾਹਿਬ। ਉਹਨਾਂ ਨੂੰ ਅਸੀਂ ਅੱਬਾ ਜੀ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਹ ਹਰ ਸਟੂਡੈਂਟ ਨੂੰ ਉਹੀ ਤਾਲੀਮ ਦਿੰਦੇ ਸੀ ਜਿਹੜੇ ਉਹ ਜ਼ਾਕਿਰ ਬਾਈ ਨੂੰ ਦਿੰਦੇ ਸੀ। ਉਹਨਾਂ ਨੇ ਕਦੀ ਕਿਸੇ ਨੂੰ ਨਹੀਂ ਸਮਝਿਆ। ਸੋ ਸਾਡੀ ਇਹੀ ਤਮੰਨਾ ਹੈ, ਇਹੀ ਆਰਜ਼ੂ, ਇਹੀ ਇੱਛਾ ਹੈ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਪੰਜਾਬ, ਅੰਮ੍ਰਿਤਸਰ ਔਰ ਸਾਡੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨਾਂ ਕਰੋ। ਔਰ ਤੁਹਾਡੇ ਸਟੂਡੈਂਟਸ ਨੂੰ ਕਿ ਇਹ ਹੋਏਗਾ, ਕਿਉਂਕਿ ਜੋ ਕੰਮ ਤੁਸੀਂ ਕਰ ਰਹੇ ਹੋ, ਜੇ ਅਸੀਂ ਅਮਰੀਕਾ 'ਚ ਬਹਿ ਕੇ ਤੁਹਾਡੇ ਫੈਨ ਬਣ ਗਏ ਆ, ਤੇ ਇਮੇਜਿਨ ਕਰੋ ਕਿ ਤੁਸੀਂ ਆਲਰੇਡੀ ਬਹੁਤ ਅੱਛਾ ਕੰਮ ਕਰ ਰਹੇ ਹੋ। ਔਰ ਜਿਸ ਤਰ੍ਹਾਂ ਮੈਂ ਸ਼ੁਰੂਆਤ ਬਿਗਿਨਿੰਗ ਮੈਂ ਕੀਤਾ ਸੀ ਕਿ ਵੀ ਫੀਲ ਸੋ ਪ੍ਰਾਊਡ ਟੂ ਹੈਵ ਯੂ। ਸਾਨੂੰ ਅੱਜ ਮਾਈ ਟੀਵੀ 'ਤੇ ਸਾਨੂੰ ਇੱਕ ਮਲਟੀ ਟੈਲੈਂਟਡ ਹੀਰਾ ਵੀ ਮਿਲ ਗਿਆ, ਜਿਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਨਾਓ ਵੀ ਹੈਵ ਐਵਰੀਥਿੰਗ। ਅਤੇ ਉਹ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਰਗੇ ਇਨਸਾਨ, ਔਰ ਸਪੈਸ਼ਲੀ ਇਸ ਤਰ੍ਹਾਂ ਦਾ ਗੁਰੂ ਮਿਲਣਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਗੁਰੂ ਬਿਨਾਂ ਗਿਆਨ ਨਹੀਂ। ਜਿਹਦੇ ਕੋਲ ਗੁਰੂ ਨਹੀਂ ਹੈਗਾ ਨਾ, ਉਹਦੇ ਕੋਲ ਗਿਆਨ ਨਹੀਂ। ਜਿੰਨਾ ਮਰਜ਼ੀ ਤੁਸੀਂ ਆਨਲਾਈਨ ਕਲਾਸਾਂ ਲਈ ਚਾਹੋ, ਜਦ ਤੱਕ ਗੁਰੂ ਨਹੀਂ ਹੋਏਗਾ ਤੁਹਾਨੂੰ ਗਿਆਨ ਨਹੀਂ ਮਿਲੇਗਾ। ਬਿਲਕੁਲ ਜੀ। ਦੀਪੇਨ ਜੀ, ਤੁਹਾਨੂੰ ਪਤਾ ਹੀ ਹੈ ਕਹਿਣ ਨੂੰ ਤੇ ਸਾਰੇ ਗਾਮਾ ਪਾਦਾ ਨੀਸਾ ਹੀ ਹੈ ਨਾ, ਹੋਰ ਤੇ ਕੁਝ ਵੀ ਨਹੀਂ ਨਾ। ਕਈ ਲੋਕ YouTube ਤੋਂ ਹੀ ਸਿੱਖੀ ਆਉਂਦੇ ਆ, YouTube ਤੋਂ ਹੀ ਸਿੱਖੀ ਆਉਂਦੇ, ਲੇਕਿਨ ਮੈਂ ਚਾਹਾਂਗੀ ਕਿ ਇਹ ਸੰਗੀਤ ਹੈ, ਇਹਦੇ ਵਿੱਚ ਹੀ ਸਭ ਕੁਝ ਹੈ। ਹਾਂਜੀ, ਤੇ ਲੱਭ ਲਓ। ਇਸ ਤਰ੍ਹਾਂ ਇੱਕ ਕਿੱਸਾ ਮੈਂ, ਮੇਰੇ ਕੋਲ ਇੱਕ ਬੱਚਾ ਆਉਂਦਾ ਸੀ ਤੇ ਉਹਨੂੰ ਅਜੇ 3-4 ਕਲਾਸਾਂ ਹੀ ਹੋਈਆਂ, ਤੇ ਉਹਨੂੰ ਸਾਰੇ ਕੰਮ ਸਿਖਾਇਆ ਤੇ ਉਹ ਆਇਆ ਨਹੀਂ। ਉਸ ਤੋਂ ਬਾਅਦ ਤੇ ਮੇਰਾ ਹੀ ਦੂਜਾ ਸਟੂਡੈਂਟ ਉਹਨੂੰ ਕਿਤੇ ਬਾਹਰ ਮਾਰਕੀਟ 'ਚ ਮਿਲ ਗਿਆ, ਕਹਿੰਦਾ ਯਾਰ ਤੂੰ ਆਉਂਦਾ ਨਹੀਂ। ਕਹਿੰਦਾ ਉਹ ਆਉਣਾ ਕੀ, ਉਹ ਸਰ ਨੇ ਆਪੇ ਕਿਹਾ ਇੱਥੇ ਸਾਰਾ ਸੰਗੀਤ ਹੈ। ਆ ਗਿਆ ਬਸ ਮੈਨੂੰ।
ਵਾਹ ਮਾਈ ਗॉड। ਅਸੀਂ ਸਰ ਅਸੀਂ ਵੀ ਇੱਦਾਂ ਕੁਝ ਬਣ ਜਾਣਾ ਸੀ ਬਚਪਨ 'ਚ। ਮੇਰਾ ਵੀ ਸਾਰਾ ਟੀਚਰ ਨਾ ਸਾਨੂੰ ਸਰਗਮਾਂ ਤੋਂ ਉੱਤੇ ਜਾਂਦਾ ਹੀ ਨਹੀਂ ਸੀ। ਮੈਂ ਕਹਿਣਾ ਸਰ ਆਗੇ ਵੀ ਸਿਖਾਓ, ਆਗੇ ਵੀ ਸਿਖਾਓ। ਉਹੀ ਗੱਲ ਆ ਗਈ, ਤਾਂ ਹੀ ਅਸੀਂ ਕਦੀ ਸਿੰਗਰ ਬਣ ਨਹੀਂ ਪਾਏ। ਲੇਕਿਨ ਟੱਚਵੁੱਡ ਕੀ ਮਿਊਜ਼ਿਕ ਲਵਰ ਹਾਂ, ਵਾਹਿਗੁਰੂ ਨੇ ਇੱਕ ਦਾਤ ਦਿੱਤੀ ਹੈ ਕਿ ਅਸੀਂ ਗੁੱਡ ਲਿਸਨਰ ਹਾਂ। ਔਰ ਇਹਦੇ 'ਚ ਕ੍ਰੈਡਿਟ ਸਾਡੇ ਮਾਂ ਬਾਪ ਦਾ ਜਾਂਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਪੇਟ 'ਚੋਂ ਹੀ ਸਿੱਖਿਆ, ਅਤੇ ਇੱਦਾਂ ਹੀ ਅਸੀਂ ਪੇਟ ਤੋਂ ਹੀ ਸਿੱਖਿਆ। ਔਰ ਆਪਣੇ ਫਾਦਰ ਸਾਹਿਬ ਨੂੰ, ਆਪਣੇ ਦਾਦੇ ਪੜਦਾਦਿਆਂ ਨੂੰ ਅਸੀਂ ਗਾਉਂਦੇ ਇੱਦਾਂ ਹੀ ਸੁਣਿਆ। ਔਰ ਇਹ ਖੁਸ਼ਕਿਸਮਤੀ ਹੈ ਸਾਡੀ ਕਿ ਅਸੀਂ ਅੱਛਾ ਮਿਊਜ਼ਿਕ ਸੁਣ ਸਕਦੇ ਹਾਂ ਔਰ ਉਹਨੂੰ ਇੰਜੋਏ ਕਰ ਸਕਦੇ ਹਾਂ। ਸਾਡੇ ਮੂੰਹ 'ਚੋਂ ਦਾਦ ਨਿਕਲਦੀ ਹੈ, ਸਾਡੇ ਮੂੰਹ 'ਚੋਂ ਵਾਹ ਨਿਕਲਦੀ ਹੈ ਜਦੋਂ ਕੋਈ ਐਸੇ ਸੁਰ ਲੱਗਦੇ ਨੇ, ਕੋਈ ਐਸੀ ਤਾਰ ਛਿੜਦੀ ਹੈ ਕਿ ਸਾਡੇ ਬਾਡੀ ਰਿਐਕਸ਼ਨ ਕਰਦੀ ਹੈ। ਈਵਨ ਕਿ ਸਾਡਾ ਅੱਜ ਮਾਈਕਰੋਫੋਨ, ਤੁਸੀਂ ਜਦੋਂ ਗਾਉਂਦੇ ਸੀ ਤਾਂ ਮੈਂ ਕੁਝ ਬੋਲਦੀ ਸੀ ਤਾਂ ਆਵਾਜ਼ ਥੋੜੀ ਡਿਮ ਹੋ ਜਾਂਦੀ ਸੀ ਤੁਹਾਡੀ, ਅਤੇ ਮੈਨੂੰ ਮਿਸਟਰ ਗਿੱਲ ਨੇ 5-6 ਵਾਰੀ ਇਸ਼ਾਰੇ ਕੀਤੇ ਕਿ ਦਾਦ ਨਾ ਦੇ। ਮੈਂ ਕਿਹਾ ਆਈ ਕਾਂਟ ਹੈਲਪ ਇਟ, ਆਈ ਕਾਂਟ ਹੈਲਪ ਇਟ। ਉਹ ਆਪਣੇ ਆਪ ਅਚਾਨਕ ਹੀ ਮੂੰਹ 'ਚੋਂ ਵਾਹ ਨਿਕਲਦੀ ਹੈ ਕੁਛ ਅੱਛਾ ਸੁਣ ਕੇ। ਅਤੇ ਅਗੇਨ ਮੈਂ ਅਗੇਨ ਤੁਹਾਡਾ ਥੈਂਕ ਯੂ ਤਹਿ ਦਿਲੋਂ ਕਰਨਾ ਚਾਹਾਂਗੀ, ਕਿਉਂਕਿ ਜੋ ਕੰਮ ਤੁਸੀਂ ਕਰ ਰਹੇ ਹੋ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹੋ। ਉਸ ਤੋਂ ਵੀ ਜ਼ਿਆਦਾ ਜਿਹੜਾ ਵੱਡਾ ਕੰਮ ਹੈ ਨਾ, ਕਲਾਸੀਕਲ ਮਿਊਜ਼ਿਕ ਦੀ ਸੇਵਾ ਕਰ ਰਹੇ ਹੋ। ਇਹ ਸਭ ਤੋਂ ਵੱਡੀ ਬਹੁਤ ਵੱਡੀ ਪਿਕਚਰ ਤੁਸੀਂ ਪਿੱਛੇ ਲਾਈ ਹੈ ਸਰਸਵਤੀ ਮਾਂ ਦੀ। ਉਹ ਜੌਬ ਤੁਸੀਂ ਕਰ ਰਹੇ ਹੋ, ਯੂ ਆਰ ਡੂਇੰਗ ਦੈਟ ਜੌਬ। ਥੈਂਕ ਯੂ ਸੋ ਮਚ। ਆਈ ਐਮ ਜਸਟ ਟ੍ਰਾਈਂਗ ਜੌਬ, ਤੇ ਤੁਹਾਡੀ ਦੁਆਵਾਂ ਕਰਾ ਰਹੀ ਹੈ। ਕੀ ਬਾਤ ਹੈ ਦੁਆਵਾਂ ਤੇ ਸਰ। ਤੁਹਾਡੇ ਨਾਲ ਨੇ ਸਰ। ਔਰ ਮੈਂ ਚਾਹਾਂਗੀ ਕਿ ਬਹੁਤ ਜਲਦ ਕਦੀ ਅਸੀਂ ਪਲਾਨ ਹੈਗਾ ਕਿ ਸਾਡਾ ਸਾਲ ਤੱਕ ਕੋਵਿਡ ਖਤਮ ਹੋ ਜਾਏ, ਇੰਡੀਆ ਆਈਏ ਤੇ ਦਰਬਾਰ ਸਾਹਿਬ ਦਰਸ਼ਨ ਕਰਨ ਜ਼ਰੂਰ ਆਵਾਂਗੇ, ਲੇਕਿਨ ਤੁਹਾਨੂੰ ਮਿਲ ਕੇ ਜਾਵਾਂਗੇ। ਚਾਹਾਂਗੇ ਕਿ ਤੁਹਾਡੀ ਅਕੈਡਮੀ ਦੇ ਨਾਲ ਅਸੀਂ ਤੁਹਾਨੂੰ ਲਾਈਵ ਸੁਣੀਏ। ਹਾਂ ਜ਼ਰੂਰ, ਬਿਲਕੁਲ ਵੀ ਵਿਲ ਕਾਲ ਯੂ ਅਹੈਡ, ਔਰ ਅਸੀਂ ਤੁਹਾਡੀ ਆਵਾਂਗੇ ਉੱਥੇ। ਔਰ ਜਿੰਨੇ ਵੀ ਸਾਡੇ ਮਿਊਜ਼ਿਕ ਲਵਰ ਨੇ, ਮੈਂ ਜ਼ਰੂਰ ਚਾਹਾਂਗੀ ਅਗਰ ਤੁਸੀਂ ਪੰਜਾਬ ਏਰੀਆ 'ਚ ਰਹਿੰਦੇ ਹੋ ਤਾਂ ਡੈਫੀਨੇਟਲੀ ਪਲੀਜ਼ ਡੂ ਕੰਸੀਡਰ, ਹੀ ਇਜ਼ ਅ ਗ੍ਰੇਟ ਟੀਚਰ। ਔਰ ਉਸ ਤੋਂ ਵੀ ਵੱਡਾ ਮਿਊਜ਼ਿਕ ਦਾ ਖਜ਼ਾਨਾ ਜੀ, ਇਸ ਪਰਸਨ ਤੋਂ ਤੁਸੀਂ ਬੜਾ ਕੁਝ ਸਿੱਖ ਸਕਦੇ ਹੋ। ਅਤੇ ਇਹ ਸਾਡੀ ਦਿਲੋਂ ਰਿਕੁਐਸਟ ਹੈ ਕਿ ਅਗਰ ਤੁਸੀਂ ਮਿਊਜ਼ਿਕ ਨੂੰ ਲਵ ਕਰਦੇ ਹੋ ਤਾਂ ਸਿੱਖੋ ਉਹਨੂੰ। ਅਗਰ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਉਹਨੂੰ ਸਿੱਖੋ, ਅਤੇ ਤਾਂ ਕਿ ਤੁਸੀਂ ਹੋਰ ਅੱਛਾ ਗਾ ਸਕੋ। ਮੈਂ ਕਹਿੰਦਾ ਚਾਹੇ ਕਰੀਅਰ ਨਾ ਵੀ ਬਣਾਉਣਾ ਹੋਵੇ ਤਾਂ ਵੀ ਸਿੱਖੋ, ਕਿਉਂਕਿ ਮਿਊਜ਼ਿਕ ਤੁਹਾਨੂੰ ਡਾਊਨ ਟੂ ਅਰਥ ਰਹਿਣਾ ਸਿਖਾਉਂਦਾ। ਬਿਲਕੁਲ ਜੀ, ਬਿਲਕੁਲ ਕਰੈਕਟ। ਮਿਊਜ਼ਿਕ ਤੁਹਾਨੂੰ ਅਦਬ ਸਿਖਾਉਂਦਾ ਕਿ ਅਦਬ ਕਿਵੇਂ ਕਰੀਦਾ ਹੈਗਾ। ਸੋ ਚਾਹੇ ਸੰਗੀਤਕਾਰ ਨਾ ਬਣੋ, ਚਾਹੇ ਆਰਟਿਸਟ ਨਾ ਬਣੋ। ਹੁਣ ਅਸੀਂ ਏਡੇ ਵੱਡੇ, ਅਸੀਂ ਆਰਟਿਸਟ ਨਹੀਂ ਹੈਗੇ, ਲੇਕਿਨ ਸਾਨੂੰ ਮਿਊਜ਼ਿਕ ਲਵਰ ਆ। ਅਸੀਂ ਜੋ ਸਿੱਖਿਆ ਸਾਨੂੰ ਕਦਰ ਕਰਨੀ ਆ ਗਈ। ਹਾਂ, ਸਿੱਖਣਾ, ਸੁਣਨਾ ਆਉਂਦਾ। ਵਾਹ, ਸੁਣਨਾ ਆਉਂਦਾ। ਤੇ ਦਿਪਿਨ ਜੀ ਅਗੇਨ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਆਪਣਾ ਟਾਈਮ ਦੇਣ ਵਾਸਤੇ। ਔਰ ਇਹ ਵਰਡਸ ਘੱਟ ਨੇ ਤੁਹਾਡਾ ਥੈਂਕ ਯੂ ਕਰਨ ਵਾਸਤੇ, ਕਿਉਂਕਿ ਜੋ ਤੁਸੀਂ ਅੱਜ ਗਿਆਨ ਲੋਕਾਂ 'ਚ ਵੰਡਿਆ ਔਰ ਆਪਣੀ ਵਰਸਟੈਲਿਟੀ ਦੇ ਨਾਲ ਆਉਣ ਵਾਲੀ ਜਨਰੇਸ਼ਨ ਨੂੰ ਵੀ ਤੁਸੀਂ ਅੱਛਾ ਹੀ ਮੈਸੇਜ ਦੇ ਰਹੇ ਹੋ ਕਿ ਸਿੱਖੋ ਔਰ ਵੰਡੋ। ਅਤੇ ਇਹ ਸਾਡੇ ਲਈ ਬੜੀ ਵੱਡੀ ਗੱਲ ਹੈ। ਮਾਈ TV ਵਾਸਤੇ ਵੀ ਬਹੁਤ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦਾ ਟੈਲੈਂਟ ਆਉਂਦਾ ਹੈ, ਔਰ ਜਿਹੜਾ ਕਿ ਆਉਣ ਵਾਲੇ ਜਨਰੇਸ਼ਨ ਨੂੰ, ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਪਨੀਰੀ ਨੂੰ ਅੱਛਾ ਮਿਊਜ਼ਿਕ ਦੇ ਨਾਲ, ਮੌਸੀਕੀ ਦੇ ਨਾਲ ਜੋੜ ਰਿਹਾ। ਸੋ ਤਹਿ ਦਿਲੋਂ ਮੋਨੀ ਵੱਲੋਂ ਔਰ ਕੁਲਦੀਪ ਵੱਲੋਂ ਅਸੀਂ ਥੈਂਕ ਯੂ ਕਵਾਂਗੇ ਵਨਸ ਅਗੇਨ ਫਰੋਮ ਮਾਈ TV ਆਲਸੋ। ਅਤੇ ਆਪਣਾ ਮਨ ਨਹੀਂ ਕਰ ਰਿਹਾ, ਬੜਾ ਮਜ਼ਾ ਆ ਰਿਹਾ ਗੱਲਾਂ ਕਰਨ 'ਚ, ਬੜਾ ਅੱਛਾ ਮਾਹੌਲ ਬਣਿਆ। ਮਨ ਤੇ ਨਹੀਂ ਕਰ ਰਿਹਾ, ਲੇਕਿਨ ਤੁਸੀਂ ਵਾਈਫ ਕੋਲ ਜਾਣਾ ਆਪਣੀ, ਪਤਾ ਚੱਲੇ ਰੋਟੀ ਦੀ ਥਾਂ ਤੇ ਅੱਜ ਟੀਕੇ ਹੀ ਮਿਲਦੇ ਨੇ। ਅੱਜ ਉਹੀ ਬਣਾਇਆ ਜਿਹੜਾ ਤੁਹਾਨੂੰ ਨਹੀਂ ਪਸੰਦ। ਨਹੀਂ, ਪਰ ਸਾਡੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਹੰਬਲ ਕਹਿ ਲਓ ਨਾ, ਨਮਸਕਾਰ ਸਾਡੇ ਵੱਲੋਂ। ਇੰਨੇ ਸਾਰੇ ਗੁਣੀ ਲੋਕ ਇੱਕ ਘਰ ਦੇ ਵਿੱਚ ਹੋਣਾ ਬੜੀ ਵੱਡੀ ਗੱਲ ਹੈ। ਬਹੁਤ ਲੱਕੀ ਫੈਮਿਲੀ ਹੈ, ਬਹੁਤ ਲੱਕੀ। ਦਾਦਾ ਜੀ, ਪਿਤਾ ਜੀ, ਮਾਤਾ ਜੀ, ਬੀਵੀ। ਤੇ ਇਹ ਬੜੀ ਆਈ ਵਿਸ਼ ਕਿ ਮੈਨੂੰ ਇੱਕ ਦਿਨ ਮੌਕਾ ਮਿਲੇ ਕਿ ਮੈਂ ਤੁਹਾਡੇ ਬੇਟੇ ਦੀ ਇੰਟਰਵਿਊ ਲਵਾਂ ਔਰ ਉਹ ਮੈਨੂੰ ਕਹੇ ਕਿ ਮੇਰੀ ਵਾਈਫ ਹੀ ਪਾਪਾ ਕੋਲ ਸਿੱਖਣ ਆਉਂਦੀ ਸੀ। ਸੋ ਕਿਊਟ। ਚਲੋ ਜੀ, ਹੁਣ ਅਸੀਂ ਅਲਵਿਦਾ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਦਿਲ ਬਿਲਕੁਲ ਨਹੀਂ ਕਰ ਰਿਹਾ, ਮਾਈ ਗॉड, ਇਨਾ ਅਮੇਜ਼ਿੰਗ ਪਰਸਨੈਲਿਟੀ। ਵੈਸੇ ਨਾ ਇਹੋ ਜਿਹੇ ਲੋਕ ਸਾਡੇ ਸਟਾਰ ਨੇ, ਦੇ ਆਰ ਐਕਚੁਅਲ ਸਟਾਰ ਜਿਨ੍ਹਾਂ ਨੂੰ ਕਹੀਦਾ ਹੈਗਾ। ਜਿਹੜੇ ਸਾਡੀ ਪਨੀਰੀ, ਜਿਹੜੇ ਸਾਡੇ ਬੱਚੇ ਅੱਗੇ ਲੈ ਕੇ ਜਾ ਰਹੇ ਨੇ, ਇਹ ਬਹੁਤ ਰਿਸਪੈਕਟਫੁਲ ਲੋਕ ਨੇ। ਔਰ ਰੱਬ ਇਹੋ ਜਿਹੇ ਆਰਟਿਸਟ ਹਰ ਜਗ੍ਹਾ 'ਤੇ ਹੋਣ। ਇਸ ਤਰ੍ਹਾਂ ਦਾ ਟੀਚਰ, ਕਿਉਂਕਿ ਅਗਰ ਟੀਚਰ ਅੱਛੇ ਹੋਣਗੇ ਨਾ ਤੇ ਉਹਨਾਂ ਨੇ
ਹੌਲੀ ਹੌਲੀ ਆਰਟਿਸਟ ਉਸ ਤਰ੍ਹਾਂ ਦੇ ਬਣਾ ਦੇਣੇ ਆ, ਉਸ ਤਰ੍ਹਾਂ ਦੇ ਬਣਾ ਹੀ ਦੇਣੇ। ਕਹਿੰਦਾ ਨਾ ਕਿ ਉਸਤਾਦ ਅੱਛਾ ਹੋਵੇ ਤੇ ਸ਼ਾਗਿਰਦ ਆਪੇ ਹੀ ਅੱਛਾ ਹੋ ਜਾਂਦਾ ਹੈ। ਬਿਲਕੁਲ। ਤੇ ਇਹ ਹੀਰਾ ਵੀ ਸਾਨੂੰ एजाज भाई ने ਥੋੜਾ ਦਿੱਤਾ। ਜਿਹਾ ਪਲੀਜ਼ ਕਮੈਂਟ ਪੜ੍ਹ ਦਿਓ ਪਲੀਜ਼। बहुत ज़्यादा कमेंट ने। एजाज शेर अली क्लासिकल तो ही है कमाल। अरुण मल्होत्रा वेलकम। सिपन राज जी, अरुण मल्होत्रा रफ़ी सॉन्ग। अरे सॉरी हमने मैसेज नहीं पढ़े, सॉरी। पवन कुमार जोगी आपका दुनिया में नाम हो। थैंक यू पवन जी, उन्होंने कह रहे हैं। अरुण मल्होत्रा अरुण अशोक बैंड वाले। अच्छा अरुण मल्होत्रा क्या बात है। बैंड वाले ने कितने लिखे हैं? अरुण अशोक बैंड वाले। हाँ अच्छा बैंड वाले भी ਅਸੀਂ ਲੈ ਕੇ ਆਣੇ ਨੇ ਵੈਸੇ ਜ਼ਰੂਰ, ਅਗਰ ਸੁਰੀਲੇ ਹੈਗੇ तो व्हाई नॉट। कनिका सचदेवा राज अपनी दिल भेज रही है। रफ़ी जी का सॉन्ग फिर कभी सुनाएंगे। थैंक यू डॉली दीदी। डॉली दीदी ਤੇ ਕੀ ਕਿਹਾ ਐਨਸਾਈਕਲੋਪੀਡੀਆ ਨੇ। ਸੋ ਹੁਣ ਅਸੀਂ ਇਸ ਵੀਕਐਂਡ ਤੇ ਜੋ ਹੋਣ ਲੱਗਾ ਹੈਗਾ ਫਸਟ ਟਾਈਮ ਫਸਟ ਟਾਈਮ ਐਵਰ ਟੀਵੀ ਤੇ ਹੋਣ ਲੱਗਾ ਹੈਗਾ ਔਰ ਸਾਡਾ ਵੀ ਦਿਲ ਤੱਕ ਤੱਕ ਕਰ ਰਿਹਾ ਬਿਕਾਜ਼ ਸਾਡਾ ਵੀ ਫਸਟ ਟਾਈਮ ਹੈ। ਵੀ ਨੈਵਰ ਡਨ ਦਿਸ ਕਾਈਂਡ ਆਫ ਥਿੰਗ। ਬਹੁਤ ਵੱਡੀ ਸ਼ਖਸੀਅਤ ਕਵਾਲ ਇੰਡਸਟਰੀ ਕਹਿ ਲਓ ਜਾਂ ਕਵਾਲੀ ਨੂੰ ਟ੍ਰਿਬਿਊਟ ਦੇਣਾ। ਉਸਤਾਦ ਜਾਵੇਦ ਸਲਾਮਤ ਅਲੀ ਜੀ ਬਰਸੀ ਮਨਾਈ ਜਾ ਰਹੀ ਹੈ ਜੀ, 5ਵੀਂ ਬਰਸੀ ਹੈ। ਇਹ 2 ਦਿਨ ਦਾ ਅਸੀਂ ਇਸ ਕਰਕੇ ਰੱਖਿਆ ਫੈਸਟੀਵਲ ਕਿਉਂਕਿ ਪ੍ਰੋਗਰਾਮ ਇੰਨਾ ਲੰਬਾ ਸੀ ਤੇ ਅਸੀਂ ਸੋਚਿਆ ਕਿ ਇਹਨੂੰ 2 ਦਿਨਾਂ ਦੇ ਵਿੱਚ ਤਬਦੀਲ ਕੀਤਾ ਜਾਵੇ। ਬਹੁਤ ਸਾਰੇ ਆਰਟਿਸਟ ਨੇ ਜਿਹੜਾ ਟ੍ਰਿਬਿਊਟ ਦੇਣਾ ਚਾਹੁੰਦੇ ਤੇ ਉਸਤਾਦ ਜਾਵੇਦ ਬਖਸ਼ੀ ਸਲਾਮਤ ਇਹਨਾਂ ਨੂੰ ਵੀ ਕਿਹਾ ਜਾਂਦਾ ਹੈ। ਤੇ ਇਹ ਜੀ ਮਿਊਜ਼ਿਕ ਦੇ ਇੱਕ ਐਸੀ ਪੀੜ੍ਹੀ ਹੈ ਕਿ ਇਹਨਾਂ ਨੇ ਐਸੀ ਰੂਹਦਾਰੀ, ਐਸੀ ਕਮਾਲ ਇਹਨਾਂ ਦੇ ਵਿੱਚ ਲੈਕਾਰੀ ਹੈ। ਉਹ ਕਮਾਲ, ਅਗਰ ਤੁਸੀਂ ਨਹੀਂ ਸੁਣਿਆ ਤਾਂ ਮਸਟ ਵਾਚ। ਸੋਨੇ ਪੇ ਸੁਹਾਗਾ ਜਿਹੜੇ ਨਦੀਮ ਸਲਾਮਤ ਜੀ, ਉਸਤਾਦ ਨਦੀਮ ਸਲਾਮਤ ਜੀ ਜਿਹੜੇ ਕਿ ਸਾਡੀ ਜਿੰਦ ਜਾਨ ਤੇ ਰੂਹ ਨੇ। ਬਿਲਕੁਲ ਬਿਲਕੁਲ। ਸੋ ਇਹ ਜੀ ਇੱਕ ਐਸੀ ਘਰਾਨਾ ਹੈ ਜਿਹੜਾ ਦਿਲ ਦੇ ਬਹੁਤ ਕਰੀਬ ਹੈ। ਔਰ ਕਿਉਂ ਕਰੀਬ ਹੈ? ਕਿਉਂਕਿ ਤੁਸੀਂ ਤਰੀਫਾ ਸੁਣ ਹੀ ਰਹੇ ਹੋ ਕਿ ਰੂਹ ਹੈ ਜਿਹੜੀ ਉਹ ਲੈ ਜਾਂਦੇ ਨੇ। ਔਰ ਲੈਕਾਰੀ ਕਿਆ ਕਮਾਲ। ਔਰ ਨਦੀਮ ਸਲਾਮਤ ਜੀ ਜਿਹੜੇ ਜਿਸ ਕਿਸਮ ਦਾ ਮਿਊਜ਼ਿਕ ਔਰ ਹਾਰਮੋਨੀਅਮ ਔਰ ਉਹਨਾਂ ਦਾ ਸੰਗੀਤ, ਜਿਹੜਾ ਉਹਨਾਂ ਦਾ ਗਾਉਣ ਦਾ ਤਰੀਕਾ ਹੈ, ਉਹ ਮੈਨੂੰ ਔਰ ਕੁਲਦੀਪ ਨੂੰ ਬਹੁਤ ਪਰਸਨਲੀ ਪਸੰਦ ਹੈ ਕਿਉਂਕਿ ਸਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮਿਊਜ਼ੀਸ਼ੀਅਨ ਮੈਂ ਆਪਣੀ ਲਾਈਫ 'ਚ ਨਹੀਂ ਵੇਖਿਆ। ਇਹ ਟਰੂਥ ਹੈ, ਸੱਚਾਈ ਹੈ। ਮੈਂ ਮਿਊਜ਼ੀਸ਼ੀਅਨ ਨਹੀਂ ਕਹਿੰਦਾ, ਮੈਜੀਸ਼ੀਅਨ ਕਹਿੰਦਾ, ਮੈਂ ਜਾਦੂ, ਸੁਰਾਂ ਦਾ ਜਾਦੂ। ਤੇ ਇਹ ਉਹਨਾਂ ਦੇ ਬ੍ਰਦਰ ਨੇ ਜੀ। ਤੇ 5ਵਾਂ ਸਾਲਾਨਾ ਅਸੀਂ ਬਰਸੀ ਮਨਾ ਰਹੇ ਹਾਂ ਤੇ ਫਸਟ ਟਾਈਮ ਐਵਰ ਅਸੀਂ ਵੀ ਮਾਈ ਟੀਵੀ ਤੇ ਪਹਿਲੀ ਵਾਰ ਕਰ ਰਹੇ ਹਾਂ ਕੋਈ ਐਸੀ ਚੀਜ਼। ਤੇ ਤੁਹਾਡਾ ਪਿਆਰ, ਤੁਹਾਡੀ ਆਸ਼ੀਰਵਾਦ ਦੀ ਲੋੜ ਹੈਗੀ ਹੈ। ਬਹੁਤ ਵੱਡੇ ਅੱਛੇ ਆਰਟਿਸਟਾਂ ਨੇ ਆਪਣੀ ਥੋੜੀ ਉਹਨਾਂ ਲਈ ਕੁਝ ਵਰਡਸ ਔਰ ਕੁਝ ਗਾ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਉਹ ਸਾਰੇ ਕਲਿੱਪਸ ਅਸੀਂ ਚਲਾਵਾਂਗੇ ਤੇ ਇਹ ਮੈਂ ਸਕਰੀਨਸ਼ਾਟ ਕਰ ਸਕਦੇ ਹੋ ਜੀ। ਇਹ 2 ਦਿਨ ਦਾ ਫੈਸਟੀਵਲ ਹੋਣ ਜਾ ਰਿਹਾ, ਮਿਊਜ਼ਿਕ ਫੈਸਟੀਵਲ ਬਾਈ ਦ ਵੇ। 13th ਐਂਡ 14th ਇੰਡੀਆ ਦੇ ਟਾਈਮ ਹੋਏਗਾ 9:30 PM, ਪਾਕਿਸਤਾਨ ਦਾ ਟਾਈਮ ਹੈਗਾ 9 PM। ਔਰ USA ਟਾਈਮ ਜਿਹੜਾ ਸੈਟਰਡੇ 11 ਵਜੇ ਔਰ ਸੰਡੇ ਮੇਰਾ ਖਿਆਲ 12 ਵਜੇ ਕਿਉਂਕਿ ਟਾਈਮ ਚੇਂਜ ਹੋ ਰਿਹਾ। ਓ ਯੈਸ, ਹਾਂ ਅਸੀਂ 11 ਲਿਖਿਆ ਫਲੈਗ ਦੇ ਨਾਲ, ਜਿੱਥੇ ਫਲੈਗ ਬਣਿਆ ਤੇ 11 ਲਿਖਿਆ ਤੇ ਉਹ ਅਸੀਂ ਟਾਈਮ ਚੇਂਜ ਕਰਾਂਗੇ ਕਿਉਂਕਿ ਸਾਡੇ USA ਦੇ ਵਿੱਚ ਟਾਈਮ ਸਾਲ ਦੇ ਵਿੱਚ 2 ਵਾਰੀ ਚੇਂਜ ਹੁੰਦਾ ਤੇ ਮੈਨੂੰ ਲੱਗਦਾ ਕਿ ਇਸ ਵੀਕਐਂਡ ਤੇ ਹੋ ਜਾਣਾ ਹੈ। ਹਾਂ ਤੇ ਲੋ ਜੀ ਫਿਰ ਮਿਲਦੇ ਆ ਇੱਕ ਸੁਰਾਂ ਦੀ ਵੱਖਰੀ ਕਿਸਮ ਦੀ ਲੜੀ ਦੇ ਵਿੱਚ ਕਿਉਂਕਿ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਤੇ ਔਰ ਹੋਈ ਭੁੱਲਾ ਚਿੱਕਾਂ ਦੀ ਅਸੀਂ ਖਿਮਾ ਮੰਗਾਂਗੇ ਕਿ ਕਿਸੇ ਨੂੰ ਕੋਈ ਸਾਡੇ ਵਰਡਸ ਹਰਟ ਕਰ ਗਏ ਹੋਣ ਤੇ ਅਸੀਂ ਮਾਫੀ ਚਾਹਾਂਗੇ। ਔਰ ਅਗਰ ਜੇਕਰ ਤੁਸੀਂ ਸਾਡੇ ਪੇਜ ਤੇ ਨਵੇਂ ਹੋ, ਸਾਡੇ ਫੇਸਬੁੱਕ ਚੈਨਲ ਤੇ ਨਵੇਂ ਹੋ, ਪਲੀਜ਼ ਡੂ ਸਬਸਕ੍ਰਾਈਬ ਐਂਡ ਆਲਸੋ ਡੂ ਸਬਸਕ੍ਰਾਈਬ ਆਰ YouTube ਚੈਨਲ ਐਜ਼ ਵੈਲ ਕਿਉਂਕਿ ਉਹਨੂੰ ਵੀ ਪਿਆਰ ਦੀ ਲੋੜ ਹੈ। ਔਰ ਜਾਂਦੇ ਕੀ ਕਰਨਾ ਹੈ ਮਿਸਟਰ ਗਿੱਲ? ਟਾਈਮ ਫॉर ਐਡਵਰਟਾਈਜ਼ਿੰਗ। ਸੋ ਮੋਨੀ ਗਿੱਲ ਵੱਲੋਂ, ਕੁਲਦੀਪ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸਤਿ ਸ਼੍ਰੀ ਅਕਾਲ। Ram G. Astrologer. Everything begins with faith. We walk by faith, not by sight. Ram G is in the USA. Virginia offers reliable and practical astrology solutions to all of life's problems. Confidentiality promise. Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business and we do speak your language. Thank you.
Welcome to the world of entertainment, connecting people with culture. Enjoy one app for TV shows and 24/7 music. For more information, log into www.mytvc.us. Fun ka hangama, My TV Radio.